ਗੁਰ ਅਮਰਦਾਸ ਪਰਸੀਐ, ਓਹਮ ਪਾਤਕ ਬਿਨਾਸਹਿ। ਗੁਰ ਅਮਰਦਾਸ ਪਰਸੀਐ, ਸਿਧ ਸਾਧਕ ਆਸਾਸਹਿ। ਗੁਰ ਅਮਰਦਾਸ ਪਰਸੀਐ, ਧਿਆਨ ਲਹੀਐ ਪਉ ਮੁਕਹਿ। ਗੁਰ ਅਮਰਦਾਸ ਪਰਸੀਐ, ਆਪਉ ਲੱਭੈ ਗਉ ਚੁਕਹਿ। ਇਕ ਬਿਨ ਦੋ ਗੁਣ ਜੋ ਤਉ ਰਹੈ, ਜਾ ਸੁਮੰਤਰ ਮਨ ਵਹਿ ਲਹੈ। ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿਠੇ ਮਿਲੇ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤ ਗੁਰ ਕੈ, ਕਬ ਜਨ ਭਲ ਉਨਹਿ ਜੋ ਗਾਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅਮੈ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਤੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੋਏ ਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਕੈ ਵਿੱਚ ਧਰਤੀ ਕੈ ਆਕਾਸੀ,
ਉਰਦ ਰਹਾ ਸਿਰ ਭਾਰ। ਸੋਏ ਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ। ਕੈ ਵਿੱਚ ਧਰਤੀ ਕੈ ਆਕਾਸੀ, ਉਰਦ ਰਹਾ ਸਿਰ ਭਾਰ। ਪੁਰ ਕਰ ਕਾਇਆ ਕੱਪੜ ਪਹਿਰਾ, ਧੋਵਾਂ ਸਦਾ ਕਾਰ। ਬੱਗਾ ਰਤਾ ਪੀਲਾ ਕਾਲਾ, ਵੇਦਾ ਕਰੀ ਪੁਕਾਰ। ਹੋਏ ਕੁਚੀਲ ਰਹਾ ਮਲ ਤਾਰੀ, ਦੁਰਮਤ ਮਤ ਵਿਕਾਰ। ਨਾ ਹਉ ਨਾ ਮੈਂ ਨਾ ਹਉ ਹੋਵਾ, ਨਾਨਕ ਸ਼ਬਦ ਵਿਚਾਰ। ਹੋਏ ਕੁਚੀਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ। ਨਾ ਹਉ ਨਾ ਮੈਂ ਨਾ ਹਉ ਹੋਵਾ, ਨਾਨਕ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਮਿਹਰਾਂ ਦੇ ਸਾਈਂ 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਜਾਗਦੀ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਇਹ ਸਤ ਸੰਗਤ ਦੀਆਂ ਸੁਭਾਗ ਘੜੀਆਂ ਪੰਥ ਵਾਲੀ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪਾਂ ਨੂੰ ਪ੍ਰਾਪਤ ਹੋ ਰਹੀਆਂ ਹਨ। ਮਹਾਰਾਜ ਜੀ ਨੇ ਤਰਸ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜੀਆਂ ਦੇ ਮਸਤਕ ਤੇ ਹਜ਼ੂਰ ਲੇਖ ਪਾਉਂਦੇ ਹੈ, ਉਹਨਾਂ ਨੂੰ ਸਤ ਸੰਗਤ ਦਾ ਮਹਾਰਾਜ ਪਿਆਰ ਲਾ ਦਿੰਦੇ ਆ। ਚਾਹੇ ਦੂਰ ਦੇਸ਼ਾਂ ਵਿੱਚ ਬੈਠੇ ਹੈ, ਚਾਹੇ ਨਗਰ 'ਚ ਹੀ ਬੈਠੇ, ਭਾਵੇਂ ਦਰਸ਼ਨਾਂ ਨੂੰ ਜਿਨ੍ਹਾਂ ਪ੍ਰੇਮੀਆਂ ਦਾ ਮਨ ਲੋਚਦਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਨੇ ਵਾਕ ਕਹੇ ਸਨ ਕਿ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਆਪਾਂ ਜੋ ਹਾਜ਼ਰ ਹਾਂ, ਮਹਾਰਾਜ ਸਾਨੂੰ ਹਾਜ਼ਰ ਕਰ ਲੈਣ। ਇਹ ਨਾ ਹੋਏ ਕਿ ਜਿਹੜੇ ਆ ਨਹੀਂ ਸਕਦੇ ਉਹਨਾਂ ਦਾ ਧਿਆਨ ਮਹਾਰਾਜ ਜੀ ਦੇ ਤਖਤ ਅਸਥਾਨ ਤੇ ਸਤਿਗੁਰੂ ਜੀ ਉਹਨਾਂ ਦੀ ਹਾਜ਼ਰੀ ਲਾ ਰਹੇ। ਕਿਉਂਕਿ ਭਾਵੇਂ ਦੂਰ ਦੇਸ਼ਾਂ ਵਿੱਚ ਬੈਠੇ ਹੋਏ ਗੁਰਸਿੱਖ ਹਜ਼ੂਰ ਦੀ ਰੋਜ਼ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੈ। ਮਹਾਰਾਜ ਜੀ ਸਰਬ ਵਿਆਪਕ ਹਨ। ਸੱਚੇ ਪਾਤਸ਼ਾਹ ਹਜ਼ੂਰ ਸਭ ਦਾ ਪਿਆਰ ਜਿਹੜਾ ਹੈ, ਸਭ ਦੀ ਭਾਵਨਾ ਜੋ ਹੈ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪਹੁੰਚਦੀ ਹੈ। ਜਿੱਥੇ ਵੀ ਬੈਠਾ ਕੋਈ ਸਿੱਖ ਭਾਵਨਾ ਕਰਦਾ ਹੈ, ਤਖਤ ਸਾਹਿਬ ਨਾਲ ਪਿਆਰ ਕਰਦਾ ਹੈ, ਸੱਚੇ ਪਾਤਸ਼ਾਹ ਜੀ ਦੇ ਘਰੋਂ ਆਉਂਦੀ ਹੋਈ ਆਵਾਜ਼ ਨੂੰ ਆਪਣੇ ਮਨ ਦੇ ਨਾਲ ਇਕਾਗਰਤਾ ਸਹਿਤ ਸਰਵਣ ਕਰਦਾ ਹੈ। ਜੋ ਰੁਕਣ ਕਰਕੇ, ਮੋਟਰ ਗੱਡੀਆਂ ਦਾ ਸ਼ੋਰ ਸ਼ਰਾਬਾ ਹਟਣ ਕਰਕੇ ਕਿੰਨੀਆਂ ਸੋਹਣੀਆਂ ਕੋਇਲਾਂ ਬੋਲਦੀਆਂ, ਪਿੱਛੇ ਆਵਾਜ਼ਾਂ ਆਉਂਦੀਆਂ ਮਹਾਰਾਜ ਦੇ ਤਖਤ ਤੇ। ਪੰਛੀ ਕਿੱਡਾ ਸੋਹਣਾ ਬੋਲਦੇ ਹੈ। ਕੁਦਰਤੀ ਨਜ਼ਾਰਾ ਸ਼ਾਂਤੀ ਦਾ ਵੱਖਰਾ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਦੇ ਅਸਥਾਨ ਤੇ ਚਿੱਤ ਇਕਾਗਰ ਕਰਕੇ ਅਭਿਆਸੀ ਅਭਿਆਸ ਕਰਨ,
ਨਾਮ ਵਿੱਚ ਜੁੜਨ, ਸਮਾਧੀਆਂ ਲਾਉਣ। ਸਾਧ ਸੰਗਤ ਜੀ, ਸ਼ਾਂਤੀ ਦਾ ਵੀ ਇੱਕ ਆਪਣਾ ਵੱਖਰਾ ਰਸ ਹੈ। ਜਦੋਂ ਬਜ਼ੁਰਗ ਦੱਸਿਆ ਕਰਦੇ ਹੈ ਕਿ ਤਖ਼ਤ ਸਾਹਿਬ ਦੇ ਦੁਆਲੇ ਘਣਾ ਹੀ ਜੰਗਲ ਹੁੰਦਾ ਸੀਗਾ, ਗੋਦਾਵਰੀ ਵਗਦੀ ਹੁੰਦੀ ਸੀਗੀ, ਪੰਛੀ ਚਹਿਕਦੇ ਹੁੰਦੇ ਸਨ। ਉਹਨਾਂ ਸਮਿਆਂ ਵਿੱਚ ਇਹਨਾਂ ਜੰਗਲਾਂ ਵਿੱਚ ਸ਼ੇਰ ਵੀ ਹੁੰਦੇ ਸੀਗੇ। ਸੰਤ ਬਾਬਾ ਮਿੱਤ ਸਿੰਘ ਜੀ, ਨਿਹੰਗ ਸਿੰਘ ਜੀ, ਜਦੋਂ ਉਹਨਾਂ ਨੇ ਆ ਕੇ ਮਾਤਾ ਸਾਹਿਬ ਜੀ ਦੇ ਅਸਥਾਨ 'ਤੇ ਸੇਵਾ ਸੰਭਾਲੀ ਹੈ, ਸ਼ੇਰਾਂ ਦਾ ਉਦੋਂ ਵੀ ਇਹਨਾਂ ਜੰਗਲਾਂ ਵਿੱਚ ਹੋਣਾ ਜ਼ਿਕਰ ਆਉਂਦਾ ਹੈ ਉਹਨਾਂ ਦੇ ਜੀਵਨ ਇਤਿਹਾਸ ਵਿੱਚ। ਤੇ ਕੋਈ ਬਹੁਤੀ ਲੰਬੀ ਬਾਤ ਨਹੀਂ ਹੈ ਕਿ ਕਈ 100 ਸਾਲਾਂ ਦੀ ਗੱਲ ਨਹੀਂ ਹੈ, ਬਹੁਤਾ ਥੋੜ੍ਹਾ ਹੀ ਸਮਾਂ ਇੱਕ ਸਭ ਕੁਝ ਬਦਲਾਅ ਵਿੱਚ ਆ ਗਿਆ ਹੈ। ਸਤਿਗੁਰਾਂ ਜੀ ਦੇ ਤਖਤ ਅਸਥਾਨ 'ਤੇ ਆਲੇ ਦੁਆਲੇ ਆਪ ਇਹ ਮਨ ਦੇ ਅੰਦਰ ਅਮੇਜਨ ਕਰੋ ਕਿ ਕਿੰਨਾ ਜਿਹੜਾ ਜੰਗਲ, ਕੁਦਰਤੀ ਵਾਤਾਵਰਨ, ਕਿਉਂਕਿ ਜਿਹੜੇ ਪੌਦੇ ਹੁੰਦੇ ਆ ਆਪਣੇ ਆਪ ਵਿੱਚ ਵਾਤਾਵਰਨ ਨੂੰ ਬਹੁਤ ਸ਼ੁੱਧ ਕਰਦੇ ਆ। ਪੰਛੀ ਇਹ ਬਹੁਤ ਜ਼ਿਆਦਾ, ਇਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਮਨ ਨੂੰ ਇੱਕ ਸਕੂਨ ਦਿੰਦੀਆਂ ਨੇ। ਫਿਰ ਇਹ ਗੋਦਾਵਰੀ ਦਾ ਵਗਦਾ ਹੋਇਆ ਦਰਿਆ ਇਸ ਨਗਰ ਦੇ ਸੁਹੱਪਣ ਨੂੰ 4 ਚੰਨ ਲਾਉਂਦਾ ਹੈ। ਇਹ ਸਤਿਯੁਗ ਦੀ ਵਸੀ ਹੋਈ ਨਗਰੀ ਹੈ। ਸਾਧ ਸੰਗਤ ਜੀ, ਹਜ਼ੂਰ ਦੇ ਪਵਿੱਤਰ ਅਸਥਾਨ ਦੀ ਮਹਿਮਾ ਇੱਕ ਰਸਨਾ ਨਾਲ ਕਹੀ ਨਹੀਂ ਜਾ ਸਕਦੀ। ਸੰਸਾਰ ਦੇ ਅੰਦਰ ਸਤਿਗੁਰਾਂ ਜੀ ਦੇ ਸਾਰੇ ਹੀ ਅਸਥਾਨ ਬੜੇ ਵਿਲੱਖਣ ਹੈ, ਪਰ ਇਹ ਮਹਾਰਾਜ ਦਾ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਬਹੁਤ ਅਦੁੱਤੀ ਹੈ। ਸਮੇਂ ਨਾਲ ਪ੍ਰਕਿਰਤੀ ਵਿੱਚ ਬਦਲਾਵ ਆਉਂਦਾ ਹੈ, ਪਰ ਮਨੁੱਖ ਨੂੰ ਚਾਹੀਦਾ ਹੈ, ਆਪਾਂ ਨੂੰ ਚਾਹੀਦਾ ਹੈ ਕਿ ਹਜ਼ੂਰ ਦੇ ਅਸਥਾਨ 'ਤੇ ਉਹੋ ਜਿਹੀ ਸ਼ਾਂਤੀ, ਉਹੋ ਜਿਹਾ ਸੁੱਖ ਦਾ ਮਾਹੌਲ ਇਹ ਬਣਿਆ ਰਹੇ। ਭਾਵੇਂ ਕਿ ਸਤਿਗੁਰੂ ਜੀ ਦੇ ਦੁਆਰੇ ਸੰਗਤਾਂ ਦੀਆਂ ਰੌਣਕਾਂ ਲੱਗਦੀਆਂ ਤੇ ਲੱਗਣਗੀਆਂ, ਇਹ ਸਦਾ ਲੱਗਦੀਆਂ ਰਹਿਣਗੀਆਂ, ਪਰ ਕੀ ਹੈ, ਗੁਰੂ ਘਰ ਆ ਕਰਕੇ ਸਤਿਗੁਰੂ ਦੇ ਹਜ਼ੂਰ ਬੈਠਣ ਦਾ ਸਲੀਕਾ ਜ਼ਰੂਰ ਸਿੱਖਣਾ, ਮਹਾਰਾਜ ਦੀ ਗੁਰਮਤਿ ਨੂੰ ਧਾਰਨ ਕਰਨਾ। ਤੇ ਸਦੀਆਂ ਤੋਂ ਸਤਿਗੁਰੂ ਜੀ ਦਾ ਇਹ ਪਵਿੱਤਰ ਅਸਥਾਨ ਪੰਥ ਦੇ ਅੰਦਰ ਬਹੁਤ ਗੁਰਸਿੱਖੀ ਦੀਆਂ, ਗੁਰਬਾਣੀ ਦੀਆਂ ਮਹਿਕਾਂ ਵੰਡਦਾ ਆ ਰਿਹਾ ਹੈ। ਸਾਧ ਸੰਗਤ ਜੀ, ਕਈ ਨਿੰਦਕ ਲੋਕ ਮਹਾਰਾਜ ਜੀ ਦੇ ਪਾਵਨ ਤਖਤ ਬਾਰੇ ਬਹੁਤ ਸਿੱਖ ਸੰਗਤਾਂ ਦੇ ਅੰਦਰ ਸ਼ੰਕੇ ਪੈਦਾ ਕਰਨਾ ਚਾਹੁੰਦੇ ਹੈ। ਆਪਾਂ ਉਹਨਾਂ ਨਿੰਦਕਾਂ ਨੂੰ ਸੰਬੋਧਨ ਹੋ ਕਰਕੇ ਉੱਤਰ ਨਹੀਂ ਦੇਣਾ, ਕਿਉਂਕਿ ਜਿਹਨੂੰ ਨਿਰੰਕਾਰ ਨਹੀਂ ਭੁਲਾ ਛੱਡਿਆ ਹੋਵੇ ਉਹਨੂੰ ਸੁੱਧ ਮੱਤ ਮਹਾਰਾਜ ਫਿਰ ਆਉਣ ਨਹੀਂ ਦਿੰਦੇ। ਆਪਾਂ ਤਾਂ ਭਾਈ ਸੰਗਤ ਨੂੰ ਕਿਸੇ ਪ੍ਰਕਾਰ ਦਾ ਕੋਈ ਮਨ 'ਚ ਭੁਲੇਖਾ ਨਾ ਰਹੇ, ਇਸ ਕਰਕੇ ਸੰਗਤਾਂ ਪ੍ਰਤੀ ਜ਼ਰੂਰ ਬੇਨਤੀਆਂ ਜਿਹੜੀਆਂ ਆਪਾਂ ਕਰਾਂਗੇ। ਅੱਜ ਦੀਨ ਦਿਆਲ ਸਤਿਗੁਰੂ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਧਾਰਨ ਦਾ ਦਿਨ ਹੈ। ਸਾਧ ਸੰਗਤ ਜੀ, ਅੱਜ ਦੇ ਦਿਨ ਪਹਿਰ ਰਾਤ ਦਾ ਵੇਲਾ ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੇ ਉਦਰ ਤੋਂ ਸੱਚੇ ਪਾਤਸ਼ਾਹ ਜੀ ਨੇ ਬਾਸਰ ਕੇ ਨਗਰ ਵਿਖੇ ਸਾਧ ਸੰਗਤ ਜੀ ਹਜ਼ੂਰ ਨੇ ਅਵਤਾਰ ਧਾਰਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਜੀਵਨ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਸਾਧ ਸੰਗਤ ਜੀ ਹੋਰ ਪੁਰਾਤਨ ਗ੍ਰੰਥਾਂ ਦੇ ਅੰਦਰ, ਭੱਟ ਬਹੀਆਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਬਹੁਤ ਵਿਲੱਖਣਤਾ ਇਤਿਹਾਸਕਾਰਾਂ ਨੇ ਲਿਖੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਏਡੀ ਲੰਬੇਰੀ ਆਜੂ ਸਤਿਗੁਰਾਂ ਜੀ ਨੇ ਸਰੀਰ ਕਰਕੇ ਭੋਗੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਆਏ।
ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਾਧ ਸੰਗਤ ਜੀ ਜੋ ਸ਼ਰਨ ਵਿੱਚ ਆਉਣ ਦਾ ਸਮਾਂ ਹੈ ਇਹ ਵਿਦਵਾਨਾਂ ਨੇ 72 ਸਾਲ ਦਾ ਲਿਖਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਆ ਸੱਚੇ ਪਾਤਸ਼ਾਹ ਜੀ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆਏ ਹੈ ਕੈਸੀ ਅਦੁੱਤੀ ਹਜ਼ੂਰ ਨੇ ਕਾਲਣਾ ਕਾਲੀ ਹੈ। ਕਹੇ ਜੀ ਮਹਾਰਾਜ ਜੀ ਨੇ ਸੇਵਾ ਕੀਤੀ ਹੈ। ਸਾਧ ਸੰਗਤ ਜੀ ਇਸ ਸੇਵਾ ਦੀ ਕਿਧਰੇ ਵੀ ਮਿਸਾਲ ਨਹੀਂ ਮਿਲਦੀ। ਆਪਾਂ ਤਾਂ ਇਹ ਸੁਣਦੇ ਹਾਂ ਕਿ ਮਹਾਰਾਜ ਹਜ਼ੂਰ ਗਾਗਰ ਢੋਈ 12 ਸਾਲ ਇਹ ਤਾਂ ਮਹਾਰਾਜ ਦਾ ਨਿਯਮ ਸੀ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਾ ਦਿਨ ਲੰਗਰ ਵਿੱਚ ਹਜ਼ੂਰ ਸੇਵਾ ਕਰਦੇ। ਜਿਸ ਅੰਮ੍ਰਿਤ ਦੀ ਜਿਸ ਲੰਗਰ ਦੀ ਗੱਲ ਸਤਿਗੁਰਾਂ ਜੀ ਦੀ ਬਾਣੀ ਵਿੱਚ ਵੀ ਹੈ ਕਿ ਗੁਰੂ ਅੰਗਦ ਸਾਹਿਬ ਦਾ ਇਹੋ ਜਿਹਾ ਲੰਗਰ ਵਰਤਦਾ ਸੀ ਕਿ ਰਸ ਅੰਮ੍ਰਿਤ ਖੀਰ ਘਿਆਲੀ। ਜਿੱਥੇ ਘਿਓ ਵਾਲੀ ਖੀਰ ਵਰਤਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੰਗਰ ਵਿੱਚ ਹਜ਼ੂਰ ਦੇ ਮਹਿਲ ਮਾਤਾ ਖੀਵੀ ਜੀ ਜੋ ਆਪ ਲੰਗਰ ਦੀ ਬੜੀ ਭਾਵਨਾ ਨਾਲ ਸੇਵਾ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਇਤਿਹਾਸ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨ ਸੱਜੇ ਚਰਨ ਦੇ ਅੰਗੂਠੇ ਵਿੱਚ ਕੋਹੜ ਦਾ ਚਿੰਨ੍ਹ ਹੋਣ ਕਰਕੇ ਉਹਦੀ ਬਾਬਤ ਮੈਂ ਅੱਗੇ ਵੀ ਬਹੁਤ ਵਾਰੀ ਸਾਧ ਸੰਗਤ ਜੀ ਜ਼ਿਕਰ ਆਇਆ ਹੈ। ਤੇ ਕਿਉਂਕਿ ਸ਼ੰਕਾਵਾਦੀਆਂ ਨੇ ਇਹਨਾਂ ਸਾਖੀਆਂ ਦੇ ਉੱਪਰ ਵੀ ਬੜੇ ਸ਼ੰਕੇ ਪ੍ਰਗਟਾਏ ਹੈ ਕਿ ਵੇਖੋ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੋਹੜ ਕਿਵੇਂ ਹੋ ਸਕਦਾ ਹੈ। ਇਹ ਸਾਧ ਸੰਗਤ ਜੀ ਜਦੋਂ ਆਪਣਾ ਇਤਿਹਾਸ ਨਾ ਪਤਾ ਹੋਵੇ ਪਿਛੋਕੜ ਨਾ ਪਤਾ ਹੋਵੇ ਇਹ ਵੀ ਚਿੰਨ੍ਹ ਰੱਖਣਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਗੁਰੂ ਨਾਨਕ ਸਾਹਿਬ ਪ੍ਰਤੀ ਪਿਆਰ ਹੈ। ਮਹਾਰਾਜ ਦੇ ਅੰਦਰ ਸਿੱਖੀ ਦਾ ਸਾਧ ਸੰਗਤ ਜੀ ਇਹ ਜਿਹੜਾ ਹੈ ਮਨ ਦੇ ਅੰਦਰ ਪ੍ਰੇਮ ਹੈ। ਭਾਈ ਬੇਨਤੀ ਹੈ ਮੇਰੇ ਸਾਹਮਣੇ ਤੁਸੀਂ ਪੱਖਾ ਚੱਲਦਾ ਜਾਂ ਕੀ ਹੈ ਬੈਠ ਜਾਓ। ਤੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਸੇਵਾ ਕੀਤੀ। ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਤਖਤ ਪ੍ਰਾਪਤ ਹੋਇਆ ਸੀਗਾ ਉਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਨਮਸਕਾਰ ਕੀਤੀ ਸੀ। ਸਾਧ ਸੰਗਤ ਜੀ ਜਦੋਂ ਮੱਥਾ ਟੇਕਿਆ ਸੀ ਨਾ ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਨ 'ਚ ਸੰਕਲਪ ਕੀਤਾ ਕਿ ਗੁਰੂ ਨਾਨਕ ਸਾਹਿਬ ਸਾਨੂੰ ਨਮਸਕਾਰ ਕੀਤੀ ਹੈ ਕਿਉਂਕਿ ਜੋਤ ਧਰਨੀ ਸੀ ਪ੍ਰਪਾਟੀ ਚਲਾਉਣੀ ਹੈ ਸੱਚੇ ਪਾਤਸ਼ਾਹ ਜੀ ਨੇ। ਤੇ ਫਿਰ ਸਾਧ ਸੰਗਤ ਜੀ ਇਉਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਮਸਕਾਰ ਕੀਤੀ ਤੇ ਹਜ਼ੂਰ ਨੇ ਸੰਕਲਪ ਕਰ ਲਿਆ ਕਿ ਸਾਡੇ ਇਸ ਸਰੀਰ ਨੂੰ ਕੋਹੜ ਹੋ ਜੇ ਜਿਸ ਨੂੰ ਮਹਾਰਾਜ ਮੱਥਾ ਟੇਕਿਆ ਹੈ। ਸਾਡੇ ਇਸ ਸਰੀਰ ਨੂੰ ਗੁਰੂਦੇਵ ਨੇ ਨਮਸਕਾਰ ਕੀਤੀ। ਇਉਂ ਜਦੋਂ ਸੰਕਲਪ ਕੀਤਾ ਤੇ ਹਜ਼ੂਰ ਦੇ ਸਾਰੇ ਸਰੀਰ ਤੇ ਕੋਹੜ ਹੋ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਸਮੇਂ ਇਹ ਬਚਨ ਕਹੇ ਸੀ ਭਾਈ ਪੁਰਖਾ ਅੱਜ ਤੋਂ ਬਾਅਦ ਤੁਸੀਂ ਜੋ ਵੀ ਸੰਕਲਪ ਕਰੋਗੇ ਉਸੇ ਸਮੇਂ ਸੱਤ ਹੋ ਜਾਵੇਗਾ। ਇਸ ਕਰਕੇ ਇਹੋ ਜਿਹਾ ਸੰਕਲਪ ਕੋਈ ਨਾ ਮਨ ਦੇ ਅੰਦਰ ਕਰਨਾ। ਮਹਾਰਾਜ ਜਦੋਂ ਆਪਦੀ ਦ੍ਰਿਸ਼ਟੀ ਨਾਲ ਤੱਕ ਕੇ ਕੋਹੜ ਮਿਟਿਆ ਤੇ ਹਜ਼ੂਰ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿਉਂਕਿ ਉਸ ਅੰਗੂਠੇ ਨਾਲ ਮਹਾਰਾਜ ਦਾ ਸੀਸ ਲੱਗ ਗਿਆ ਸੀਗਾ। ਮਹਾਰਾਜ ਆਖਿਆ ਸੱਚੇ ਪਾਤਸ਼ਾਹ ਸਾਡੀ ਬੇਨਤੀ ਹੈ ਕਿ ਮਹਾਰਾਜ ਇਸ ਅੰਗੂਠੇ ਵਿੱਚੋਂ ਮਹਾਰਾਜ ਇਹ ਚਿੰਨ੍ਹ ਨਾ ਹਟੇ। ਇਹ ਮਹਾਰਾਜ ਸਾਡੀ ਬੇਨਤੀ ਪ੍ਰਵਾਨ ਕਰੋ। ਇਹ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਹਜ਼ੂਰ ਨੇ ਰੱਖਿਆ ਸੀਗਾ। ਆਪਾਂ ਇਸ ਗੱਲ ਤੋਂ ਜਿਹੜੇ ਸਾਧ ਸੰਗਤ ਜੀ ਸ਼ਰਧਾਵਾਨ ਗੁਰਸਿੱਖ ਹੈ ਮਹਾਰਾਜ ਦੇ ਉੱਪਰ ਨਿਸ਼ਚਾ ਭਰੋਸਾ ਕਰਦੇ ਹੈ। ਸਤਿਗੁਰੂ ਜੀ ਇੱਕ ਤੱਕਣੀ ਜੋ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਮਹਾਰਾਜ ਸਾਹਿਬ ਜੀ ਇੱਕ ਦ੍ਰਿਸ਼ਟੀ ਹੀ ਪਾ ਦੇਣ ਤਾਂ ਰੋਗੀਆਂ ਦੇ ਰੋਗ ਮਹਾਰਾਜ ਚੱਕ ਦਿੰਦੇ ਸੱਚੇ ਪਾਤਸ਼ਾਹ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਕ ਰਾਤ ਜਦੋਂ ਮਹਾਰਾਜ ਬਰਾਜੇ ਹੋਏ ਸੀ ਗੁਰੂ ਅੰਗਦ ਸਾਹਿਬ ਜੀ ਇਹ ਹਜ਼ੂਰ ਦਾ ਰੋਜ਼ ਦਾ ਨਿਯਮ ਸੀ ਰਾਤ ਨੂੰ ਨਾ ਮਹਾਰਾਜ ਦਾ ਉਹ ਅੰਗੂਠਾ ਸਤਿਗੁਰੂ ਜੀ ਮੂੰਹ ਵਿੱਚ ਪਾ ਕਰਕੇ ਰੱਖਦੇ ਸੀਗੇ। ਹੁਣ ਸ਼ੰਕਾਵਾਦੀਆਂ ਨੂੰ ਇਹ ਵੀ ਹੈ ਕਿ ਉਹ ਜੀ ਅਖੇ ਵੇਖੋ ਜੀ
ਅੰਗੂਠਾ ਮੂੰਹ 'ਚ ਪਾਉਣਾ ਇਹ ਕੋਈ ਸੇਵਾ ਹੈ? ਸਾਧ ਸੰਗਤ ਜੀ, ਜਿਸ ਨੂੰ ਕਦੇ ਦਿਲ ਦਾ ਭਾਵ ਨਹੀਂ ਪ੍ਰਾਪਤ ਹੋਇਆ, ਗੁਰੂ ਸਾਹਿਬ ਨੇ ਕਦੇ ਪ੍ਰੀਤ ਦਾ ਰੰਚਕ ਮਾਤਰ ਕੋਈ ਅੰਸ਼ ਹੀ ਨਹੀਂ ਲਾਈ, ਉਹਨਾਂ ਨੂੰ ਕੀ ਪਤਾ ਹੈ ਕਿ ਸੇਵਾ ਕੀ ਹੁੰਦੀ ਹੈ। ਗੁਰੂਦੇਵ ਦੀ ਸੇਵਾ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨ ਆਪਣੇ ਪੈਰਾਂ ਵਰਗੇ ਜਿਹੜੇ ਸਮਝਦੇ ਆ ਉਹ ਤਾਂ ਜ਼ਰੂਰ ਸ਼ੰਕਾ ਕਰਨਗੇ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਚਰਨ, ਸਾਧ ਸੰਗਤ ਜੀ, ਉਹਨਾਂ ਤੋਂ ਵਧੇਕ ਹੋਰ ਪਵਿੱਤਰ ਕੀ ਹੋ ਸਕਦਾ ਹੈ। ਇੰਨੀ ਆਪਣੇ ਗੁਰੂਦੇਵ ਤੇ ਨਿਸ਼ਠਾ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਉਹ ਅੰਗੂਠਾ ਮਹਾਰਾਜ ਮੂੰਹ ਵਿੱਚ ਪਾ ਕੇ ਰੱਖਦੇ, ਗੁਰਮੈਸ਼ ਦਿੰਦੇ ਆਪਣੇ ਮੁਖ ਤੋਂ ਸੱਚੇ ਪਾਤਸ਼ਾਹ ਜੀ, ਤੇ ਜਿੰਨੀ ਉਹ ਪਾਕ ਜਿਹੜੀ ਸੀ ਮੁਖ ਵਿੱਚ ਆ ਜਾਂਦੀ, ਹਜੂਰ ਬਾਹਰ ਗਲਸ਼ ਕੇ ਆਉਂਦੇ। ਕਿੱਡੀ ਵੱਡੀ ਇਹ ਸਤਿਗੁਰੂ ਜੀ ਸੇਵਾ ਕੀਤੀ ਹੈ, ਨਹੀਂ ਤਾਂ ਆਮ ਸਾਧ ਸੰਗਤ ਜੀ ਗਲਾਨ ਕਰ ਜਾਂਦੇ। ਬਹੁਤਾ ਜ਼ਿਆਦਾ ਸਤਿਗੁਰਾਂ ਜੀ ਨੇ ਇੰਨੀ ਪ੍ਰੀਤ ਨਾਲ ਇਹ ਸੇਵਾ ਕੀਤੀ। ਇੱਕ ਰਾਤ ਇਉਂ ਸੰਕਲਪ ਕਰ ਲਿਆ ਸੀ ਕਿ ਸਾਡੀ ਸੇਵਾ ਦਾ ਕੀ ਲਾਭ ਹੈ ਮਨਾ, ਜੇ ਗੁਰੂਦੇਵ ਦੇ ਚਰਨ ਵਿੱਚ ਹੀ ਇਹ ਦਰਦ ਹੋਵੇ, ਕਿਉਂਕਿ ਮਹਾਰਾਜ ਕਦੇ ਕਦੇ ਆਪ ਦਾ ਚਰਨ ਮਹਾਰਾਜ ਦਰਦ ਨਾਲ ਝਾੜਿਆ ਕਰਦੇ ਸੀ, ਸੱਚੇ ਪਾਤਸ਼ਾਹ ਹਿਲਾਇਆ ਕਰਦੇ। ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਉਹ ਚਰਨ ਹਿਲਾਉਂਦਿਆਂ ਵੇਖ ਕੇ ਮਹਾਰਾਜ ਸੰਕਲਪ ਕੀਤਾ ਕਿ ਗੁਰੂਦੇਵ ਦੇ ਇਹ ਜਿਹੜਾ ਹੈ ਨਾ ਜ਼ਖਮ ਰਾਜੀ ਹੋ ਜੇ। ਉਹ ਜ਼ਖਮ ਰਾਜੀ ਹੋ ਗਿਆ। ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਕੇ ਵੇਖੋ ਇੰਨੀ ਸ਼ਕਤੀ ਆਈ ਹੈ। ਜਦੋਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਤੱਕਿਆ, ਹਜੂਰ ਕਹਿੰਦੇ ਭਾਈ ਪੁਰਖਾ, ਇਹ ਸੇਵਾ ਕਰਕੇ ਤੈਨੂੰ ਸ਼ਕਤੀ ਮਿਲੀ ਹੈ ਤੇ ਉਹ ਸ਼ਕਤੀ ਤੂੰ ਸਾਡੇ ਤੇ ਹੀ ਪਰਖਣ ਲੱਗ ਗਿਆ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਖਿਆ, ਸਤਿਗੁਰਾਂ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਸਾਥੋਂ ਆਪ ਜੀ ਦਾ ਇਹ ਦਰਦ ਨਹੀਂ ਸੀ ਵੇਖਿਆ ਜਾਂਦਾ, ਇਸ ਕਰਕੇ ਮਨ ਦੇ ਅੰਦਰ ਸੰਕਲਪ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪੁਰਖਾ, ਇਹ ਜਿਹੜਾ ਜ਼ਖਮ ਅਸੀਂ ਗੁਰੂ ਨਾਨਕ ਸਾਹਿਬ ਕੋਲੋਂ ਬੇਨਤੀ ਕਰਕੇ ਰੱਖਿਆ, ਸੱਚੇ ਪਾਤਸ਼ਾਹ ਆਖਿਆ ਕਿ ਭਾਈ ਦੁਬਾਰਾ ਇਸ ਨੂੰ ਰਾਜੀ ਕਰਨ ਦਾ ਮਨ ਵਿੱਚ ਖਿਆਲ ਨਾ ਕਰਿਓ। ਹਜੂਰ ਨੇ ਫਿਰ ਉਵੇਂ ਹੀ ਉਹ ਚਿੰਨ੍ਹ ਬਣਾ ਲਿਆ ਸੀਗਾ। ਭਾਵੇਂ ਵੇਖ ਲਓ, ਇਹ ਅਦੁੱਤੀ ਖੇਡ ਹੈ। ਹਜੂਰ ਦਾ ਪਵਿੱਤਰ ਦਰਸ਼ਨ ਕਰਕੇ ਕੋੜੀਆਂ ਦੇ ਕੋੜ ਟੁੱਟਦੇ ਸੀ। ਸੱਚੇ ਪਾਤਸ਼ਾਹ ਆਪਦੇ ਚਰਨਾਂ ਵਿੱਚ ਮਹਾਰਾਜ ਉਵੇਂ ਹੀ ਉਹ ਜ਼ਖਮ ਰੱਖਿਆ ਮਹਾਰਾਜ ਜੀ ਨੇ। ਇਹ ਤਾਂ ਸਾਧ ਸੰਗਤ ਜੀ, ਜਿਹਨੂੰ ਸਤਿਗੁਰੂ ਜੀ ਪ੍ਰੀਤ ਲਾਉਂਦੇ ਹੈ, ਸ਼ਬਦ ਦਾ ਪਿਆਰ ਜਿਹਨੂੰ ਮਨ ਦੇ ਅੰਦਰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਕੋਈ ਪ੍ਰਕਾਸ਼ ਮਿਲਦਾ ਹੈ, ਉਹ ਹੀ ਸਤਿਗੁਰਾਂ ਜੀ ਦੀਆਂ ਇਹ ਅਦੁੱਤੀ ਖੇਡਾਂ ਨੂੰ ਜਾਣ ਸਕਦਾ ਹੈ। ਸੰਸਾਰ ਦੇ ਤਲ ਤੇ, ਦਿਮਾਗ ਦੇ ਤਲ ਤੇ, ਪਦਾਰਥਵਾਦੀ ਯੁੱਗ ਵਿੱਚ ਜਿਉਣ ਵਾਲਾ ਮਨੁੱਖ ਇਹਨਾਂ ਗੱਲਾਂ ਨੂੰ ਨਹੀਂ ਜਾਣ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਐਡੀ ਘਾਲਣਾ ਘਾਲੀ। ਹਜੂਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ, ਆਪ ਜੀ ਨੂੰ ਗੁਰਿਆਈ ਤਖਤ ਮਹਾਰਾਜ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਦੇ ਉੱਪਰ ਵਿਰਾਜਮਾਨ ਹੋ ਕਰਕੇ ਮਹਾਰਾਜ ਜੀ ਨੇ ਬਹੁਤ ਸਾਧ ਸੰਗਤ ਜੀ ਸਿੱਖੀ ਦਾ ਡੰਕਾ ਹੀ ਖੜਕਾਤਾ ਸਾਰੇ ਭਾਰਤ ਵਰਸ਼ ਦੇ ਅੰਦਰ। ਭੱਟਾਂ ਨੇ ਬਾਣੀ ਦੇ ਅੰਦਰ ਕਿਹਾ, ਉੱਤਰ ਦੱਖਣ ਪੂਬ ਔਰ ਪশ্ਚਮ ਜੈ ਜੈਕਾਰ ਜਪੰਥ ਨਰਾ। ਮਹਾਰਾਜ ਸਭ ਉੱਤਰ ਦੱਖਣ ਪੂਰਬ ਪੱਛਮ ਮਹਾਰਾਜ ਤੁਹਾਡੇ ਨਾਮ ਦੀ ਜੈ ਜੈਕਾਰ ਦੇ ਡੰਕੇ ਵੱਜਦੇ। ਸੱਚੇ ਪਾਤਸ਼ਾਹ ਜੀ ਪਹਾੜ ਦੇਸ਼ ਤੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਨੁਯਾਈ ਹੋ ਗਿਆ। ਮਹਾਰਾਜ ਜੀ ਨੇ 22 ਸੂਬਿਆਂ ਵਿੱਚ 22 ਬ੍ਰਹਮ ਗਿਆਨੀ ਥਾਪ ਕੇ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਸਿੱਖੀ ਦੀ ਦੁਹਾਈ ਫੇਰ ਦਿੱਤੀ ਸਾਰੇ ਭਾਰਤ ਵਰਸ਼ ਦੇ ਅੰਦਰ। ਜਿਵੇਂ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ, ਉਹਦੇ ਸੂਬੇ ਥਾਪੇ ਹੁੰਦੇ, ਉਹ ਮਹਾਰਾਜ ਆਪ ਚੱਕਰਵਰਤੀ ਬਾਦਸ਼ਾਹ ਦੀ ਤਰ੍ਹਾਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਨੂੰ ਰਾਜਧਾਨੀ ਬਣਾਇਆ। ਹਜੂਰ ਤਖਤ ਤੇ ਵਿਰਾਜਦੇ। ਐਸਾ ਗੁਰੂ ਨਾਨਕ ਸਾਹਿਬ ਦਾ ਇਹ ਅਦੁੱਤੀ ਗੁਰਤਾ ਗੱਦੀ ਦਾ ਤਖਤ, ਜਿਸ ਦੇ ਅੱਗੇ ਅਕਬਰ ਵਰਗੇ ਬਾਦਸ਼ਾਹ ਵੀ ਕੂਣੀਆਂ ਤੱਕ ਹੱਥ ਜੋੜ ਕੇ ਸਜਦੇ ਕਰਦੇ ਤੇ ਆਪਣੇ ਕੋਲੋਂ ਭੇਟਾਵਾਂ ਅਰਪਣ ਕਰਨ ਲਈ ਤਰਲੇ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਅੱਗੇ। ਸਤਿਗੁਰੂ ਜੀ ਇੰਨੀ ਨਿਰਵਿਰਤੀ ਵਿੱਚ ਮਹਾਰਾਜ ਜੀ ਰਹਿੰਦੇ ਸੀ ਕਿ ਗੁਰੂਦੇਵ ਗੁਰੂ ਅੰਗਦ ਸਾਹਿਬ ਦੇ ਵਾਕ ਨੇ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਇੰਨਾ ਸਤਿਗੁਰਾਂ ਨੇ ਨਿਵਰਤੀ ਵਾਲਾ ਜੀਵਨ ਬਤੀਤ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਦਿਨ ਵਿੱਚ ਰਸਤ ਲੱਗ ਜੇ ਨਾ ਲੰਗਰ ਵਿੱਚ, ਓਨੀ ਗ੍ਰਹਿਣ ਕਰਦੇ।
ਬਾਕੀ ਰਾਤ ਨੂੰ ਤਾਂ ਪਾਣੀ ਦੇ ਘੜੇ ਵੀ ਹਜੂਰ ਮੂਧੇ ਕਰਵਾ ਦਿੰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਸ ਦੁਆਰੇ ਦੇ ਅੱਗੇ ਸਾਧ ਸੰਗਤ ਜੀ ਰਸਤਾਂ ਦੇ ਗੱਡੇ ਭਰ ਭਰ ਕੇ ਲੋਕ ਲੈ ਲੈ ਕੇ ਖਲੋਤੇ ਰਹਿੰਦੇ ਤੇ ਆਪਸ ਵਿੱਚ ਜਿਹੜਾ ਸੀ ਉਹਨਾਂ ਦੀ ਹੁੰਦੀ ਕਿ ਮੇਰੀ ਵਾਰੀ ਹੈ, ਸਾਡੀ ਵਾਰੀ ਹੈ। ਮਹਾਰਾਜ ਵਾਰੀ ਸਿਰ ਉਹਨਾਂ ਦੀ ਰਸਤ ਸਤਿਗੁਰੂ ਜੀ ਗ੍ਰਹਿਣ ਕਰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਨੂੰ ਬਹੁਤ ਭਾਰੀ ਰੌਣਕਾਂ ਮਹਾਰਾਜ ਬਖਸ਼ਿਸ਼ ਕੀਤੀਆਂ। ਇੱਕ ਤਾਂ ਇਹ ਜਿਹੜੀ ਸਾਧ ਸੰਗਤ ਜੀ ਹੁਣ ਤਾਂ ਉਹ ਸੜਕ ਮੁੱਖ ਨਹੀਂ ਰਹਿ ਗਈ, ਦਿੱਲੀ ਤੇ ਲਾਹੌਰ ਦਾ ਮੁੱਖ ਮਾਰਗ ਸੀਗਾ ਇਹ। ਵੱਡਾ ਪੱਤਣ ਸਾਧ ਸੰਗਤ ਜੀ ਇਹ ਪੈਂਦਾ ਸੀਗਾ ਬਿਆਸ ਦਾ, ਤੇ ਬਾਦਸ਼ਾਹੀ ਫੌਜਾਂ ਵੀ ਤੇ ਤਕਰੀਬਨ ਹੋਰ ਵੀ ਆਵਾਮ ਜਿਹੜਾ ਇੱਧਰ ਦੀ ਆਵਾਜਾਈ ਬਹੁਤ ਜ਼ਿਆਦੀ ਸੀਗੀ। ਤੇ ਰਸਤੇ ਵਿੱਚ ਹੁਣ ਤੁਰਦਿਆਂ ਥਕਾਵਟ ਹੋਣੀ, ਰਾਤ ਨੂੰ ਵਿਸ਼ਰਾਮ ਕਰਨ ਦੀ ਲੋੜ ਪੈਣੀ, ਲੰਗਰ ਦੀ ਜ਼ਰੂਰਤ ਪੈਣੀ। ਹਜੂਰ ਦਾ ਇਹ ਅਸਥਾਨ ਐਸਾ ਅਦੁੱਤੀ ਸੀ, ਇੱਥੇ ਬਾਦਸ਼ਾਹੀ ਫੌਜਾਂ ਨੇ ਵੀ ਆ ਕੇ ਆਰਾਮ ਕਰਨਾ ਤੇ ਲੰਗਰ ਚੋਂ ਲੰਗਰ ਛਕਣਾ, ਨਾਲੇ ਰਾਤ ਕੱਟ ਲੈਣੀ। ਇਉਂ ਰਾਹਗੀਰਾਂ ਨੂੰ ਤਾਂ ਬਾਹਲਾ ਹੀ ਸੁੱਖ ਸੀਗਾ। ਤੇ ਫਿਰ ਇਹਦਾ ਸਾਧ ਸੰਗਤ ਜੀ ਫਲਸਰੂਪ ਗੁਰੂ ਮਹਾਰਾਜ ਦੇ ਦਰਸ਼ਨ ਹੋਣੇ। ਸਤਿਗੁਰੂ ਜੀ ਦੇ ਅਦੁੱਤੀ ਦਰਬਾਰ ਵਿੱਚ ਜਦੋਂ ਜਾਣਾ, ਵੇਖ ਕੇ ਮਨ ਹੀ ਮੋਹਿਆ ਜਾਣਾ। ਐਡਾ ਭਾਰਾ ਸਿੱਖੀ ਦਾ ਪ੍ਰਚਾਰ ਹੋਇਆ ਕਿ ਬਾਦਸ਼ਾਹ ਦੇ ਕੰਨ ਜਿਹੜੇ ਸੀ ਚੁਗਲਖੋਰਾਂ ਨੇ ਭਰੇ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕੋਈ ਮਰਿਆਦਾ ਹੀ ਨਹੀਂ ਰਹਿਣ ਦਿੱਤੀ। ਬਹੁਤ ਬ੍ਰਾਹਮਣਾ ਈਰਖਾ ਕੀਤੀ ਸੀ ਕਿ ਮਹਾਰਾਜ ਵੇਖੋ ਆਪਣੀ ਬਾਣੀ ਰਚੀ ਜਾਂਦੇ ਜਦੋਂ ਵੇਦਾਂ ਦੀ ਬਾਣੀ ਹੈ। ਫਿਰ ਗੰਗਾ ਤੀਰਥ ਤੇ ਨਹਾਉਣ ਨੂੰ ਨਹੀਂ ਪ੍ਰੇਰਦੇ, ਬੌਲੀ ਸਾਹਿਬ ਵੱਖਰਾ ਰਚ ਲਿਆ ਹੈ। ਫਿਰ ਕੋਈ ਵਰਨ ਆਸ਼ਰਮ ਨਹੀਂ ਰਹਿਣ ਤਾਂ ਇੱਕੇ ਥਾਂ ਤੇ ਕਹਿੰਦੇ ਲੰਗਰ ਛਕੋ ਸਾਰਿਆਂ ਨੂੰ। ਇਹੋ ਜਿਹੀਆਂ ਬਹੁਤ ਜ਼ਿਆਦੀਆਂ ਸ਼ਿਕਾਇਤਾਂ ਬ੍ਰਾਹਮਣਾਂ ਨੇ ਲਾਈਆਂ ਮਹਾਰਾਜ ਜੀ ਦੀਆਂ। ਸਤਿਗੁਰਾਂ ਜੀ ਨੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਭੇਜਿਆ ਸੀਗਾ। ਸਤਿਗੁਰਾਂ ਜੀ ਨੇ ਲਾਹੌਰ ਤੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭ ਦੇ ਸ਼ੰਕਿਆਂ ਦੇ ਉੱਤਰ ਦਿੱਤੇ। ਗਰੀਬ ਨਿਵਾਜ ਜੀ ਨੇ ਫਿਰ ਬਾਦਸ਼ਾਹ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਨੂੰ ਬੇਨਤੀ ਕਰੋ ਜੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ ਤੇ ਆਉਣ ਤੇ ਨਾਲੇ ਇਹਨਾਂ ਸ਼ੰਕਾਵਾਦੀਆਂ ਦੇ ਸ਼ੰਕੇ ਹਟਣ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਖਿਆ ਕਿ ਬਾਦਸ਼ਾਹ ਅਸੀਂ ਬੇਨਤੀ ਕਰਾਂਗੇ, ਸਤਿਗੁਰਾਂ ਜੀ ਦੀ ਮਰਜ਼ੀ ਹੈ, ਜਿਵੇਂ ਮਹਾਰਾਜ ਜੀ ਨੂੰ ਭਾਏਗਾ, ਪਰ ਅਸੀਂ ਬੇਨਤੀ ਜ਼ਰੂਰ ਕਰਾਂਗੇ। ਗੁਰੂ ਰਾਮਦਾਸ ਸਾਹਿਬ ਜਦੋਂ ਆ ਕੇ ਬੇਨਤੀ ਕੀਤੀ, ਹਜੂਰ ਬਾਦਸ਼ਾਹ ਨੇ ਉਹ ਬੇਨਤੀ ਕੀਤੀ ਹੈ ਕਿ ਮੈਂ ਮਹਾਰਾਜ ਜੀ ਆਪ ਤੀਰਥਾਂ ਤੇ ਆਓ ਤੇ ਜਿਹੜਾ ਜੇਜੀਆ ਟੈਕਸ ਹੈ ਨਾ ਉਹ ਉਠਾ ਦਿਆਂਗਾ ਸਾਰਾ। ਸਾਧ ਸੰਗਤ ਜੀ ਜਿੰਨੇ ਵੀ ਹਿੰਦੂ ਮੰਦਰ ਤੀਰਥ ਸਨ ਨਾ, ਉਹਨਾਂ ਦੇ ਉੱਤੇ ਇਸ਼ਨਾਨ ਕਰਨਾ, ਉਹਨਾਂ ਦੇ ਉੱਤੇ ਜਾ ਕੇ ਪੂਜਾ ਪਾਠ ਕਰਨਾ, ਤੀਰਥ ਯਾਤਰਾ ਕਰਨੀ, ਮੁਗਲ ਸਾਮਰਾਜ ਦੇ ਵੇਲੇ ਟੈਕਸ ਲੱਗਿਆ ਹੁੰਦਾ ਸੀ ਜਿਹਦਾ ਨਾਮ ਜੇਜੀਆ ਟੈਕਸ ਸੀਗਾ। ਤੇ ਜਿਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿਆਰੀ ਕੀਤੀ ਨਾ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਸਾਧ ਸੰਗਤ ਜੀ ਹੁਣ ਗੁਰਬਾਣੀ ਦੀ ਗਵਾਹੀ ਹੈ। ਤੇ ਨਿੰਦਕ ਲੋਕ ਜਦੋਂ ਨਾ ਇਹਨਾਂ ਨੂੰ ਅੱਗੋਂ ਗੁਰਬਾਣੀ ਦਾ ਪ੍ਰਮਾਣ ਮਿਲਦਾ ਨਾ, ਫਿਰ ਚੁੱਪ ਕਰ ਜਾਂਦੇ ਆ ਕਿ ਹੁਣ ਕੀ ਕਹੀਏ ਅੱਗੇ, ਕਿਉਂਕਿ ਸਿੱਖ ਸੰਗਤਾਂ ਵਿੱਚ ਨਵੇਂ ਤੋਂ ਨਵਾਂ ਭੁਲੇਖਾ ਪਾਉਣ ਦਾ ਇਹਨਾਂ ਦਾ ਯਤਨ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਤੀਰਥਾਂ ਤੇ ਨਹੀਂ ਗਏ, ਮਹਾਰਾਜ ਨੂੰ ਉੱਥੇ ਜਾਣ ਦੀ ਕੀ ਲੋੜ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਜਦੋਂ ਆਪ ਗਏ ਸੀਗੇ ਤੇ ਗੁਰੂਦੇਵ ਮਹਾਰਾਜ ਜਦੋਂ ਗਏ ਹੈ ਤੇ ਉਦੋਂ ਮਹਾਰਾਜ ਕੀ ਹੋਇਆ ਹੈ? ਹਜੂਰ ਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਾਰਾ ਸ਼ਬਦ ਗੁਰਬਾਣੀ ਦੇ ਅੰਦਰ ਤੇ ਲੜੀਵਾਰ ਕਥਾ ਵਿੱਚ ਸਤਸੰਗੀਆਂ ਨੇ ਉਹਦੇ ਅਰਥ ਸੁਣੇ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਧ ਸੰਗਤ ਜੀ ਤੀਰਥਾਂ ਤੇ ਜਦੋਂ ਮਹਾਰਾਜ ਜਾਣਾ ਕੀਤਾ ਨਾ, ਤੇ ਹਜੂਰ ਦੇ ਜਦੋਂ ਜਿਹੜੇ ਉਹ ਜੇਜੀਆ ਟੈਕਸ ਲਾਉਣ ਵਾਲੇ ਜਿਵੇਂ ਬੈਰੀਅਰ ਲਾਏ ਹੁੰਦੇ, ਐਵੇਂ ਉਹਨਾਂ ਰੋਕਾਂ ਲਾਈਆਂ ਹੋਈਆਂ ਸੀਗੀਆਂ। ਤੇ ਅਕਬਰ ਨੇ ਕਹਿਤਾ ਸੀਗਾ ਕਿ ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੈ ਤੇ ਉਹਨੂੰ ਬਈ ਇਹ ਟੈਕਸ ਨਾ ਲਾਇਆ ਜਾਵੇ। ਟੈਕਸ ਜੇਜੀਆ ਟੈਕਸ ਜਿਹੜਾ ਸੀ ਨਾ, ਉਹ ਭਾਵੇਂ ਕਿ ਪਹਿਲਾਂ ਅਕਬਰ ਨੇ ਮਹਾਰਾਜ ਦੇ ਕਿਹਾ ਵੀ ਸਿੱਖਾਂ ਨੂੰ ਕੋਈ ਟੈਕਸ ਨਾ ਲਾਇਆ ਜਾਵੇ, ਤੇ ਉਹਨਾਂ ਜਿਹੜੇ ਟੈਕਸ ਗਰਾਉਣ ਵਾਲੇ ਸੀ ਉਹਨਾਂ ਆਖਿਆ ਵੀ ਹੁਣ ਇਹ ਪਰਖ ਕੀ ਕਰੀਏ, ਕਿਉਂਕਿ ਸਾਰੀ ਹੀ ਲੁਕਾਈ ਭੱਜ ਕੇ ਗੁਰੂ ਅਮਰਦਾਸ ਸਾਹਿਬ ਦੇ ਪਿੱਛੇ ਹੀ ਪੈ ਗਈ।
ਜਿਹੜਾ ਕੋਈ ਕਹੇ ਮੈਂ ਮਹਾਰਾਜ ਦਾ ਸਿੱਖ ਹਾਂ, ਅੱਜ ਭਾਵੇਂ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਦੇ ਆ, ਕਦੇ ਕਹਿਣਾ ਪਿਆ ਸੀ ਸਾਰੇ ਭਾਰਤ ਵਰਸ਼ ਨੂੰ ਕਿ ਅਸੀਂ ਗੁਰੂ ਅਮਰਦਾਸ ਸਾਹਿਬ ਦੇ ਸਿੱਖ ਹਾਂ। ਤੇ ਜਦੋਂ ਸਾਧ ਸੰਗਤ ਜੀ ਉਹਨਾਂ ਨੂੰ ਪਹਿਚਾਣ ਨਾ ਆਵੇ, ਉਹ ਕਹਿੰਦੇ ਬਈ ਮੂਲ ਮੰਤਰ ਜਿਹੜਾ ਪੂਰਾ ਸੁਣਾ ਦੇ ਉਹਨੂੰ ਛੱਡੋ, ਜਿਹਨੂੰ ਮੂਲ ਮੰਤਰ ਨਾ ਆਵੇ ਉਹ ਸਮਝੋ ਸਿੱਖ ਨਹੀਂ ਹੈ। ਤੇ ਸਾਰੇ ਭਾਰਤ ਵਰਸ਼ ਨੇ ਮੂਲ ਮੰਤਰ ਕੰਠ ਕਰ ਲਿਆ ਸੀ ਉਦੋਂ ਮਹਾਰਾਜ ਦੇ ਸਿੱਖ ਹੋਣ ਤੋਂ, ਵੀ ਹੁਣ ਸਾਨੂੰ ਟੈਕਸ ਨਾ ਦੇਣਾ ਪਵੇ। ਚਾਹੇ ਲਾਲਚਵਾਸੀ ਕੀਤਾ, ਮਹਾਰਾਜ ਦਾ ਮੰਤਰ ਤਾਂ ਫਿਰ ਵੀ ਭਲਾ ਹੀ ਕਰਦਾ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਹਨਾਂ ਨੂੰ ਉਹ ਪੁੱਛਿਆ ਕਰਨ ਮੂਲ ਮੰਤਰ ਆਉਂਦਾ, ਉਹ ਸੁਣਾ ਦਿਆ ਕਰਨ ਤੇ ਫਿਰ ਉਹ ਛੱਡ ਦਿਆ ਕਰਨ। ਉਹ ਬੈਰੀਅਰ ਵਾਲੇ ਜਿਹੜੇ ਰੋਕਾਂ ਵਾਲੇ ਸੀ, ਉਹ ਆਪਣੀਆਂ ਗੋਲਕਾਂ ਹੀ ਭੰਨ ਕੇ ਉੱਠ ਕੇ ਤੁਰ ਪਏ ਵੀ ਕਿਸੇ ਨਹੀਂ ਦਮੜਾ ਪਾਉਣਾ ਅੱਜ। ਇਹ ਤਾਂ ਗੁਰੂ ਸਾਹਿਬ ਦੇ ਭੱਜ ਕੇ ਸਾਰੇ ਪਿੱਛੇ ਹੀ ਪੈ ਗਏ ਕਿ ਅਸੀਂ ਮਹਾਰਾਜ ਦੇ ਸਿੱਖ ਹਾਂ। ਉਹ ਸਤਿਗੁਰਾਂ ਨੇ ਤੀਰਥਾਂ ਤੇ ਚਰਨ ਪਾਏ, ਫਿਰ ਉੱਥੇ ਬੜੇ ਬੜੇ ਪੰਡਤ ਵਿਦਵਾਨ ਮਹਾਰਾਜ ਦੇ ਕੋਲ ਗ੍ਰੰਥ ਖੋਲ ਕੇ ਆ ਗਏ। ਮਹਾਰਾਜ ਆਹ ਕੀ ਹੈ, ਉਹ ਕੀ ਹੈ, ਪ੍ਰਸ਼ਨ ਕੀਤੇ। ਹਜੂਰ ਨੇ ਸਭ ਦੇ ਹੀ ਜਿਹੜੇ ਸੀ ਪ੍ਰਸ਼ਨਾਂ ਦੇ ਉੱਤਰ ਦੇ ਕੇ ਮਹਾਰਾਜ ਉਹਨਾਂ ਨੂੰ ਨਿਰੁੱਤਰ ਕੀਤਾ। ਮਹਾਰਾਜ ਦਾ ਕੁਰੂਕਸ਼ੇਤਰ ਵਿੱਚ ਵੀ ਸਥਾਨ ਵਿਦਿਮਾਨ ਹੈ ਜਿੱਥੇ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਚਰਨ ਪਾਏ। ਗੰਗਾ ਤੇ ਜਿੱਥੇ ਮਹਾਰਾਜ ਗਏ ਉੱਥੇ ਸਥਾਨ ਵਿਦਿਮਾਨ ਮਹਾਰਾਜ ਸਾਹਿਬ ਜੀ ਦਾ। ਉਹ ਸਤਿਗੁਰਾਂ ਨੇ ਤੀਰਥਾਂ ਨੂੰ ਵੀ ਚਰਨ ਪਾ ਕੇ ਪਵਿੱਤਰ ਕੀਤਾ। ਤੇ ਅੱਜ ਸਾਧ ਸੰਗਤ ਜੀ ਭਾਵੇਂ ਭਾਰਤ ਵਰਸ਼ ਦੇ ਕਈ ਇਤਿਹਾਸਕਾਰਿਓਂ ਲਿਖੀ ਜਾਂਦੇ ਹੈ ਕਿ ਇੱਕ ਯੋਧਾ ਅਖੇ ਰਾਜਪੂਤ ਰਾਣੀ ਹੋਈ ਹੈ, ਉਹਨੇ ਅਕਬਰ ਨੂੰ ਕਹਿ ਕੇ ਜੇਜੀਆ ਟੈਕਸ ਚੁਕਵਾਇਆ ਸੀਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਹੋਈ ਗਵਾਹੀ ਉਹਨਾਂ ਨੂੰ ਭੁੱਲ ਹੀ ਗਈ। ਆਪਣਾ ਇਤਿਹਾਸ ਸਿਰਜ ਲਿਆ। ਕਈ ਇਤਿਹਾਸਕਾਰ ਤਾਂ ਕਹਿੰਦੇ ਉਹ ਯੋਧਾ ਨਾਮ ਦੀ ਰਾਣੀ ਹੋਈ ਹੈ ਨਹੀਂ। ਤੇ ਜੋ ਸਤਿਗੁਰੂ ਜੀ ਦੀ ਗਵਾਹੀ ਹੈ ਬਾਣੀ ਦੀ ਕਿ ਜੇਜੀਆ ਟੈਕਸ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਚੁਕਵਾਇਆ ਸੀ, ਜਿਨ੍ਹਾਂ ਨੂੰ ਕਦੇ ਤੀਰਥ ਤੇ ਨਹਾਉਣ ਨੂੰ, ਮੰਦਿਰ 'ਚ ਦਰਸ਼ਨ ਕਰਨ ਨੂੰ ਟੈਕਸ ਦੇਣਾ ਪੈਂਦਾ ਸੀਗਾ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਨੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਅਸਥਾਨ ਤੇ ਸਤਿਗੁਰਾਂ ਜੀ ਨੇ ਬਹੁਤ ਮਹਾਰਾਜ ਰੋਗੀਆਂ ਦੇ ਰੋਗ ਕੱਟੇ। ਅਦੁੱਤੀ ਲੰਗਰ ਮਹਾਰਾਜ ਚਲਾਇਆ। ਸਤਿਗੁਰਾਂ ਜੀ ਨੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਦਾ ਸਤਿਗੁਰਾਂ ਜੀ ਨੇ ਇਹ ਸ਼੍ਰੀ ਮੁਖਵਾਕ ਆਪਣੇ ਸ਼੍ਰੀ ਕੰਠ ਤੋਂ ਕਿਹਾ। ਅਕਬਰ ਵਰਗਿਆਂ ਨੂੰ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਣਾ ਪਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ 72 ਪੀੜੇ ਮਾਈਆਂ ਨੂੰ ਥਾਪ ਕੇ ਭਾਰੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ। ਬੜੇ ਬੜੇ ਮੁਸਲਮਾਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਦਿੱਤਾ। ਬੜੇ ਬੜੇ ਵਿਦਵਾਨ ਜਿਹੜੇ ਸੀ ਬੇਣੀ ਪ੍ਰਸਾਦ ਵਰਗੇ ਪੰਡਤ ਬ੍ਰਹਮ ਗਿਆਨੀ ਕਰ ਦਿੱਤੇ ਸੱਚੇ ਪਾਤਸ਼ਾਹ ਨੇ, ਜਿਹੜੇ ਐਵੇਂ ਗ੍ਰੰਥਾਂ ਦਾ ਭਾਰ ਹੀ ਚੱਕੀ ਫਿਰਦੇ ਸੀ, ਹੰਕਾਰ ਕਰਦੇ ਸੀਗੇ। ਸਤਿਗੁਰਾਂ ਜੀ ਨੇ ਆਤਮਿਕ ਪ੍ਰੇਮੀ ਬਣਾ ਦਿੱਤਾ, ਬ੍ਰਹਮ ਰਸ ਦੇ ਕੇ ਨਿਹਾਲ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਹਜੂਰ ਨੇ ਆਪਣੀ ਉਮਰ ਤੇ ਗੁਰਿਆਈ ਤਖਤ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਹਜੂਰ ਨੇ ਗੋਇੰਦਵਾਲ ਸਾਹਿਬ ਦੇ ਅੰਦਰ ਜੋਤੀ ਜੋਤ ਸਮਾਉਣਾ ਕੀਤਾ। ਇਹ ਸੰਖੇਪ ਰੂਪ ਵਿੱਚ ਸਾਧ ਸੰਗਤ ਜੀ ਅੱਜ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ ਹੋਣ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦਾ, ਕਿਉਂਕਿ ਮਹਾਰਾਜ ਦੇ ਜੀਵਨ ਦੀ ਕਥਾ ਤਾਂ ਅਕਥ ਹੈ। ਇਹ ਆਤਮਿਕ ਗਿਆਨੀਆਂ ਨੇ ਕਹੀ ਹੈ, ਅਸੀਂ ਅਲਪੱਗਾਂ ਕੀ ਕਹਿਣਾ, ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਮਹਾਰਾਜ ਇੱਕ ਜੀਭਾ ਨਾਲ ਤੁਹਾਡੀ ਕਥਾ ਕੀ ਕਹੀ ਜਾ ਸਕਦੀ ਹੈ। ਤੇ ਭੱਟਾਂ ਨੇ ਤਾਂ ਕਿਹਾ, ਮਹਾਰਾਜ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੱਚੇ ਪਾਤਸ਼ਾਹ ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਅਵਤਾਰ ਗੁਰਪੁਰਬ ਹੈ। ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ। ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਨੂੰ ਆਪ ਦੀ ਸਿੱਖੀ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਜੋ ਆਪ ਜੀ ਨੇ ਉਪਦੇਸ਼ ਦਿੱਤਾ, ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗਾ ਰਾਖ ਕਹਿ, ਉਬੀ ਸੇਵ ਕਰੇ। ਇਵੇਂ ਮਹਾਰਾਜ ਅਸੀਂ ਸੇਵਾ ਕਰ ਸਕੀਏ। ਹਜੂਰ ਨੇ ਫਿਰ ਕਿਹਾ, ਇਉਂ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਮਹਾਰਾਜ ਇਉਂ ਆਪਣੇ ਸਿੱਖ ਪੰਥ ਨੂੰ, ਆਪਣੇ ਖਾਲਸਾ ਪੰਥ ਨੂੰ ਮਹਾਰਾਜ ਰਾਜ ਭਾਗ ਬਖਸ਼ੋ, ਇਹ ਗੁਣ ਬਖਸ਼ੋ ਸੱਚੇ ਪਾਤਸ਼ਾਹ। ਇਹ ਹਜੂਰ ਦੇ ਚਰਨਾਂ 'ਚ ਭਾਈ ਬੇਨਤੀਆਂ ਕਰੀਏ। ਤੋ ਸਾਧ ਸੰਗਤ ਜੀ, ਲੜੀਵਾਰ ਕਥਾ
ਅੱਜ ਥੋੜ੍ਹਾ ਵਿਰਾਮ ਦੇ ਕੇ ਮਰਜ਼ਾਦਾ ਪੂਰੀ ਕਰਾਂਗੇ। ਤਖ਼ਤ ਸਾਹਿਬ ਜੀ ਦੀ ਬਾਬਤ ਜਿਹੜੇ ਆ ਭੁਲੇਖੇ ਪਾਏ ਜਾ ਰਹੇ ਆ ਬਹੁਤ ਜ਼ਿਆਦਾ। ਜਿਵੇਂ ਇੱਥੋਂ ਦੀ ਮਰਜ਼ਾਦਾ ਨੂੰ ਲੈ ਕਰਕੇ ਕਿ ਇੱਥੇ ਜੀ ਅਖੇ ਸਭ ਤੋਂ ਪਹਿਲਾਂ ਤਾਂ ਬੱਕਰਾ ਵੱਢਿਆ ਜਾਂਦਾ, ਉਹਦੀ ਬਲੀ ਦੀ ਬਾਬਤ ਉਹਨਾਂ ਨੇ ਸ਼ੰਕਾ ਕੀਤਾ ਹੈ। ਅਤੇ ਸੰਗਤਾਂ ਵਿੱਚ ਸਾਧ ਸੰਗਤ ਜੀ ਭਾਵੇਂ ਕਿ ਦਾਸ ਬਾਹਰਲੇ ਦੇਸ਼ਾਂ ਵਿੱਚ ਵਿਚਰਦਾ ਹੈ, ਜਦੋਂ ਤਖ਼ਤ ਸਾਹਿਬ ਤੋਂ ਮੈਂ ਛੁੱਟੀ ਲੈ ਕਰਕੇ ਜਾਵਾਂ ਅਤੇ ਇਹ ਜ਼ਰੂਰੀ ਹੈ ਕਿ ਤਖ਼ਤ ਸਾਹਿਬ ਵੱਲੋਂ ਕੋਈ ਵੀ ਨੁਮਾਇੰਦਾ ਬਾਹਰਲਿਆਂ ਦੇਸ਼ਾਂ ਵਿੱਚ ਨਹੀਂ ਕਦੇ ਪਹਿਲਾਂ ਵਿਚਰਿਆ, ਜਿਸ ਕਰਕੇ ਕਈ ਸ਼ਰਾਰਤੀ ਅਨਸਰ ਜਿਹੜੇ ਹੈ ਉਹਨਾਂ ਨੂੰ ਬਹੁਤ ਇਸ ਗੱਲ ਦਾ ਮੌਕਾ ਮਿਲਿਆ ਕਿ ਤਖ਼ਤ ਸਾਹਿਬ ਦਾ ਜਿਹੜਾ ਨਾ ਗਲਤ ਢੰਗ ਨਾਲ ਸੰਗਤਾਂ ਵਿੱਚ ਪ੍ਰਚਾਰ ਜਿਹੜਾ ਉਹ ਕੀਤਾ ਜਾਵੇ। ਬੋਰਡ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕੋਈ ਜਿਹੜੇ ਹੈ ਨੁਮਾਇੰਦੇ ਵਜੋਂ ਜਿਵੇਂ ਹੋਰ ਅਸਥਾਨਾਂ ਤੋਂ ਸਿੱਖ ਸੰਗਤਾਂ ਵਿੱਚ ਜਿਹੜਾ ਹੈ ਉਹ ਸਾਧ ਸੰਗਤ ਜੀ ਪ੍ਰਚਾਰ ਹੁੰਦਾ ਹੈ, ਗੁਰਸਿੱਖ ਵਿਦਵਾਨ ਵਿਚਰਦੇ ਹੈ, ਇਉਂ ਤਖ਼ਤ ਸਾਹਿਬ ਵੱਲੋਂ ਵੀ ਜ਼ਰੂਰ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ। ਅਤੇ ਫਿਰ ਉਹਨਾਂ ਦਾ ਸ਼ੰਕਾ ਹੈ ਕਿ ਤਿਲਕ ਕਿਉਂ ਲਾਇਆ ਜਾਂਦਾ ਹੈ, ਅਤੇ ਉਹ ਇਹ ਜਿਹੜੀ ਹੈ ਸ਼ੰਕਾ ਪ੍ਰਗਟ ਕਰਦੇ ਹੈ, ਸਿੱਖ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਕਹਿੰਦੇ ਜੀ ਜਿਹੜੇ ਹੈ ਟੱਲ ਉਹ ਕਿੱਥੇ ਵੱਜਦੇ ਆ, ਅਖੇ ਜੀ ਮੰਦਰਾਂ 'ਚ, ਅਤੇ ਫਿਰ ਹਜ਼ੂਰ ਸਾਹਿਬ ਟੱਲੀਆਂ ਵੱਜਦੀਆਂ ਅਤੇ ਕਿਹਨਾਂ ਨਾਲ ਮਰਜ਼ਾਦਾ ਰਲਦੀ ਹੈ, ਅਖੇ ਜੀ ਮੰਦਰਾਂ ਨਾਲ। ਫਿਰ ਤਿਲਕ ਕਿੱਥੇ ਲਾਏ ਜਾਂਦੇ ਆ, ਅਖੇ ਜੀ ਮੰਦਰਾਂ 'ਚ ਲਾਏ ਜਾਂਦੇ ਆ। ਅਤੇ ਫਿਰ ਹਜ਼ੂਰ ਸਾਹਿਬ ਤਿਲਕ ਲਾਇਆ ਜਾਂਦਾ ਹੈ ਅਤੇ ਕਿਹਨਾਂ ਨਾਲ ਰਲਦੀ ਮਰਜ਼ਾਦਾ, ਆਪੇ ਹੀ ਪ੍ਰਸ਼ਨ ਅਤੇ ਆਪੇ ਹੀ ਉੱਤਰ, ਅਤੇ ਅਖੇ ਜੀ ਮੰਦਰਾਂ ਨਾਲ ਰਲਦੀ ਹੈ। ਅਤੇ ਫਿਰ ਮੰਦਰਾਂ 'ਚ ਬਲੀਆਂ ਦਿੱਤੀਆਂ ਜਾਂਦੀਆਂ ਅਤੇ ਤਖ਼ਤ ਸਾਹਿਬ 'ਤੇ ਵੀ ਬਲੀ ਦਿੱਤੀ ਜਾਂਦੀ ਹੈ, ਅਤੇ ਕਿਹਨਾਂ ਨਾਲ ਰਲਦੀ ਮਰਜ਼ਾਦਾ, ਅਖੇ ਜੀ ਮੰਦਰਾਂ ਨਾਲ ਰਲਦੀ। ਤੋ ਸਾਧ ਸੰਗਤ ਜੀ ਇਹਦੇ ਸੰਬੰਧ ਵਿੱਚ ਮੈਂ ਅੱਜ ਜਿਹੜੇ ਆ ਉਹ ਉੱਤਰ ਦੇਣ ਦਾ ਯਤਨ ਕਰਾਂਗਾ। ਪਹਿਲਾਂ ਤਾਂ ਬੇਨਤੀ ਹੈ ਕਿ ਆਪਣੇ ਜਿਹੜੇ ਸਿਰਮੌਰ ਵਿਦਵਾਨ ਹੋਏ ਹੈ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਕੇਵਲ ਸੁਣ ਕੇ ਹੀ ਅਸਰ ਕਰ ਲੈਣਾ ਨਾ, ਉਹ ਫਿਰ ਸਿੱਖ ਨਹੀਂ ਹੁੰਦੇ, ਕੱਚੇ ਹੁੰਦੇ ਆ, ਉਹ ਡੋਲ ਜਾਂਦੇ। ਜ਼ਰੂਰ ਜਿਹੜੀ ਕੋਈ ਵੀ ਤੁਹਾਡੀ ਪਿਛੋਕੜ ਵਾਲੀ ਚੀਜ਼ ਆ ਉਹਦੀ ਖੋਜ ਕਰੋ, ਉਹਨੂੰ ਵੇਖੋ ਕਿ ਕਿਵੇਂ ਸਾਡੇ ਅੰਦਰ ਪ੍ਰਵਿਰਤ ਹੋਈ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਹੋਏ ਹੈ, ਉਹਨਾਂ ਨੇ ਸਾਧ ਸੰਗਤ ਜੀ ਇੱਕ ਗ੍ਰੰਥ ਲਿਖਿਆ ਜਿਸ ਦਾ ਨਾਮ ਹਜ਼ੂਰੀ ਸਾਖੀ ਹੈ, ਅਤੇ ਉਹ ਗ੍ਰੰਥ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ। ਉਹਦੇ ਵਿੱਚ ਹਵਾਲੇ ਦੇ ਕਰਕੇ, ਨਾਲੇ ਜਿਹੜੇ ਆਪ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਨੂੰ ਨਹੀਂ ਮੰਨਦੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਅਤੇ ਉਹ ਕੰਪੇਅਰ ਕਰਕੇ ਸੰਗਤ ਨੂੰ ਕੀ ਦੱਸਣਗੇ ਵੀ ਹਜ਼ੂਰ ਸਾਹਿਬ 'ਚ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਕੀ ਫਰਕ ਹੈ। ਜਿਹੜੇ ਤੁਸੀਂ ਜਾਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਮੰਨ ਲਓ, ਸ੍ਰੀ ਹਰਿਮੰਦਰ ਸਾਹਿਬ ਦਾ ਹੀ ਮੰਨ ਲਓ, ਸਭ ਥਾਵਾਂ ਤੋਂ ਤਿਆਗੀ ਹੈ, ਅਤੇ ਤੁਸੀਂ ਭਾਈ ਸਾਨੂੰ ਕੰਪੇਅਰ ਕਰਕੇ ਕੀ ਦੱਸਣਾ ਹੈ। ਅਕਾਲੀ ਕੌਰ ਸਿੰਘ ਜੀ ਨੇ ਹਜ਼ੂਰੀ ਸਾਖੀ ਦੇ ਅੰਦਰ ਇਹ ਲਿਖਿਆ ਹੋਇਆ ਹੈ ਕਿ ਜੋ ਮਰਜ਼ਾਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚੱਲਦੀ ਹੈ, ਬਿਲਕੁਲ ਇਹੀ ਮਰਜ਼ਾਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਚੱਲਦੀ ਹੁੰਦੀ ਸੀਗੀ। ਜੇ ਆਪ ਜੀ ਨੂੰ, ਕਿਉਂਕਿ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਸੁਣਦੀਆਂ, ਮੈਂ ਹਵਾਲੇ ਦਿਆਂਗਾ, ਨਿਰਣਾ ਭਾਈ ਤੁਸੀਂ ਆਪ ਕਰ ਲਿਓ। ਅਕਾਲੀ ਕੌਰ ਸਿੰਘ ਜੀ ਨੇ ਇਹ ਸਾਰਾ ਜ਼ਿਕਰ ਕੀਤਾ ਹੈ। ਜਦੋਂ ਸਿੰਘ ਸਭਾ ਲਹਿਰ ਦਾ ਸਾਧ ਸੰਗਤ ਜੀ ਚੱਲਣਾ, ਉਹਦੇ ਨਾਲ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ। ਭਾਵੇਂ ਕਿ ਸ਼ਹੀਦਾਂ ਨੇ ਆਪ ਦੀ ਸ਼ਹਾਦਤ ਦਿੱਤੀ, ਪਰ ਉਹਦੇ ਨਾਲ ਨੁਕਸਾਨ ਜੋ ਹੋਇਆ ਇਹ ਮੇਰੇ ਕਹੇ ਬੋਲ ਨਹੀਂ ਜੋ ਹੁਣ ਮੈਂ ਕਹਿਣ ਲੱਗਾ, ਕਿਉਂਕਿ ਪੰਥ ਦੇ ਵਿਦਵਾਨ ਉਹਨਾਂ ਦੀ ਗੱਲ ਵੀ ਆਪਾਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਪੰਥ ਦੇ ਵਿਦਵਾਨ ਹੋਏ ਹੈ, ਬੜੇ ਸਤਿਕਾਰਯੋਗ ਹੋਏ ਹੈ। ਉਹਨਾਂ ਨੇ ਆਪਣੀ ਕਥਾ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਠੀਕ ਉਦਾਸੀ ਭ੍ਰਸ਼ਟ ਸਨ, ਪਰ ਕਿੰਨੇ 2%। ਅੰਗਰੇਜ਼ ਨੇ ਉਹਨਾਂ ਨੂੰ ਭ੍ਰਸ਼ਟ ਕੀਤਾ ਸੀ, ਉਹਨਾਂ ਗੁੰਡੇ ਪਾਲੇ ਸੀ, ਅਤੇ ਗੁਰਦੁਆਰੇ ਸਾਹਿਬਾਂ ਦੀ ਮਾਣ ਮਰਿਆਦਾ ਨੂੰ ਉਹਨਾਂ ਨੇ ਦਾਗੀ ਕੀਤਾ ਸੀ। ਉਹਨਾਂ
ਉਦਾਸੀ ਮਹੰਤਾਂ ਦੀ ਇਹ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ, ਤਰਨਤਾਰਨ ਸਾਹਿਬ ਦਾ ਸਾਕਾ, ਇਹ ਸਿੰਘ ਸਭਾ ਲਹਿਰ ਚੱਲੀ ਸੀ ਤੇ ਸਿੰਘ ਸਭਾ ਲਹਿਰ ਦੇ ਚੱਲਣੇ ਕਰਕੇ ਫਿਰ ਉਦਾਸੀਆਂ ਕੋਲੋਂ ਸਾਰੇ ਅਸਥਾਨਾਂ ਦਾ ਸੇਵਾ ਸੰਭਾਲ ਖੁੱਸ ਗਈ ਸੀ। ਇਸ ਅਸਥਾਨ ਤੇ ਵੀ ਥੋੜਾ ਚਿਰ ਨਿਰਮਲ ਸੰਪਰਦਾ ਦੇ ਮਹਾਂਪੁਰਖਾਂ ਸੇਵਾ ਕੀਤੀ ਹੈ। ਬੁੱਢੇ ਦਲ ਦੇ ਜਿਹੜੇ ਆ ਦਲ ਵਿੱਚੋਂ ਹੀ ਜਿਹੜੇ ਸਾਧ ਸੰਗਤ ਜੀ ਸਿੰਘ ਜਥੇਦਾਰ ਥਾਪੇ ਜਾਂਦੇ ਰਹੇ ਹੈ। ਤੋ ਜਿਸ ਸਮੇਂ ਉਹਨਾਂ ਨੇ ਇਹ ਜ਼ਿਕਰ ਕੀਤਾ, ਕਹਿੰਦੇ ਉਦਾਸੀ ਭ੍ਰਸ਼ਟ ਸਨ 2%, ਤੇ ਉਹਨਾਂ ਨੇ ਆਪਣੇ ਸਮੇਂ ਦਾ ਕਿਹਾ ਕਿ ਅੱਜ ਕਿੰਨੇ ਭ੍ਰਸ਼ਟ ਵਾ ਤੇ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧਕੀ ਢਾਂਚੇ ਦਾ ਕੀ ਹਾਲ ਵਾ। ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਗੁਰੂ ਘਰ ਦੀ ਮਾਣ ਮਰਿਆਦਾ ਨੂੰ ਕਿਵੇਂ ਤੋੜਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇੱਥੋਂ ਤੱਕ ਹਵਾਲਾ ਦੇਣ ਵਾਲਿਆਂ ਨੇ ਅਕਾਲੀ ਕੌਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਸ਼ੇਰੇ ਪੰਜਾਬ ਜੀ ਦੇ ਵਕਤ ਸਿਰ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਜਿਹੜੇ ਅੱਜ ਇਹ ਕਹਿੰਦੇ ਹੈ ਕਿ ਤਖਤ ਹਜੂਰ ਸਾਹਿਬ ਇੱਕ ਮੰਦਿਰ ਦੱਸਣਾ ਚਾਹੁੰਦੇ ਹੈ, ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਕਿਹਾ ਅਗਰ ਜੇ ਸਿੰਘ ਸਭਾ ਇਹ ਲਹਿਰ ਨਾ ਚੱਲਦੀ ਜਾਂ ਅੰਬੇਦਕਰ ਨੂੰ ਜਿਹੜਾ ਹੈ ਉਹਨਾਂ ਨੇ ਆਪਣੇ ਨਾਲ ਰਲਾਇਆ ਹੁੰਦਾ, ਗਾਂਧੀ ਹੁਣੀ ਜੇ ਇਸ ਗੱਲ ਦਾ ਵਿਰੋਧ ਨਾ ਕਰਦੇ, ਤੇ ਅੱਜ ਕਹਿੰਦੇ ਹਿੰਦੁਸਤਾਨ ਦੇ 80% ਦੀ ਮੰਦਿਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਕਿਉਂਕਿ ਬਹੁਤ ਸਾਰੇ ਮੰਦਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਹਿਲਾਂ। ਸਾਧ ਸੰਗਤ ਜੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੁੰਦਾ, ਸਤਿਗੁਰਾਂ ਜੀ ਤੋਂ ਰਹਿਨੁਮਾਈ ਲੈਂਦੇ, ਬਾਣੀ ਨਾਲ ਜੁੜਨਾ ਸੀ ਨਾ। ਹੌਲੀ ਹੌਲੀ ਕੀ ਹੈ, ਗੁਰਬਾਣੀ ਦੇ ਬੋਧ ਵਿੱਚ ਪਤਾ ਚੱਲਦਾ ਜਾਂਦਾ ਸੀ। ਭਾਵੇਂ ਕਿ ਬਹੁਤ ਥੋੜੇ ਲੋਕ ਸੀ ਜਿਹੜੇ ਸਤਿਗੁਰਾਂ ਜੀ ਤੋਂ ਪਹਿਲਾਂ ਤਾਂ ਇਹੀ ਸੀਗਾ ਪੱਥਰਾਂ ਨੂੰ ਮੰਨਣਾ ਜਾਂ ਕਿਸੇ ਪ੍ਰਕਾਰ ਦੇਵੀ ਦੇਵਤਿਆਂ ਨੂੰ ਪੂਜਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਹਾਈ ਫੇਰੀ ਸੀ ਇਸ ਭਾਰਤ ਵਰਸ਼ ਦੇ ਅੰਦਰ, ਤੇ ਬਹੁਤਾਤ ਲੋਕ ਸ਼ਬਦ ਨਾਲ ਜੁੜੇ ਸੀ। ਮੰਦਿਰਾਂ ਵਿੱਚ ਅਸੀਂ ਸਾਡਾ ਇਹ ਆਪਣਾ ਅਕੀਦਾ ਹੈ। ਮਹਾਰਾਜ ਜਿਹੜਾ ਸਿੱਖ ਧਰਮ ਹੈ ਨਾ, ਖਾਲਸਾ ਧਰਮ, ਇਹ ਪਿਆਰ ਦਾ ਧਰਮ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਆਗਿਆ ਕੀਤੀ, ਜਿੱਥੇ ਆਪਾਂ ਆਪਣੇ ਗੁਰੂ ਅਸਥਾਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਮੰਦਿਰਾਂ ਦਾ ਵੀ ਸਤਿਕਾਰ ਕਰਦੇ ਹਾਂ। ਕਿਉਂਕਿ ਤਖਤ ਸਾਹਿਬ ਤੋਂ ਇਹ ਹੁੰਦੀ ਕਥਾ, ਬਹੁਤ ਸਾਰੇ ਹਿੰਦੂ ਵੀਰ, ਹਿੰਦੂ ਪਰਿਵਾਰ ਜਿਹੜੇ ਆ ਉਹ ਇਸ ਕਥਾ ਨੂੰ ਸੁਣਦੇ ਆ, ਤੇ ਬੜੀਆਂ ਹਿੰਦੂ ਫੈਮਲੀਆਂ ਤਖਤ ਸਾਹਿਬ ਨਾਲ ਜੁੜੀਆਂ ਹੋਈਆਂ ਨੇ। ਤੇ ਇਹ ਲੋਕ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਜੀ, ਸਿੱਖ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ ਜਾਂ ਇਹਨਾਂ ਦਾ ਮੰਦਿਰਾਂ ਨਾਲ ਕੋਈ ਵਿਰੋਧ ਹੈ। ਜੇ ਵਿਰੋਧ ਹੁੰਦਾ, ਮੈਂ ਕਈ ਮਿਸਾਲਾਂ ਦੇ ਸਕਦਾ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਵਿਸ਼ਵਨਾਥ ਦੇ ਮੰਦਿਰ ਦੇ ਉੱਤੇ ਸੋਨਾ ਲਵਾਇਆ। ਜੇ ਹਰਿਮੰਦਰ ਸਾਹਿਬ ਸੋਨਾ ਲਾਇਆ ਨਾ, ਖਾਲਸਾ ਰਾਜ ਦੇ ਵਕਤ ਮੰਦਿਰਾਂ ਦੇ ਉੱਤੇ ਵੀ ਸੋਨਾ ਲਾਇਆ। ਨਰੰਗੇ ਦੇ ਘੇਰੇ ਹੋਏ ਮੰਦਿਰ ਜਿਹੜੇ ਸੀਗੇ ਸ਼ੇਰੇ ਪੰਜਾਬ ਜੀ ਨੇ ਬਣਵਾਏ। ਫਿਰ ਜਿਹੜੇ ਸ਼ਬਦ ਦੀ ਅੱਜ ਕਥਾ ਆਰੰਭ ਹੋਣੀ ਹੈ ਨਾ, ਅਚਲ ਸਾਹਿਬ ਇਹ ਉਥਾਨ ਕਾ ਹੋਣੀ ਹੈ, ਤੇ ਅੱਜ ਤਾਂ ਆਖਰੀ ਅਰਥ ਹੀ ਕਰਾਂਗੇ। ਉਹ ਅਚਲ ਸਾਹਿਬ ਜਿਹੜਾ ਮੰਦਿਰ ਸ਼ਿਵਾਂ ਦਾ ਬਣਿਆ ਹੋਇਆ, ਉਹ ਵੀ ਸ਼ੇਰੇ ਪੰਜਾਬ ਜੀ ਨੇ ਬਣਵਾਇਆ। ਪਹਿਲਾਂ ਉੱਥੇ ਮੰਦਿਰ ਨਹੀਂ ਸੀਗਾ ਹੁੰਦਾ, ਤੋ ਛੋਟਾ ਸੀਗਾ ਬਹੁਤ। ਸਤਿਗੁਰਾਂ ਜੀ ਦਾ ਪਾਵਨ ਅਸਥਾਨ ਵੀ ਇੱਕ ਸਾਧ ਸੰਗਤ ਜੀ ਪਾਸੇ ਬਣਿਆ ਹੋਇਆ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੱਧ ਤੋਂ ਵੱਧ ਕਹਿੰਦੇ ਜੀ ਹਿੰਦੂਆਂ ਦੇ ਬੜੇ ਵਿਰੋਧੀ ਸੀ, ਮਹਾਂਪੁਰਖਾਂ ਦੀ ਆਪਣੀ ਰਸਨਾ ਤੋਂ ਹੈ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਥਾਰਾ ਸਿੰਘ ਜੀ ਨੂੰ ਜਦੋਂ ਗੁਰਦਾਸਪੁਰ ਜੇਲ੍ਹ ਦੇ ਅੰਦਰ ਡੱਕਿਆ ਗਿਆ ਹਕੂਮਤ ਵੱਲੋਂ, ਉੱਥੇ ਗੁਰਦੁਆਰੇ ਸਾਹਿਬ ਜੀ ਦੀ ਇਮਾਰਤ ਜਿਹੜੀ ਸੀ ਉਹ ਇੰਨੀ ਵਧੀਆ ਨਾ ਹੋਣ ਕਰਕੇ, ਤੇ ਜਦੋਂ ਇਹ ਦੋਵੇਂ ਹੀ ਸਿਰ ਕੱਢਵੇਂ ਯੋਧੇ ਸੀਗੇ ਪੰਥ ਦੇ ਅੰਦਰ, ਜਥੇਬੰਦੀ ਦੇ ਅੰਦਰ, ਜਿੰਨਾ ਇਹਨਾਂ ਦਾ ਮਾਣ ਸੀ ਇਹਨਾਂ ਦੇ ਜਾਣੇ ਕਰਕੇ, ਉੱਥੇ ਲਹਿਰਾਂ ਬਹਿਰਾਂ ਲੱਗ ਗਈਆਂ। ਤੇ ਸਿੰਘਾਂ ਜਿਹੜਾ ਅੰਦਰ ਕਿਹਾ, ਮਹਾਰਾਜ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਓ। ਤੇ ਬਾਬਾ ਥਾਰਾ ਸਿੰਘ ਸਾਹਿਬ ਜੀ ਨੇ ਫਿਰ ਗੁਰਦੁਆਰੇ ਸਾਹਿਬ ਦੀ ਸੇਵਾ ਕਰਵਾਈ, ਉੱਥੇ ਵੱਡੀ ਸੋਹਣੀ ਇਮਾਰਤ ਬਣਾਈ। ਤੇ ਜਿਹੜੇ ਉੱਥੇ ਸਾਧ ਸੰਗਤ ਜੀ ਕੁਝ ਹਿੰਦੂ ਵੀਰ ਸੀਗੇ, ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਆ ਗੁਰਦੁਆਰੇ ਸਾਹਿਬ ਬਣਾਤਾ, ਮਹਾਰਾਜ ਸਾਡੇ ਵਾਸਤੇ ਇੱਥੇ ਮੰਦਿਰ ਵੀ ਬਣਾ ਦਿਓ, ਅਸੀਂ ਵੀ ਆਪਣੀਆਂ ਪੂਜਾ ਪਾਠ ਕਰ ਲਿਆ ਕਰਾਂਗੇ। ਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਵੈਰ ਹੁੰਦਾ ਤੇ ਉਹ ਕਿਉਂ ਮੰਦਿਰ ਬਣਾ ਕੇ ਦਿੰਦੇ? ਉੱਥੇ ਉਹਨਾਂ ਨੇ
ਹਿੰਦੂ ਵੀਰਾਂ ਦੇ ਪੂਜਾ ਕਰਨ ਲਈ ਸੋਹਣਾ ਮੰਦਿਰ ਵੀ ਸਾਧ ਸੰਗਤ ਜੀ ਬਣਾਇਆ। ਜਿਹੜੇ ਇਹ ਕੋਈ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਨਾ, ਮੈਂ ਬੇਨਤੀ ਕਰਦਿਆਂ, ਜਿਹੜਾ ਰਾਜਨੀਤਿਕ ਹੁੰਦਾ ਹੈ ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਮੁਸਲਮਾਨ ਹੈ। ਉਹਨੂੰ ਆਪਣੀ ਕੁਰਸੀ ਕਾਇਮ ਰੱਖਣ ਨਾਲ ਮਤਲਬ ਹੁੰਦਾ ਹੈ। ਤੇ ਉਹ ਫਿਰ ਇਹ ਅਫਸੋਸ ਹੈ ਅੱਜ ਕਿ ਹਿੰਦੁਸਤਾਨ ਦੇ ਅੰਦਰ ਧਰਮ ਦੇ ਨਾਂ ਤੇ ਵੋਟਾਂ ਪੈਂਦੀਆਂ ਨੇ, ਧਰਮ ਦੇ ਨਾਂ ਤੇ ਭੜਕਾ ਕੇ ਰਾਜ ਗੱਦੀ ਕਾਇਮ ਰੱਖਦੇ ਹੈ। ਤੇ ਜਿਹੜੇ ਸਿਆਣੇ ਕੋਈ ਹਨ ਨਾ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਉਹ ਇਸ ਦੇਸ਼ ਦੇ ਭਵਿੱਖ ਵਾਸਤੇ ਬਹੁਤ ਚਿੰਤਤ ਨੇ ਕਿ ਇਹ ਦੇਸ਼ ਦਾ ਹਾਲ ਕੀ ਹੋਊਗਾ, ਕਿਉਂਕਿ ਹੁਣ ਫਿਰਕਾ ਪ੍ਰਸਤੀ ਦਾ ਨਾਚ ਇਸ ਦੇਸ਼ ਦੇ ਅੰਦਰ ਹੋ ਰਿਹਾ ਹੈ। ਤੇ ਕਰਦੇ ਉਹ ਆਪ ਹੈ ਤੇ ਸਾਬਤ ਸਿੱਖਾਂ ਨੂੰ ਕਰਨਾ ਚਾਹੁੰਦੇ ਆ ਕਿ ਸਿੱਖ ਫਿਰਕਾ ਪ੍ਰਸਤੀ ਦਾ ਜਿਹੜਾ ਬੀਜ ਬੀਜਦੇ ਆ। ਸਿੱਖ ਤਾਂ ਸਦਾ ਏਕਤਾ ਦਾ ਹੀ ਬੀਜ ਬੀਜਦੇ ਰਹੇ ਆ। ਤੋ ਸਾਧ ਸੰਗਤ ਜੀ, ਇਹ ਭੁਲੇਖੇ ਪਾਏ ਜਾਂਦੇ ਆ ਜਦੋਂ ਕਿ ਤਖ਼ਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਸਭ ਕੁਝ ਗੁਰਮਤ ਰਹਿਤ ਮਰਿਆਦਾ ਦੇ ਅਨੁਸਾਰ ਚੱਲਦਾ ਹੈ। ਅਕਾਲੀ ਕੌਰ ਸਿੰਘ ਜੀ ਦਾ ਇਹ ਲਿਖਣਾ ਕਿ ਸਾਰਾ ਕੁਝ ਸਿੰਘ ਸਭਾ ਲਹਿਰ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੇਮ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਰਗੂ ਹੁੰਦਾ ਸੀਗਾ। ਤੇ ਇੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਸਾਖੀ ਸ੍ਰੀ ਰਹਿਤ ਮਰਿਆਦਾ ਜੀ ਕੀ ਭਾਈ ਗੁਰਚਰਨਜੀਤ ਸਿੰਘ ਜੀ ਲਾਂਬਾ ਅਮਰੀਕਾ ਤੋਂ, ਉਹਨਾਂ ਨੇ ਇਹ ਕਿਤਾਬ ਲਿਖੀ ਹੈ, ਅਜੇ ਛਪਣੀ ਹੈ। ਤੇ ਉਸ ਕਿਤਾਬ ਦੇ ਮੁੱਢ ਵਿੱਚ ਸਿੰਘ ਸਾਹਿਬ ਜੀ ਤੋਂ ਅਸੀਸ ਲੈਣ ਵਾਸਤੇ ਉਹਨਾਂ ਨੇ ਜਿਹੜਾ ਬੇਨਤੀ ਕੀਤੀ, ਤੇ ਉਹ ਕਿਤਾਬ ਜਿਹੜੀ ਆ ਉਹਨਾਂ ਮੇਲ ਕੀਤੀ, ਪਰ ਤਖ਼ਤ ਸਾਹਿਬ ਤੇ ਅਜੇ ਤੱਕ ਆ ਨਹੀਂ ਸਕੀ ਕਿਉਂਕਿ ਸਭ ਕੁਝ ਬੰਦ ਹੋ ਗਿਆ। ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਅੰਦਰ, ਮੈਂ ਪੜ੍ਹੀ ਨਹੀਂ ਆਪ, ਪਰ ਜਦੋਂ ਆਵੇਗੀ ਫਿਰ ਪੂਰਨ ਤੌਰ ਤੇ ਮੈਂ ਕਹਿ ਸਕਾਂਗਾ। ਪਰ ਮੈਨੂੰ ਉਹਨਾਂ ਜਿੰਨਾ ਕੁ ਦੱਸਿਆ, ਕਹਿੰਦੇ ਸਾਰੇ ਪੰਥ ਦੀ ਮਰਿਆਦਾ ਇੱਕ, ਕੋਈ ਦੂਸਰੀ ਮਰਿਆਦਾ ਕਿਤੇ ਵੀ ਨਹੀਂ। ਤੇ ਮੁੱਢਲੇ ਰੂਪ ਵਿੱਚ ਸਾਧ ਸੰਗਤ ਜੀ ਅੱਜ ਵੀ ਪੰਥ ਦੀ ਮਰਿਆਦਾ ਇੱਕ ਹੀ ਹੈ। ਇਹ ਜਿਹੜੇ ਫਿਰਕਾ ਪ੍ਰਸਤ ਲੋਕ ਹੈ ਨਾ, ਉਹ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਆ। ਉਹਦੇ ਵਾਸਤੇ ਦੇਖੋ, ਜਿਹੜੇ ਟੱਲ ਹਨ ਨਾ, ਇੱਕ ਤਾਂ ਮੰਦਿਰ ਵਿੱਚ ਟੱਲ ਉੱਪਰ ਵੱਜਿਆ ਹੁੰਦਾ, ਇੱਥੇ ਕੋਈ ਉੱਪਰ ਟੱਲ ਨਹੀਂ ਵੱਜਿਆ ਹੋਇਆ। ਤੇ ਜੇ ਮੰਦਿਰ ਵਿੱਚ ਉਵੇਂ ਟੱਲੀਆਂ ਵਜਾਉਂਦੇ ਆ ਜ਼ਰੂਰ, ਪਰ ਇੱਥੇ ਜਿਹੜਾ ਸਾਧ ਸੰਗਤ ਜੀ ਜੇ ਵਜਾਇਆ ਜਾਂਦਾ ਹੈ, ਪਹਿਲੋਂ ਮੈਂ ਬੇਨਤੀ ਕਰਦੇ ਹਾਂ ਕਿ ਇੱਥੇ ਸ੍ਰੀ ਦਸਮ ਬਾਣੀ ਨੂੰ ਗੁਰੂ ਕੀ ਬਾਣੀ ਸਮਝਿਆ ਜਾਂਦਾ ਹੈ। ਜਿਹੜੇ ਸਮਝਦੇ ਨਾ ਕਿ ਦਸਮ ਬਾਣੀ ਮਹਾਰਾਜ ਦੀ ਬਾਣੀ ਨਹੀਂ, ਇੱਥੇ ਵੇਖੋ ਕਦੇ ਪਸੌੜੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਦਸਮ ਗ੍ਰੰਥ ਜੀ ਦਾ ਸਰੂਪ ਥੱਲੇ ਸਿੱਟ ਦਿੱਤਾ ਸੀਗਾ। ਮਾਫ ਕਰਨਾ, ਮੈਂ ਵਧਾ ਚੜਾ ਕੇ ਨਹੀਂ ਕਹਿ ਰਿਹਾ, ਸਭ ਕੁਝ ਲਿਖਤ ਵਿੱਚ ਹੈ। ਤੇ ਕਿਸੇ ਦੀ ਜੁਰਤ ਹੈ ਇਸ ਤਖਤ ਤੇ ਆ ਕੇ ਸ੍ਰੀ ਦਸਮ ਮਹਾਰਾਜ ਦੀ ਬਾਣੀ ਦੀ ਬੇਅਦਬੀ ਕਰ ਜਾਵੇ, ਉੱਥੇ ਕਰਾ ਲਈ। ਦਸਮ ਦੀ ਬਾਣੀ ਨੂੰ ਸਤਿਗੁਰਾਂ ਜੀ ਦੀ ਬਾਣੀ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਜਿੱਥੇ ਫਿਰ ਮਹਾਰਾਜ ਜੀ ਨੇ ਕਿਹਾ ਨਾ, ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ, ਇੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ ਤੇ ਸੰਖਾਂ ਦਾ ਨਾਦ ਵੀ ਪੂਰਿਆ ਜਾਂਦਾ ਹੈ। ਫਿਰ ਕੱਲ ਨੂੰ ਕਹਿਣਗੇ ਜੀ ਉਹ ਸੰਖ ਦਾ ਨਾਦ ਮੰਦਿਰ 'ਚ ਵੀ ਪੂਰਦੇ ਆ। ਤੇ ਜੇ ਕੋਈ ਮੰਦਿਰ 'ਚ ਚੀਜ਼ ਕਰਦੇ ਹੈ ਤੇ ਕੋਈ ਚੰਗੀ ਚੀਜ਼ ਜਿਹੜੀ ਸਤਿਗੁਰਾਂ ਸਾਨੂੰ ਦਿੱਤੀ ਹੈ, ਤੇ ਉਹ ਇਹ ਜਾਣ ਕੇ ਤਿਆਗ ਦੋ, ਨਹੀਂ ਜੀ ਨਾਰੀਅਲ ਤਾਂ ਬਾਹਮਣ ਰੱਖਦੇ ਹੁੰਦੇ ਆ। ਫਿਰ ਸਭ ਤੋਂ ਪਹਿਲਾਂ ਬਾਹਮਣਵਾਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀਤਾ ਹੋਵੇਗਾ ਜਦੋਂ ਗੁਰਿਆਈ ਤਖਤ ਬਖਸ਼ਿਆ ਹੋਵੇਗਾ। ਫਰੀਮਾਉਂਟ ਅਮਰੀਕਾ ਵਿਖੇ ਮੈਂ ਕਥਾ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਤੋਂ ਬਾਅਦ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਗੁਰਿਆਈ ਤਿਲਕ ਹੋਇਆ ਤੇ ਉਹ ਪ੍ਰਸੰਗ ਆਇਆ। ਮੈਨੂੰ ਕੁਝ ਜਿਹੜੇ ਬਜ਼ੁਰਗ ਸੀ ਕਹਿਣ ਲੱਗੇ ਕਿ ਆ ਤਿਲਕ ਕਿਉਂ ਤੁਸੀਂ ਕਥਾ ਕੀਤੀ ਹੈ? ਮੈਂ ਕਿਹਾ ਮੈਂ ਥੋੜਾ ਲਿਖਿਆ, ਮੈਂ ਤਾਂ ਕਥਾ ਕੀਤੀ ਹੈ। ਕਹਿਣ ਲੱਗੇ ਨਹੀਂ ਜੀ ਇਹ ਹੁੰਦਾ ਨਹੀਂ। ਮੈਂ ਕਿਹਾ ਵੀ ਤੁਸੀਂ ਕਿੱਥੋਂ ਪੜ੍ਹ ਲਿਆ ਜਾਂ ਕਿੱਥੋਂ ਸੁਣ ਲਿਆ ਕਿ ਹੁੰਦਾ ਨਹੀਂ, ਕਿ ਜਾਂ ਆਪਣੇ ਮਨ ਦੀ ਮਨੌਤ ਹੀ ਤੁਸੀਂ ਸਮਝੀ ਹੋਈ ਹੈ। ਤੋ ਇਸ ਪ੍ਰਕਾਰ ਜਿਹੜੇ ਢੀਠ ਮਨ ਕਰਕੇ ਸਾਧ ਸੰਗਤ ਜੀ ਆਪਣੀ ਮਨ ਦੀ ਮਨੌਤ ਕਰਦੇ ਹੈ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਪਰ ਗੁਰੂ ਘਰ ਦੇ ਅੰਦਰ ਇਹ ਰਵਾਇਤਾਂ ਨੇ। ਸਤਿਗੁਰਾਂ ਜੀ ਜਦੋਂ ਗੁਰਿਆਈ ਤਿਲਕ ਕਢਵਾਇਆ ਸੀਗਾ, ਮਸਤਕ ਦੇ ਉੱਤੇ ਤਿਲਕ ਦਿੱਤਾ ਸੀ, ਭਾਵੇਂ ਕਿ ਅੱਗੇ ਵੀ ਮੈਂ ਕਈ ਵਾਰੀ ਤਖਤ ਸਾਹਿਬ ਤੋਂ ਜ਼ਿਕਰ ਕੀਤਾ, ਪਰ ਵਿਸ਼ੇਸ਼ ਕਰਕੇ ਇਹ ਕਹਿੰਦੇ ਸੰਗਤਾਂ ਦੇ ਅੰਦਰ ਮੈਂ ਨੈਟ ਨਹੀਂ ਜ਼ਿਆਦਾ ਦੇਖਦਾ,
ਕਿਉਂ ਜੇ ਉਧਰ ਨੂੰ ਵੇਖੀਏ ਤੇ ਉਧਰ ਹੀ ਧਿਆਨ ਲੱਗਾ ਰਹਿੰਦਾ ਹੈ। ਮੈਨੂੰ ਦੱਸਿਆ ਸਿੰਘਾਂ ਨੇ ਤੇ ਕਿ ਇਹ ਤਖਤ ਸਾਹਿਬ ਬਾਰੇ ਕੋਈ ਇਹੋ ਜਿਹੀਆਂ ਗਲਤ ਗੱਲਾਂ ਕੀਤੀਆਂ ਜਾ ਰਹੀਆਂ। ਤੋ ਸਾਧ ਸੰਗਤ ਜੀ, ਪਹਿਲਾਂ ਤਾਂ ਆਪ ਜੀ ਇਹ ਸਮਝਣਾ ਕਿ ਤਿਲਕ ਕਿਉਂ ਲਾਇਆ ਜਾਂਦਾ ਹੈ। ਜਿਹੜਾ ਤਿਲਕ ਹੈ ਨਾ, ਇਹ ਜਦੋਂ ਇਸ ਭਾਰਤ ਵਰਸ਼ ਦੇ ਅੰਦਰ ਵੀ ਇਹ ਪੁਰਾਤਨਤਾ, ਜਦੋਂ ਰਾਜੇ ਰਾਜ ਗੱਦੀ ਅੱਗੇ ਦਿੰਦੇ ਸੀਗੇ, ਉਹ ਗੱਦੀ ਤੇ ਬੈਠੇ ਨੂੰ ਤਿਲਕ ਲਾਉਂਦੇ ਸੀ, ਜਾਂ ਜਦੋਂ ਯੁੱਧ ਨੂੰ ਕੋਈ ਚੜ੍ਹਦਾ ਸੀ ਉਹਨੂੰ ਵਿਜੇ ਸ਼੍ਰੀ ਦਾ, ਜਿੱਤ ਦਾ ਤਿਲਕ ਲਾਉਂਦੇ ਸੀਗੇ। ਸਤਿਗੁਰਾਂ ਜੀ ਨੇ ਜਿਹੜੀ ਮਾਣ ਮਰਿਆਦਾ ਨੂੰ ਸਾਧ ਸੰਗਤ ਜੀ ਤੋਰਿਆ ਹੈ, ਉਹ ਕਦੇ ਵੀ ਮਨਮਤ ਨਹੀਂ ਹੋ ਸਕਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਦੇ ਮਸਤਕ ਤੇ ਤਿਲਕ ਕਢਾਇਆ ਸੱਚੇ ਪਾਤਸ਼ਾਹ ਜੀ ਨੇ। ਫਿਰ ਉਹ ਕਹਿੰਦੇ ਜੀ ਹੁਣ ਕਿਹੜਾ ਗੁਰਿਆਈ ਤਖਤ ਦਿੱਤਾ ਜਾ ਰਿਹਾ ਹੈ। ਅਕਾਲੀ ਕੌਰ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਸਾਰਾ ਕੁਝ ਹੀ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਬਰਕਰਾਰ ਸੀਗਾ, ਹੁੰਦਾ ਸੀਗਾ, ਪਰ ਸਭ ਕੁਝ ਹੁਣ ਨਹੀਂ ਉੱਥੇ ਹੁੰਦਾ। ਪਰ ਇਸ ਦੀ ਤਿਲਕ ਲਾਉਣ ਦੀ ਗਵਾਹੀ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰਾਂ ਵਿੱਚ ਵੀ ਦਿੱਤੀ ਹੈ ਕਿ ਮੱਥਾ ਤਿਲਕ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ, ਜ਼ਰੂਰ ਸਤਿਗੁਰਾਂ ਜੀ ਨੇ ਬਾਣੀ ਵਿੱਚ ਇਹ ਗੱਲ ਕਹੀ ਹੈ ਕਿ ਕੱਲਾ ਮਸਤਕ ਤੇ ਤਿਲਕ ਨਾ ਲਾਇਆ ਰਹਿ ਜਾਵੇ, ਤੁਸੀਂ ਭਾਈ ਜਸ ਰੂਪੀ ਤਿਲਕ ਵੀ ਆਪਣੇ ਮਸਤਕ ਤੇ ਲਾਓ, ਗੁਰੂ ਸਾਹਿਬ ਦਾ ਜਸ ਵੀ ਜ਼ਰੂਰ ਕਰੋ। ਤੇ ਫਿਰ ਉੱਥੇ ਤਿਲਕ ਲਾ ਕੇ ਜਿਹੜੇ ਐ ਸਾਧ ਸੰਗਤ ਜੀ ਕੋਈ ਮੂਰਤੀ ਪੂਜਾ ਤਾਂ ਨਹੀਂ ਨਾ ਕਰਦੇ, ਸਤਿਗੁਰਾਂ ਜੀ ਦੇ ਸ਼ਬਦ ਵਿੱਚ ਜੁੜਦੇ ਆ ਨਾ। ਭਾਈ ਗੁਰਦਾਸ ਜੀ ਨੇ ਕਿਹਾ ਮੱਥਾ ਤਿਲਕ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਸਾਧ ਸੰਗਤ ਵਿੱਚ ਹੀ ਚੱਲ ਕਰਕੇ ਜਾ ਕਰਕੇ ਬਹੰਦੇ ਬਹਿੰਦੇ ਆ। ਤੇ ਜੇ ਤਿਲਕ ਲਾਉਣਾ ਹਿੰਦੂ ਮਰਿਆਦਾ ਤੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਭਾਵੇਂ ਕਿ ਰਿਖੀ ਹੋਏ ਵੇਦ ਵਿਆਸ ਜੀ ਬੜੇ ਮਹਾਨ, ਪਰ ਭਾਈ ਗੁਰਦਾਸ ਜੀ ਦੀ ਕੋਈ ਰਿਖੀ ਵੀ ਕਿਵੇਂ ਬਰਾਬਰੀ ਕਰ ਸਕਦਾ, ਜਿਹੜੇ ਗੁਰੂ ਘਰ ਦੇ ਅਨੰਦ ਸਿੱਖ ਤੇ ਬ੍ਰਹਮ ਗਿਆਨੀ ਹੈ। ਤੇ ਸਾਧ ਸੰਗਤ ਜੀ, ਉਹਨਾਂ ਨੇ ਇਹ ਜਿਨ੍ਹਾਂ ਦੀ ਬਾਣੀ ਨੂੰ ਸਤਿਗੁਰਾਂ ਜੀ ਨੇ ਬਾਣੀ ਦੀ ਕੁੰਜੀ ਕਿਹਾ ਹੈ, ਜਿਨੇ ਆਪ ਹੀ ਪ੍ਰਸ਼ਨ ਕਰ ਲੈਣਾ, ਆਪ ਹੀ ਉੱਤਰ ਦੇ ਲੈਣਾ ਹੈ, ਉਹਦਾ ਸਾਧ ਸੰਗਤ ਜੀ ਕੀ ਹੈ, ਮਨ ਦੀ ਮਨਸ਼ਾ ਮਾੜੀ ਹੈ ਕਿ ਸਿੱਖਾਂ ਦੇ ਅੰਦਰ ਦੁਬਿਧਾ ਪਵੇ। ਕਦਾਚਿਤ ਉਹ ਇਹ ਜਾਣਨਾ ਨਹੀਂ ਚਾਹੁੰਦੇ ਕਿ ਇਹ ਕਿਉਂ ਹੈ, ਇਹਦਾ ਕਾਰਨ ਕੀ ਹੈ, ਬਸ ਸਿੱਖ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਤੇ ਇਹ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਤਿਲਕ ਬਾਰੇ ਜੋ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ, ਜੋ ਸਤਿਗੁਰਾਂ ਜੀ ਨੇ ਇਹ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ। ਤੇ ਇਹ ਜ਼ਰੂਰ ਹੈ ਕਿ ਭਾਵੇਂ ਇੱਥੋਂ ਦੇ ਹਜੂਰੀ ਸਿੰਘਾਂ ਨੂੰ ਸਾਧ ਸੰਗਤ ਜੀ ਇਹ ਹੈ ਕਿ ਸਤਿਗੁਰਾਂ ਜੀ ਦੀ ਇਹ ਮਰਿਆਦਾ ਨੂੰ ਜੇ ਉਹ ਕਹਿਣ ਕਿ ਸਾਨੂੰ ਜਿਹੜਾ ਭਾਵੇਂ ਇੰਨਾ ਨਹੀਂ ਪਤਾ, ਪਰ ਅਸੀਂ ਇਹ ਮਰਿਆਦਾ ਨਹੀਂ ਬਦਲੀ ਤੇ ਨਹੀਂ ਬਦਲਣੀ, ਕਿਉਂਕਿ ਜੋ ਸਤਿਗੁਰਾਂ ਜੀ ਦੇ ਤਖਤ ਤੇ ਸਦੀਆਂ ਤੋਂ ਇਨ ਬਿਨ ਚੱਲਦਾ ਆ ਰਿਹਾ ਹੈ, ਉਸ ਨੂੰ ਇਹਨਾਂ ਨੇ ਸਾਂਭ ਕੇ ਰੱਖਿਆ। ਤੇ ਬਹੁਤ ਐਸੇ ਸਮੇਂ ਵੀ ਔਖੇ ਆਏ ਜਦੋਂ ਕਿ ਇੱਥੇ ਜਿਹੜਾ ਹੈ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਨਾਸ਼ ਕਰਨ ਲਈ ਬਹੁਤ ਜ਼ਿਆਦਾ ਜਿਹੜਾ ਸੀ ਸ਼ਰਾਰਤੀਆਂ ਵੱਲੋਂ ਉਪਦਰਵ ਕੀਤੇ ਗਏ, ਕਈ ਪ੍ਰਕਾਰ ਦੀਆਂ ਮੁਹਿੰਮਾਂ ਚੜਾਈਆਂ ਗਈਆਂ। ਉਦੋਂ ਇਹਨਾਂ ਦੇ ਪੁਰਖਿਆਂ ਨੇ ਇੱਥੇ ਡਟ ਕਰਕੇ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਿਆ, ਆਪਣੀਆਂ ਸ਼ਹਾਦਤਾਂ ਤੱਕ ਦਿੱਤੀਆਂ, ਜਿਨ੍ਹਾਂ ਦੇ ਸਥਾਨ ਬਾਹਰ ਬਣੇ ਹੋਏ ਆ ਸਾਧ ਸੰਗਤ ਜੀ ਤਖਤ ਸਾਹਿਬ ਦੇ ਨੇੜੇ। ਤੋਂ ਫਿਰ ਆਇਆ ਹੋਇਆਂ ਦਲਾਂ ਪੰਥਾਂ ਦੀ ਕਿੰਨੀ ਜ਼ਿਆਦਾ ਸੇਵਾ ਕਰਦੇ ਆ, ਬਹੁਤ ਭਾਵਨਾ ਨਾਲ ਗੁਰਸਿੱਖਾਂ ਨੂੰ ਜਿਹੜਾ ਹੈ ਪਿਆਰ ਕਰਦਿਆਂ ਹੋਇਆਂ ਉਹਨਾਂ ਦੀ ਸੇਵਾ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਾਵਨ ਤਖਤ ਬਾਰੇ ਇਹ ਜਿਹੜੇ ਭੁਲੇਖੇ ਆ ਸਾਧ ਸੰਗਤ ਜੀ ਸੰਗਤ ਦੇ ਅੰਦਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਤੇ ਜਿਹੜਾ ਫਿਰ ਤੀਸਰੇ ਨੰਬਰ ਤੇ ਬਲੀ ਦਾ ਜ਼ਿਕਰ ਕੀਤਾ ਸੀਗਾ, ਬਲੀ ਦੀ ਮਰਿਆਦਾ ਗੁਰੂ ਘਰ ਦੇ ਅੰਦਰ ਨਹੀਂ ਹੈ ਸਾਧ ਸੰਗਤ ਜੀ। ਜੇ ਉਹ ਜਿਹੜਾ ਝਟਕਾ ਕੀਤਾ ਜਾਂਦਾ ਹੈ, ਇਹਦਾ ਵਿਸਥਾਰ ਬਹੁਤ ਹੈ, ਪਰ ਮੈਂ ਸੂਖਸ਼ਮ ਰੂਪ 'ਚ ਬੇਨਤੀ ਕਰਾਂਗਾ। ਖਾਣਾ ਨਾ ਖਾਣਾ ਇੱਕ ਵੱਖਰੀ ਗੱਲ ਹੈ, ਪਰ ਜਿਹੜਾ ਸਤਿਗੁਰਾਂ ਜੀ ਦੇ ਪਾਵਨ ਤਖਤ ਤੇ ਜਿਹੜਾ ਸਾਧ ਸੰਗਤ ਜੀ ਤਿਲਕ ਦਿੱਤਾ ਜਾਂਦਾ ਹੈ ਨਾ, ਇਹ ਜਿਵੇਂ ਵੇਖੋ ਫੌਜ ਹੁੰਦੀ ਹੈ, ਫੌਜ ਦੀ ਕੋਈ ਉਹਦੀ ਮਰਿਆਦਾ ਹੁੰਦੀ ਹੈ, ਉਹਦਾ ਕੋਈ ਰਹਿਣ ਸਹਿਣ ਵੱਖਰਾ ਹੁੰਦਾ ਹੈ। ਜੇ ਕੋਈ ਆਮ ਸਧਾਰਨ ਜਨ ਜੀਵਨ ਜਿਉਂਦਾ ਹੈ, ਉਹਦਾ ਜਨ ਜੀਵਨ ਵੱਖਰਾ ਹੈ। ਜਿਸ ਨੇ ਇਹ ਸਤਿਗੁਰਾਂ ਜੀ ਨੇ ਖਾਲਸਾ ਛਤਰੀ ਖਾਲਸਾ ਸਾਜਿਆ ਹੈ, ਮਹਾਰਾਜ ਸਾਹਿਬ ਜੀ ਨੇ ਦੁਸ਼ਟਾਂ ਦੇ ਨਾਸ਼ ਕਰਨ ਲਈ ਖਾਲਸਾ ਸਾਜਿਆ ਹੈ। ਮੈਂ
ਬਹੁਤ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ, ਜਿਹੜਾ ਮਨੁੱਖ ਤੁਸੀਂ ਸ਼ਸਤਰ ਤਾਂ ਧਾਰਨ ਕੀਤੇ ਹੈ, ਪਰ ਜੇ ਉਹਦਾ ਪ੍ਰਯੋਗ ਨਹੀਂ ਜਾਣਦੇ, ਉਹਨੂੰ ਚਲਾਉਣਾ ਨਹੀਂ ਜਾਣਦੇ, ਜੇ ਚਲਾਉਣਾ ਵੀ ਸਿੱਖ ਲਿਆ ਤੇ ਸੱਚਮੁੱਚ ਕਦੇ ਲੜ ਕੇ ਵੇਖਿਆ ਹੀ ਨਹੀਂ, ਤੇ ਜੇ ਕਦੀ ਇਹੋ ਜਿਹੀ ਚੀਜ਼ ਵੇਖੀ ਨਹੀਂ ਨਾ, ਤੇ ਜਦੋਂ ਖੂਨ ਦੀ ਧਾਰਾ ਵਗਦੀ ਹੈ ਨਾ, ਫਿਰ ਸਾਧ ਸੰਗਤ ਜੀ ਜਿਹੜਾ ਆਮ ਜ਼ਿੰਦਗੀ ਜਿਉਣ ਵਾਲਾ ਨਾ, ਉਹ ਤਾਂ ਕਈ ਚਕਰਾ ਕੇ ਡਿੱਗ ਜਾਂਦੇ ਆ, ਕਈ ਬੇਹੋਸ਼ ਹੋ ਜਾਂਦੇ ਆ, ਕਈਆਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਤੇ ਫਿਰ ਮਹਾਰਾਜ ਖਾਲਸਾ ਇਹੋ ਜਿਹਾ ਸਾਜਿਆ ਬਈ ਤੂੰ ਲੜਾਈ ਹੋਈ ਕਿਸੇ ਨਾਲ ਮਾੜਾ ਜਿਹਾ, ਕਈਆਂ ਨੂੰ ਤਾਂ ਉਂਗਲੀ 'ਚ ਚੀਰਾ ਹੀ ਆਵੇ ਤੇ ਤਾਂ ਗਸ਼ ਪੈ ਜਾਂਦੀ ਹੈ। ਤੇ ਇਹ ਪ੍ਰਕਿਰਿਆ ਹੈ ਸਾਧ ਸੰਗਤ ਜੀ। ਐਡੇ ਸ਼ਸਤਰ ਹਨ, ਉਹਨਾਂ ਸ਼ਸਤਰਾਂ ਦਾ ਪ੍ਰਯੋਗ ਕੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਦਿਨ ਪੁਰਬ ਤੇ ਸ਼ਸਤਰ ਬਾਹਰ ਨਿਕਲਦੇ ਆ ਨਾ ਮਹਾਰਾਜ ਦੇ ਕਮਰ ਕੱਸੇ ਦੇ, ਉਦੋਂ ਸਾਧ ਸੰਗਤ ਜੀ ਇਹ ਦਫ਼ਤਰ ਵੱਲੋਂ ਹੀ ਜਿਹੜਾ ਹੈ ਨਾ ਉਹ ਉਸ ਸਮੇਂ ਭੇਟ ਕੀਤਾ ਜਾਂਦਾ ਹੈ। ਤੇ ਬਕਾਇਦਾ ਉਹ ਝਟਕਈ ਸਿੰਘ ਜਿਹੜਾ ਹੈ ਉਹ ਸਾਧ ਸੰਗਤ ਜੀ ਮੁਲਾਜ਼ਮ ਹੈ ਬੋਰਡ ਦਾ, ਤੇ ਫਿਰ ਉਹ ਸਤਿਗੁਰਾਂ ਜੀ ਦੇ ਸਾਹਮਣੇ ਇਹ ਜਿਹੜਾ ਹੈ ਸਾਧ ਸੰਗਤ ਜੀ ਤਖਤ ਦੇ ਸਾਹਮਣੇ ਉਹ ਬੱਕਰੇ ਦਾ ਸਿਰ ਜਿਹੜਾ ਝਟਕਿਆ ਜਾਂਦਾ ਹੈ, ਤੇ ਫਿਰ ਉਸ ਦੇ ਖੂਨ ਦਾ ਤਿਲਕ ਕਈ YouTube ਤੇ ਪਾ ਪਾ ਕੇ ਮੈਨੂੰ ਬਹੁਤ ਦਿਖਾਉਂਦੇ ਬਾਹਰ, ਗਿਆਨੀ ਜੀ ਇਦਾਂ ਹੁੰਦਾ ਉੱਥੇ। ਮੈਂ ਕਿਹਾ ਹੁੰਦਾ ਕਿਉਂ ਨਹੀਂ ਹੁੰਦਾ, ਕਈ ਵੇਖਣ ਹੀ ਆਉਂਦੇ ਦੂਰੋਂ ਕਿ ਅਸੀਂ ਵੇਖੀਏ ਜਾ ਕਰਕੇ। ਤੇ ਸਾਧ ਸੰਗਤ ਜੀ ਇਹ ਇਕੱਲੀ ਤਖਤ ਸਾਹਿਬ ਦੀ ਮਰਿਆਦਾ ਨਹੀਂ ਹੈ, ਸਾਰੇ ਨਿਹੰਗ ਸਿੰਘਾਂ ਦੇ ਦਲਾਂ 'ਚ ਜਾ ਕੇ ਵੇਖ ਲਿਓ, ਸਭ ਕੁਝ ਇਹੀ ਚੱਲਦਾ। ਫਿਰ ਉਹ ਸਾਰੇ ਦਲ ਹਿੰਦੂ ਹੋ ਗਏ, ਤਖਤ ਵੀ ਹਿੰਦੂ ਹੋ ਗਿਆ, ਤੇ ਕਹਿਣ ਵਾਲਾ ਜਿਹੜਾ ਹੈ ਉਹ ਹੀ ਇਕੱਲਾ ਸਿੱਖ ਹੋ ਗਿਆ। ਤਖਤ ਸਾਹਿਬ ਜੀ ਦੀ ਮਰਿਆਦਾ ਦੇ ਉੱਤੇ ਉਂਗਲ ਉਠਾਉਣੀ, ਭਾਵੇਂ ਕਿ ਮੈਂ ਫਿਰ ਬੇਨਤੀ ਕਰਦਿਆਂ ਕਿ ਇਸ ਮਾਸ ਦਾ ਸੇਵਨ ਕਰਨਾ ਜਾਂ ਨਾ ਕਰਨਾ ਇਹ ਕਲਹ ਦਾ ਬਾਤ ਹੈ, ਉਹਦੇ ਤੇ ਵੀ ਮੈਂ ਬਹੁਤ ਸਮਾਂ ਜਿਹੜਾ ਹੈ ਉਹ ਨਿਰਣਾ ਦੇ ਸਕਦਾ ਹਾਂ, ਪਰ ਸਮਾਂ ਨਹੀਂ ਇੰਨਾ। ਤੋ ਸਾਧ ਸੰਗਤ ਜੀ ਜੇਕਰ ਕਿ ਤੁਸੀਂ ਇਹੀ ਵੇਖਣ ਲਈ ਇੱਥੇ ਆਉਣਾ ਹੈ ਕਿ ਬੱਕਰਾ ਕਿੱਥੇ ਵੱਢਿਆ ਜਾਂਦਾ ਹੈ, ਤੇ ਉਹ ਉੱਥੇ ਕਿਸੇ ਨਿਹੰਗ ਸਿੰਘਾਂ ਦੇ ਦਲ 'ਚ ਵੇਖ ਲਿਆ ਕਰੋ। ਤਖਤ ਸਾਹਿਬ ਤੇ ਏਡੀ ਦੂਰ ਤੁਹਾਨੂੰ ਟਿਕਟ ਖਰਚਣ ਦੀ ਕੀ ਲੋੜ ਹੈ? ਉੱਥਾਂ ਬਹੁਤ ਜ਼ਿਆਦਾ ਚਟੰਗੇ ਝਟਕਦੇ ਆ ਉਹ ਵੀ ਉੱਥੇ। ਤੇ ਇਹ ਵੇਖੋ ਪੰਥ ਦੇ ਅੰਦਰ ਦੁਬਿਧਾ ਪਾਉਣ ਦਾ ਯਤਨ ਕਰਦੇ ਆ ਸ਼ਰਾਰਤੀ ਅਨਸਰ। ਮੈਂ ਦਲ ਪੰਥ ਵਿੱਚ ਰਿਹਾ, ਨਿਹੰਗ ਸਿੰਘਾਂ ਵਿੱਚ ਕੋਈ ਇਸ ਗੱਲ ਦੀ ਦੁਬਿਧਾ ਨਹੀਂ। ਉਦੋਂ ਵੀ ਸਾਧ ਸੰਗਤ ਜੀ ਹੁਣ ਇਹ ਚੀਜ਼ਾਂ ਜ਼ੋਰ ਫੜਦੀਆਂ ਜਾ ਰਹੀਆਂ, ਭਾਵੇਂ ਕਿ ਜਿਹੜਾ ਨਹੀਂ ਮਾਸ ਖਾਂਦਾ ਉਹਨੂੰ ਕਹਿੰਦੇ ਸਿੰਘ ਨਹੀਂ, ਜਿਹੜਾ ਖਾਂਦਾ ਉਹ ਕਹਿੰਦਾ ਇਹੀ ਸਿੰਘ ਹੈ। ਇਹੋ ਜਿਹੀਆਂ ਪਹਿਲਾਂ ਕੋਈ ਵੀ ਵਖਰੇਵਾਂ ਨਹੀਂ ਸੀ ਹੁੰਦਾ ਦਲ ਪੰਥ ਦੇ ਅੰਦਰ। ਕਈ ਐਸੇ ਨਿਹੰਗ ਸਿੰਘ ਜਿਹੜੇ ਆਪ ਮਾਸ ਦਾ ਸੇਵਨ ਨਹੀਂ ਸੀ ਕਰਦੇ, ਪਰ ਚਟੰਗਾ ਝਟਕ ਦਿੰਦੇ ਸੀ, ਬਣਾ ਦਿੰਦੇ ਸੀਗੇ, ਪਰ ਆਪ ਸੇਵਨ ਨਹੀਂ ਸੀ ਕਰਦੇ। ਤੇ ਇਹ ਕਿਸੇ ਅੰਦਰ ਵੀ ਕੋਈ ਦੁਬਿਧਾ ਨਹੀਂ ਸੀ, ਆਪਸ ਦੇ ਅੰਦਰ ਬੜਾ ਪਿਆਰ ਸੀਗਾ। ਤੇ ਇਹ ਸਾਧ ਸੰਗਤ ਜੀ ਜਦੋਂ ਚਟੰਗਾ ਇੱਥੇ ਝਟਕਿਆ ਜਾਂਦਾ ਹੈ ਨਾ, ਉਸ ਦਾ ਜਿਹੜਾ ਖੂਨ ਹੈ ਉਹ ਤੀਰ ਡਬੋ ਕਰਕੇ ਜਾਂ ਇਸ ਪ੍ਰਕਾਰ ਫਿਰ ਸ਼ਸਤਰਾਂ ਨੂੰ ਜਿਹੜਾ ਹੈ ਉਹ ਸਾਧ ਸੰਗਤ ਜੀ ਤਿਲਕ ਦਿੱਤਾ ਜਾਂਦਾ ਹੈ। ਜਦੋਂ ਸਤਿਗੁਰਾਂ ਜੀ ਦਾ ਪੁਰਬ ਆਉਂਦਾ ਹੈ ਫਿਰ ਕਹਿੰਦੇ ਜੀ ਕਿਉਂ, ਆਖਰ ਕਿਉਂ ਜੀਵ ਹੱਤਿਆ ਕਿਉਂ ਕੀਤੀ ਜਾਂਦੀ ਹੈ? ਤੋ ਇੱਕ ਆਇਆ ਸੀ ਇੱਥੇ, ਉਹ ਕਹਿੰਦਾ ਜੀ ਇਹ ਜੀਵ ਹੱਤਿਆ ਹੈ, ਤੇ ਉਹ ਸੇਵਾਦਾਰ ਨਾਲ ਬਹੁਤ ਬਹਿਸਦਾ ਪਿਆ ਸੀ। ਮੈਂ ਉਸ ਨੂੰ ਬੇਨਤੀ ਕੀਤੀ ਬੜੇ ਪ੍ਰੇਮ ਨਾਲ ਕਿ ਭਾਈ ਗੁਰਮੁਖਾ ਤੇਰੀ ਉਮਰ ਵਡੇਰੀ ਲੱਗਦੀ ਹੈ, ਤੇ ਮੈਨੂੰ ਲੱਗਦਾ ਤੂੰ ਮੂੰਹ ਤੇ ਦਾੜੇ ਨੂੰ ਵੀ ਰੰਗ ਲਾਇਆ ਲੱਗਦਾ। ਕਹਿੰਦਾ ਹਾਂ ਲਾਇਆ। ਮੈਂ ਕਿਹਾ ਤੇਰੇ ਕੜਾ ਕਿੱਥੇ? ਸਰਬਲੋ ਦਾ ਸੋਨੇ ਦਾ ਕੜਾ ਪਾਇਆ ਸੀ, ਹੈ ਨਹੀਂ ਸੀ ਪਾਇਆ। ਮੈਂ ਕਿਹਾ ਲੱਗਦਾ ਤੂੰ ਕਿਰਪਾਨ ਵੀ ਨਹੀਂ ਪਾਈ। ਕਹਿੰਦਾ ਨਹੀਂ ਪਾਈ। ਤੇ ਮੈਂ ਕਿਹਾ ਅੱਜ ਸ੍ਰੀ ਮੁਖਵਾਕ ਜੋ ਆਇਆ ਗੁਰੂ ਸਾਹਿਬ ਦਾ ਸੁਣਿਆ? ਕਹਿੰਦਾ ਨਹੀਂ ਸੁਣਿਆ। ਕਥਾ ਹੋਈ? ਮੈਂ ਕਿਹਾ ਹੁਣੇ ਕਰਕੇ ਉਤਰਿਆ ਕਥਾ, ਤੇ ਸੁਣੀ ਹੈ ਕਥਾ? ਕਹਿੰਦਾ ਨਹੀਂ ਕਥਾ ਨਹੀਂ ਸੁਣੀ। ਫਿਰ ਐਡੀ ਦੂਰ ਕੀ ਵੇਖਣ ਆਇਆ? ਨਾ ਗੁਰੂ ਜੀ ਦਾ ਮੁਖਵਾਕ ਸੁਣਿਆ, ਨਾ ਸਤਿਗੁਰਾਂ ਜੀ ਦੀ ਕਥਾ ਸੁਣੀ ਹੈ, ਫਿਰ ਐਡੀ ਦੂਰ ਇਹੋ ਵੇਖਣ ਵਾਸਤੇ ਆਏ, ਦੋਖ ਦ੍ਰਿਸ਼ਟੀ ਲੈ ਕੇ ਆਏ। ਸਾਧ ਸੰਗਤ ਜੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਥੇ ਮਹੀਨਿਆਂ ਬੱਧੀ ਰਹਿ ਕੇ ਕਥਾ ਕਰਿਆ ਕਰਦੇ। ਅੱਜ ਵੀ ਉਹਨਾਂ ਦੀਆਂ ਟੇਪ ਰਿਕਾਰਡਾਂ ਵਿੱਚ ਤਖਤ ਸਾਹਿਬ ਦੀਆਂ ਪਿੱਛੇ ਆਵਾਜ਼ਾਂ ਸੁਣਾਈ ਦਿੰਦੀਆਂ। ਮਹਾਂਪੁਰਖ ਇੱਥੇ ਕਥਾ ਕਰਦੇ ਰਹੇ, ਅਤੇ ਸਾਧ ਸੰਗਤ ਜੀ ਕਥਾ ਕਰਦਿਆਂ ਮਹਾਂਪੁਰਖਾਂ ਨੇ ਬਹੁਤ ਇੱਥੇ ਸ਼ਹਿਬਰਾਂ ਲਾਈਆਂ। ਤੇ ਜਿਵੇਂ ਜਿਵੇਂ ਸਿੰਘ ਆਉਂਦੇ ਸੀ ਨਾਲ, ਮਹਾਂਪੁਰਖ ਕਹਿ ਦਿੰਦੇ ਸੀ ਭਾਈ ਕਦੇ ਤਖਤ ਸਾਹਿਬ ਤੇ ਜਾ ਕੇ ਦੋਖ ਦ੍ਰਿਸ਼ਟੀ ਨਾਲ ਨਹੀਂ ਤੱਕਣਾ,
क्योंकि तुसीं उत्थे बाणी पढ़न लई, नाम जपण लई चले हो, सतगुरु गुरु गोबिंद सिंह सच्चे पातशाह जी महाराज दीयां खुशियां प्राप्त करनियां। ते जिहड़ी प्यार दी बात है ना, प्यार नाल साध संगत जी सारे ही मसले हल हो सकते हैं। वो भी मैं बेनती करदे हां, तख्त साहब ते जिवें सतगुरु जी महाराज तखत ते बैठिया करदे सी ना, ते महाराज दे हस्त कमलां दे अंदर तीर हुंदा सीगा। ये आपां इतिहास सुणदे हां, सच्चे पातशाह जी महाराज अपने हस्त कमलां च खपरा तीर रखिया करदे सी। जदों कोई वस्तु महाराज जी नूं भेंट करदा सी, हजूर तीर ला दिंदे सी, समझिया जांदा सी कि महाराज प्रवान कर लिया। इवें तख्त साहब ते वो तीर होया करदा सी, ते आदि काल तो तीर ही लाउंदे सीगे। जिवें संत महापुरख इत्थे आउंदे सी कथा करन वास्ते, तो श्रीमान संत बाबा जोगिंदर सिंह जी मोनी जी, उन्हां ने लम्मा समा तख्त साहब की सेवा की है। महापुरखा एक बारी प्यार नाल आख्या कि महाराज पंथ की सारे की मर्यादा है कि किरपान नाल भोग लगता है, तुसीं इत्थे तीर नाल भोग लाउने हो, तो आपां किरपान नाल ना लाया करिए। बाबा जी कहण लगे मोनी जी कि महाराज इत्थे सिंह हजूरी खालसा बड़ा करारा है, धर तेज करारा, ते महाराज ये किवें करांगे। महापुरख कहण लगे जुगती कर लैने आपां, जिथे पिछों तीर ही रहण दी अगे किरपान दा फल ला लैने आ। ते साध संगत जी तुसीं होर किधरे नहीं वेखोगे, इत्थे हजूर साहब अगे किरपान दा फल वै, पिछे तीर दा फल वै। महापुरखां ने बेनती कीती। फिर श्री गुरु ग्रंथ साहब जी का छोटा स्वरूप अंदर तख्त साहब जी के उपर प्रकाशमान है। ये साध संगत जी जदों दिवाली का पुरब आउंदा है, उदों संगतां नूं दर्शन कराए जांदे आ। महापुरख इत्थे आए, मैनू जथेदार जी ने बचन सुनाया सीगा, मैनू बचन याद आ गया, प्रेम की बात कहन लगा। महापुरख किन्नी क मर्यादा रखते सी। श्रीमान संत ज्ञानी गुरबचन सिंह जी उन्हां दे किसी संगी साथी तो पुछ लैना, बहुत विवेक की मर्यादा रखते सी। बाबा जोगिंदर सिंह जी मोनी जी कहन लगे महाराज प्रशादा छकाउणा है। तो वो जदों प्रशादा वरजिया, एक सिंह अंदर गया कुछ लैण वास्ते, ते जिन्हां ने प्रशादा बीबी जी बना रहे सी माता जी, उन्होंने साड़ी लाई हुई सी। ते बाहर आके ना सिंह संतां नूं कहण लगा महाराज जिहड़ी बीबी प्रशादे बनाउंदी उन्हें तां साड़ी लाई है। संत कहंदे भाई प्रेम वेख। बाबा जोगिंदर सिंह जी मोनी किन्ने प्यार नाल प्रशादा छका रहे है। कहंदे भाई इत्थे प्रेम वेखो, किसी प्रकार कोई होर चीज ना वेखो। इन्ना प्रेम महापुरख करिया करदे। ते साध संगत जी इत्थों दे हजूरी सिंह आप हैड जथेदार बहुत महापुरखां दा प्यार जिहड़ा सी उन्हां दा सत्कार करिया करदे। फिर कहंदे जी इत्थों दे जथेदार नूं पहलों हैड पुजारी कहा जांदा सी। ठीक साध संगत जी कहा जांदा सी। समय नाल कई चीज़ां विच बदलाव आ जांदा है। जिवें अकाल तख्त साहब नूं पहलां अकाल बुंगा कहा जांदा सी, हुण अकाल तख्त साहब कहा जांदा है। ते हुण हैड जथेदार ही कहंदे आ, क्योंकि शब्दां विच बदलाव आउंदा है। कदे इत्थे इन्नी ज़्यादा आवाजाई नहीं सी जदों हुंदी, क्योंकि आवाजाई दे साधन नहीं सी हुंदे। इन्ना जदों साध संगत जी कई शब्द जिहड़े सी उन्हां दे बोलण विच जरूर हेर फेर है, पर इहदा अर्थ ये ते नहीं कि भी तख्त साहब एक हिंदू मंदिर की मर्यादा नूं प्रचलित करता है। तो मैं आप दे सामने ये शब्द रख रहा सामने जदों, क्योंकि करोड़ां ही श्रद्धालु इत्थे आउंदे आ, करोड़ां ही अरबां ही। किसी नूं मेरे कहण दी ये शब्दां की जरूरत नहीं है, पर फिर भी क्योंकि शंका उठाउंदे है तो उस दे लई मैं कहना बेनती कर रहा। नहीं तो शब्द कोई कहण दी भी लोड़ नहीं, क्योंकि प्रतख नूं की प्रमाण है। सतगुरु जी दा सामने जिथे तख्त अस्थान है उत्थे 4 शफेरे शस्त्र लिपटे हुंदे। फिर साध संगत जी तख्त साहब तो अमृत वेले तो गुरबाणी दीआं महकां उठण लग पैंदियां। एक रस गुरबाणी दा कीर्तन आरंभ हुंदा है, सतगुरां जी दे श्री मुखवाक हुंदे है। एक रस महाराज सच्चे पातशाह जी दी फिर बाणी दी कथा हुंदी है। आसा दी वार दे भोग तो अरदासां होणियां, फिर महाराज जी नूं जिवें प्रतख रूप जाण करके सतगुरां जी दे अगे नजराने भेंट होने, महाराज साहब जी वल्लों सिरोपाओ होने आईयां संगतां गुरमुखां नूं। सतगुरां जी दी फिर लड़ीवार गुरबाणी दी आ समां जो कथा होनी, ते किवें प्यार नाल सारियां संगतां गुरसिख जिहड़े आ सतगुरु जी दी धुर की बाणी दी कथा सुणदे आ। फिर साध संगत जी
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਰੋਜ਼ ਮਰਿਆਦਾ ਚੱਲਦੀ ਹੈ, ਕੀਰਤਨ ਹੁੰਦਾ ਹੈ, ਫਿਰ ਮਹਾਰਾਜ ਜੀ ਨੂੰ ਭੋਗ ਲੱਗਦਾ ਹੈ। ਦੁਪਹਿਰ ਦੇ ਵਕਤ ਸ਼੍ਰੀ ਦਸਮ ਮਹਾਰਾਜ ਜੀ ਦੀ ਕਥਾ ਹੁੰਦੀ ਹੈ, ਤੇ ਫਿਰ ਸ਼ਾਮ ਨੂੰ ਮਹਾਰਾਜ ਜੀ ਨੂੰ ਭੋਗ ਲੱਗਦਾ ਹੈ। ਇਤਿਹਾਸ ਦੀ ਕਥਾ ਹੁੰਦੀ ਹੈ, ਸ਼ਾਮ ਦੀ ਸਾਰੀ ਮਰਿਆਦਾ ਚੱਲ ਪੈਂਦੀ ਹੈ। ਫਿਰ ਕਹਿੰਦੇ ਜੀ ਆਰਤੀਆਂ ਮੰਦਿਰ ਵਿੱਚ ਹੁੰਦੀਆਂ, ਹਰਿਮੰਦਰ ਸਾਹਿਬ ਨਾਲ ਨਹੀਂ ਮਰਿਆਦਾ ਰਲਦੀ। ਹਰਿਮੰਦਰ ਸਾਹਿਬ ਦੇ ਅੰਦਰ ਵੀ ਆਰਤੀ ਹੁੰਦੀ ਹੈ, ਪਰ ਉੱਥੇ ਕੀ ਹੈ ਕਿ ਹੁਣ ਥਾਲੀ ਵਿੱਚ ਦੀਵੇ ਬਾਲ ਕੇ ਭਾਵੇਂ ਆਰਤੀ ਨਹੀਂ ਕਰਦੇ, ਪਰ ਸਾਧ ਸੰਗਤ ਜੀ ਇੱਥੇ ਉਵੇਂ ਹੀ ਨਿਹੰਗ ਸਿੰਘਾਂ ਦੇ ਸਾਰੇ ਦਲਾਂ ਵਿੱਚ ਉਵੇਂ ਹੀ ਆਰਤੀ ਹੁੰਦੀ ਹੈ ਜਿਵੇਂ ਇੱਥੇ ਹੁੰਦੀ ਹੈ। ਇਸ ਪ੍ਰਕਾਰ ਇਹ ਆਰਤੀ ਦੇ ਉੱਪਰ ਕਿਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਵਖਰੇਵਾਂ ਨਹੀਂ, ਸ਼ਬਦਾਂ ਦਾ ਜਾਪ ਜਿਹੜਾ ਹੈ ਉਵੇਂ ਕੀਤਾ ਜਾਂਦਾ ਹੈ। ਫਿਰ ਉਹਨਾਂ ਦੇ ਮਨ ਦੇ ਕਈ ਇਹੋ ਜਿਹੇ ਵਲਵਲੇ ਹੈ ਕਿ ਇਹ ਮਨਮਤ ਹੈ। ਸਾਧ ਸੰਗਤ ਜੀ ਮਨਮਤ ਕੀ ਹੈ, ਗੁਰਮਤ ਕੀ ਹੈ, ਇਹ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ। ਪੰਜਾਂ ਹੀ ਤਖਤਾਂ ਦੇ ਜਥੇਦਾਰ ਥਾਪੇ ਹੋਏ ਹੈ, ਪੰਥ ਹੈ ਮੌਜੂਦ ਹੈ, ਪੰਥ ਨੂੰ ਅਧਿਕਾਰ ਹੈ ਸਾਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਇਹ ਪੰਥ ਸਾਜਿਆ ਹੋਇਆ, ਜੋ ਮਰਜ਼ੀ ਗੁਰਮਤਾ ਕਰ ਸਕਦਾ ਹੈ, ਪਰ ਕਿਸੇ ਇੱਕ ਨੂੰ ਕੀ ਹੱਕ ਹੈ ਕਿ ਕਿਸੇ ਪੰਥ ਦੇ ਤਖਤ ਦੇ ਮਰਿਆਦਾ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੇ। ਤੇ ਤਖਤ ਸਾਹਿਬ ਦੇ ਉੱਤੇ ਸਾਧ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਕਿ ਕਿਸ ਮੰਦਿਰ ਦੇ ਅੰਦਰ ਗੁਰਬਾਣੀ ਦੀ ਲੜੀਵਾਰ ਕਥਾ ਹੁੰਦੀ ਹੈ? ਸ੍ਰੀ ਦਸਮ ਦੀ ਕਥਾ ਹੁੰਦੀ ਹੈ। ਸ੍ਰੀ ਦਸਮ ਦੀ ਕਥਾ ਸਾਰੇ ਗੁਰੂ ਘਰਾਂ 'ਚ ਹੋਇਆ ਕਰਦੀ ਸੀਗੀ ਦੁਪਹਿਰ ਦੇ ਵਕਤ, ਪਰ ਉਹ ਹਟਾ ਦਿੱਤੀ ਗਈ। ਸਿੰਘ ਸਭਾ ਲਹਿਰ ਤੋਂ ਬਾਅਦ ਇਹ ਸਭ ਕੁਝ ਬਦਲਾਵ ਆਇਆ ਹੈ। ਪਰ ਤਖਤ ਸਾਹਿਬ ਤੇ ਪੁਰਾਤਨ ਮਰਿਆਦਾ ਜਿਹੜੀ ਹੈ ਸਾਧ ਸੰਗਤ ਜੀ ਤਿਵੇਂ ਹੀ ਇਨ ਬਿਨ ਗੁਰੂ ਮਹਾਰਾਜ ਦੀ ਬਾਣੀ ਦੀ ਲੜੀਵਾਰ ਕਥਾ ਹੁੰਦੀ ਹੈ, ਸ੍ਰੀ ਦਸਮ ਬਾਣੀ ਦੀ ਕਥਾ ਹੁੰਦੀ ਹੈ, ਇਤਿਹਾਸ ਦੀ ਕਥਾ ਹੁੰਦੀ ਹੈ। ਇਵੇਂ ਹੀ ਸਾਰਾ ਕੁਝ ਇੱਕ ਰਸ ਚੱਲਦਾ ਆ ਰਿਹਾ ਹੈ। ਤੋ ਕਿਸੇ ਪ੍ਰਕਾਰ ਮਨ ਦੇ ਅੰਦਰ ਸਾਧ ਸੰਗਤ ਜੀ ਜਿਹੜੀ ਇਹ ਦੁਬਿਧਾ ਹੈ ਨਾ, ਇਹ ਤੁਹਾਨੂੰ ਨਹੀਂ ਰੱਖਣੀ ਚਾਹੀਦੀ ਕਿਸੇ ਨੂੰ, ਕਿਉਂਕਿ ਸੰਗਤਾਂ ਦੇ ਅੰਦਰ ਹੈ ਨਹੀਂ ਕੋਈ ਜਿਹੜਾ ਨਹੀਂ ਜਾਣਦਾ ਨਾ, ਨਹੀਂ ਜਿਹਨੂੰ ਪਤਾ, ਉਹ ਸਾਧ ਸੰਗਤ ਜੀ ਜ਼ਰੂਰ ਇਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਦੂਸਰਾ ਇਹ ਹੈ ਕਿ ਜਿਹੜਾ ਜਿੱਥੋਂ ਇਹ ਗੱਲ ਜ਼ਿਆਦਾ ਜ਼ੋਰ ਫੜੀ ਆਖੇ ਜੀ ਹਜੂਰ ਸਾਹਿਬ ਤੋਂ ਕਰੋਨਾ ਵਾਇਰਸ ਦੇ ਪੀੜਤ ਜਿਹੜੇ ਉਹ ਆਏ ਤੇ ਪਕੜੇ ਗਏ ਆ, ਤੇ ਉਹ ਇੱਥੇ ਪਾਏ ਗਏ ਆ ਪੀੜਤ। ਤਕਰੀਬਨ ਸਾਧ ਸੰਗਤ ਜੀ ਜਦੋਂ ਇਹ ਦੇਸ਼ ਦੇ ਬੰਦ ਹੋਣ ਦੀ ਬਾਬਤ ਐਲਾਨ ਕੀਤਾ ਗਿਆ, ਸਾਰਾ ਹੀ ਦੇਸ਼ ਬੰਦ ਹੋਇਆ, ਤੇ ਇੱਥੇ ਗੁਰੂ ਘਰ ਦੇ ਅੰਦਰ ਵੀ ਤਕਰੀਬਨ ਜਿਹੜਾ ਹੈ ਉਹ ਨਗਰ ਨਿਵਾਸੀ ਸੰਗਤਾਂ ਆਉਂਦੀਆਂ ਸੀ। ਜਿਹੜੀਆਂ ਸੰਗਤਾਂ ਇੱਥੇ ਰਹਿੰਦੀਆਂ ਸੀ ਉਹਨਾਂ ਨੂੰ ਅੰਦਰ ਹੀ ਰਹਿਣ ਨੂੰ ਕਮਰੇ ਦਿੱਤੇ ਗਏ, ਤੇ 1.5 ਮਹੀਨਾ ਤਕਰੀਬਨ ਇੱਥੇ ਸਾਰੀਆਂ ਸੰਗਤਾਂ ਰਹੀਆਂ ਨੇ। ਤੇ ਜਿਹੜੇ ਇਹਦੇ ਲੱਛਣਾਂ ਦੀ ਬਾਬਤ ਦੱਸਦੇ, ਕਹਿੰਦੇ ਜੇ ਕਿਸੇ ਨੂੰ ਹੋਵੇ ਤੇ ਉਹ 14 ਦਿਨ ਜਾਂ ਵੱਧ ਤੋਂ ਵੱਧ 21 ਦਿਨ ਵਿੱਚ ਉਹਦੇ ਲੱਛਣ ਪ੍ਰਗਟ ਹੋ ਜਾਂਦੇ ਆ। 1.5 ਮਹੀਨਾ ਕਿਸੇ ਨੂੰ ਕੁਝ ਵੀ ਇੱਥੇ ਨਹੀਂ ਹੋਇਆ, ਤੇ ਫਿਰ ਇਹ ਕਿਵੇਂ ਕੋਈ ਦਾਅਵਾ ਕਰ ਸਕਦਾ ਹੈ ਕਿ ਹਜੂਰ ਸਾਹਿਬ ਤੋਂ ਹੀ ਇਹ ਜਿਹੜਾ ਹੈ ਉਹ ਲੈ ਕਰਕੇ ਗਏ ਹੈ? ਤਾਂ ਇਹ ਜਵਾਬ ਤਾਂ ਇਸ ਗੱਲ ਦਾ ਦਿੱਤਾ ਸੀਗਾ, ਪਰ ਉਹਨਾਂ ਨੇ ਫਿਰਕਾ ਪ੍ਰਸਤੀ ਨਾਲ ਜੋੜ ਕਰਕੇ ਇਸ ਦਾ ਸਾਧ ਸੰਗਤ ਜੀ ਅੱਗੋਂ ਉੱਤਰ ਦਿੱਤਾ। ਤੇ ਜਦੋਂ ਵੇਖੋ ਇੱਥੋਂ ਗਈ ਵੀ ਹੈ ਸੰਗਤ, ਪਹਿਲਾਂ ਤਾਂ ਆਪਾਂ ਸੰਗਤਾਂ ਨੂੰ ਹੀ ਬੇਨਤੀ ਕੀਤੀ ਸੀ ਕਿ ਘਰ ਦਾ ਮੋਹ ਨਾ ਕਰੋ, ਹੋਰ 15 ਦਿਨ ਇੱਥੇ ਹੀ ਟਿਕ ਜੋ, ਸਭ ਟਿਕ ਟਿਕਾ ਹੋ ਜਾਵੇਗਾ। ਪਰ ਉਹਨਾਂ ਨੂੰ ਵੀ ਕਾਹਲੀ ਸੀ ਕਿ ਚਲੋ ਗ੍ਰਸਤੀ ਆ, ਘਰ ਜਾਣਾ। ਪਰ ਹੁਣ ਵੀ ਕਿਹੜਾ ਉਹਨਾਂ ਘਰ ਜਾਣ ਦਿੱਤਾ, ਉੱਥੇ ਰਾਹ 'ਚ ਹੀ ਕਿਤੇ ਪਤਾ ਨਹੀਂ ਕਿੱਥੇ ਹੁਣ ਦੱਸਦੇ ਸੀਗੇ ਸਿੰਘ, ਕਹਿੰਦੇ ਵੀ ਕਮਰੇ ਵੀ ਚੰਗੇ ਨਹੀਂ, ਮੱਛਰ ਲੜਾਉਂਦੇ ਆ, ਜਾਂ ਪਾਣੀ ਵੀ ਨਹਾਉਣ ਨੂੰ ਨਹੀਂ। ਇੱਥੇ ਤਾਂ ਕਿੰਨੀਆਂ ਲਹਿਰਾਂ ਬਹਿਰਾਂ ਸੀ। ਤਖਤ ਸਾਹਿਬ ਜੀ ਤੇ ਰੋਜ਼ ਹਾਜ਼ਰੀ ਭਰਨੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਣੀਆਂ, ਲੰਗਰ ਛਕਣ ਨੂੰ, ਤੇ ਉਧਰ ਕਾਰ ਸੇਵਾ ਵਾਲੇ ਮਹਾਂਪੁਰਖ ਸਾਰਾ ਹੀ ਵੇਖੋ ਕਿੱਡਾ ਖਿਆਲ ਰੱਖਦੇ ਸੀਗੇ। ਤੇ ਹੁਣ ਉੱਥੇ ਉਹਨਾਂ ਨੂੰ ਭਾਵੇਂ ਘਰ ਤਾਂ ਜਾਣ ਨਹੀਂ ਦਿੱਤਾ ਹੈ, ਤੇ ਫਿਰ ਵੀ 14-15 ਦਿਨ ਬੀਤ ਜਾਣ ਤੋਂ ਚਲੋ ਉਹਨਾਂ ਨੂੰ ਇਜਾਜ਼ਤ ਮਿਲ ਹੀ ਜਾਵੇਗੀ। ਪਰ ਇਹ ਕੋਈ ਦਾਅਵੇ ਨਾਲ ਕੀ ਕਹਿ ਸਕਦਾ ਹੈ ਕਿ ਹਜੂਰ ਸਾਹਿਬ ਤੋਂ ਹੀ ਵਾਇਰਸ ਫੈਲਿਆ ਹੈ? ਇਹ ਗੱਲਾਂ ਕਹਿਣੀਆਂ ਜਿਹੜੀਆਂ ਨਾ ਉਹ ਸਾਧ ਸੰਗਤ ਜੀ ਬਿਲਕੁਲ ਗਲਤ ਹਨ। ਤੇ ਸ਼ਰਾਰਤੀ ਅੰਸਰ ਜਿਹੜੇ ਆ ਨਾ ਉਹ ਇਹਨਾਂ ਗੱਲਾਂ ਨੂੰ ਬੜਾਵਾ ਦਿੰਦੇ ਆ। ਤੇ ਇਸ ਦੇ ਜਿਹੜੇ ਵਜੋਂ ਸਿੱਖ ਜਿਹੜੇ ਉਹਨਾਂ ਨੇ ਇਹ ਜ਼ਰੂਰ ਕੁਝ ਕਿਹਾ ਹੈ ਗੁਰਮੁਖਾਂ ਨੇ ਕਿ ਭਈ ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਤਾਂ ਵਾਇਰਸ ਚਿੰਬੜ ਗਿਆ। ਤੇ ਮਾਫ ਕਰਨਾ, ਜਿਹੜੇ ਇਸ ਦੇਸ਼ ਦੇ ਕਈ ਲੀਡਰ ਮਸ਼ਾਲਾਂ ਜਗਾ ਕੇ ਤੇ ਇਕੱਠੇ ਹੋ ਕਰਕੇ ਕਹਿ ਰਹੇ ਸੀ ਕਰੋਨਾ ਵਾਇਰਸ ਗੋ, ਇਸ ਤਰ੍ਹਾਂ ਮੈਨੂੰ ਦੱਸੋ ਕਿ ਕਿਸੇ ਤੁਸੀਂ ਪੱਛਮੀ ਦੇਸ਼ ਦੇ ਹੀ ਕਿਸੇ ਬੰਦੇ ਨੂੰ ਪੁੱਛ ਲਓ ਕਿ ਭਈ ਵਾਇਰਸ ਇੱਦਾਂ ਚਲੇ ਜਾਂਦਾ?
ਤੇ ਉਹਨਾਂ ਨੂੰ ਕਿਉਂ ਨਹੀਂ ਕਿਸੇ ਪ੍ਰਕਾਰ ਸਰਕਾਰ ਨੇ ਨੱਥ ਪਾਈ ਵੀ ਤੁਸੀਂ ਇਕੱਠੇ ਹੋ ਕਰਕੇ ਇਹੋ ਕੁਝ ਦੇ ਡਰਾਮੇ ਕਰ ਰਹੇ ਆ। ਇਹ ਸਾਧ ਸੰਗਤ ਜੀ ਵੇਖੋ ਕਿੱਡੀਆਂ ਹਾਸੋਹੀਣੀਆਂ ਗੱਲਾਂ ਨੇ। ਇਹ ਆਪ ਤੇ ਇਹਨਾਂ ਦੀ ਸੋਚ ਜਿਹੜੀ ਆ ਉਹ ਕਿੱਥੇ ਖਲੋਤੀ ਹੋਈ ਹੈ, ਤੇ ਦੂਸ਼ਣਬਾਜ਼ੀ ਜਿਹੜੀ ਆ ਗੁਰੂ ਘਰ ਤੇ ਕਰਦੇ ਆ। ਉਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਫਿਰ ਵੀ ਮੈਂ ਇਹੀ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਕਰਦੇ ਆ ਉਹਨਾਂ ਨੂੰ ਸੰਬੋਧਨ ਹੋ ਕੇ ਆਪਾਂ ਨਹੀਂ ਕਿਹਾ, ਆਪਾਂ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਕਿਹਾ ਕਿ ਭਾਈ ਕਿਸੇ ਦੇ ਮਨ 'ਚ ਕੋਈ ਸ਼ੰਕਾ ਨਾ ਆਵੇ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਆ ਨਾ ਉਹਨਾਂ ਨੂੰ ਸੱਭਿਅਕ ਭਾਸ਼ਾ ਦੇ ਨਾਲ ਨਹੀਂ ਜਿਹੜਾ ਹੈ ਉਹ ਦੱਸਿਆ ਜਾ ਸਕਦਾ, ਤੇ ਵਿਦਵਾਨਾਂ ਦੀ ਸੱਭਿਅਕ ਭਾਸ਼ਾ ਹੀ ਹੁੰਦੀ ਹੈ। ਜੇ ਕੋਈ ਅਸੱਭਿਅਕ ਭਾਸ਼ਾ ਵਾਲਾ ਮਿਲੇ ਨਾ ਫੇਰ ਹੀ ਉਹਨਾਂ ਨੂੰ ਸਮਝ ਪੈਂਦੀ, ਕਿਉਂਕਿ ਮਹਾਰਾਜ ਆਖਿਆ ਮੂਰਖ ਗੰਢ ਪਵੈ ਮੋਹਿ ਮਾਰ। ਇਸ ਤਰ੍ਹਾਂ ਸਾਧ ਸੰਗਤ ਜੀ ਕੀ ਹੈ ਕਿ ਮੂਰਖ ਨੂੰ ਫਿਰ ਬੜੀ ਛੇਤੀ ਨਾਲ ਸਮਝ ਲੱਗ ਜਾਂਦੀ ਹੈ, ਸਾਰੀ ਅਕਲ ਆ ਜਾਂਦੀ ਹੈ। ਤੋ ਸਤਿਗੁਰੂ ਜੀ ਦੇ ਪਾਵਨ ਸਥਾਨ ਬਾਰੇ ਬਹੁਤ ਕੁਝ ਹੋਰ ਵੀ ਕਿਹਾ ਜਾਂਦਾ ਹੈ, ਤੇ ਜੇ ਕਿਸੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਹੋਵੇ ਤੋ ਸਾਧ ਸੰਗਤ ਜੀ ਇੱਥੇ ਆ ਕਰਕੇ ਆਪ ਵੇਖ ਸਕਦਾ ਹੈ ਕਿ ਇੱਥੇ ਕੀ ਮਾਣ ਮਰਿਆਦਾ ਚੱਲਦੀ ਹੈ, ਕਿਵੇਂ ਸਤਿਗੁਰਾਂ ਜੀ ਦੀ ਬਾਣੀ ਦੇ ਪ੍ਰਵਾਹ ਚੱਲਦੇ ਹੈ, ਕਥਾ ਕੀਰਤਨ ਹੁੰਦੇ ਹੈ, ਸਤਿਗੁਰਾਂ ਜੀ ਦੇ ਪਾਵਨ ਸ਼ਸਤਰ ਅੰਦਰ ਕਿਵੇਂ ਉਹਨਾਂ ਦੀ ਸੇਵਾ ਹੁੰਦੀ ਹੈ। ਦੋ ਮੁੱਖ ਸਾਧ ਸੰਗਤ ਜੀ ਇੱਥੇ ਜਿਹੜੀਆਂ ਨਾ ਉਹ ਸ਼ਕਤੀਆਂ, ਇੱਕ ਤਾਂ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ, ਗੁਰੂ ਮਹਾਰਾਜ ਦੀ ਧੁਰ ਕੀ ਬਾਣੀ ਤੇ ਸ੍ਰੀ ਦਸਮ ਮਹਾਰਾਜ ਦੀ ਬਾਣੀ, ਤੇ ਦੂਸਰੀ ਸ਼ਸਤਰ ਪੂਜਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਵਿਰਸਾ ਮਹਾਰਾਜ ਬਖਸ਼ਿਆ ਹੋਇਆ ਹੈ, ਤੇ ਗੁਰਸਿੱਖਾਂ ਨੇ ਇਹ ਸੰਭਾਲਿਆ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਿਰਸਾ। ਤੇ ਹਜੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਕੀ ਦਿੱਤਾ ਸੀ, ਬਖਸ਼ਿਸ਼ ਕੀ ਕੀਤੀ ਸੀ। ਜਦੋਂ ਇੱਥੇ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ ਤੇ ਹਜੂਰ ਨੇ ਇਹੀ ਦੋ ਬਚਨ ਕਹੇ ਸੀ, ਖਾਲਸਾ ਜੀ ਮੇਰੇ ਇਹ ਦੋ ਬਚਨ ਚੇਤੇ ਰੱਖਿਓ, ਇੱਕ ਤਾਂ ਸ਼ਸਤਰ ਵਿਦਿਆ ਨੂੰ ਨਾ ਵਿਸਾਰਿਓ, ਇੱਕ ਕਦੇ ਗੁਰਬਾਣੀ ਤੇ ਗੁਰਮੰਤਰ ਨਾ ਵਿਸਾਰਿਓ, ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ। ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਸੀ, ਤੇ ਮਹਾਰਾਜ ਜੀ ਨੇ ਨਾ ਜਿਹੜਾ ਕਰਾਰਾ ਤੇਜ ਧਰਿਆ ਹੈ ਉਹ ਸਾਧ ਸੰਗਤ ਜੀ ਆਪਣੀ ਬਾਣੀ ਦੁਆਰਾ ਤੇ ਸ਼ਸਤਰਾਂ ਦੁਆਰਾ ਹੀ ਖਾਲਸੇ ਦੇ ਅੰਦਰ ਧਰਨਾ ਕੀਤਾ ਹੈ। ਤੋ ਕਈ ਪ੍ਰਕਾਰ ਦੀਆਂ ਸਾਧ ਸੰਗਤ ਜੀ ਮਾੜੀਆਂ ਗੱਲਾਂ ਵੀ ਕੱਢ ਕੇ ਪੇਸ਼ ਕਰਦੇ ਹੈ। ਮੈਂ ਬੇਨਤੀ ਕਰਾਂ ਕਿ ਸਾਰੀਆਂ ਥਾਵਾਂ ਤੇ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ। ਕਿਸੇ ਸਮਾਜ ਵਿੱਚ, ਕਿਸੇ ਕੌਮ ਵਿੱਚ, ਕਿਸੇ ਜਗ੍ਹਾ ਤੇ ਸਾਰੇ ਹੀ ਮਾੜੇ ਨਹੀਂ ਹੁੰਦੇ। ਹਾਂ, ਸਾਰੀਆਂ ਥਾਵਾਂ ਤੇ ਕੁਝ ਮਾੜੇ ਅਨਸਰ ਵੀ ਹੁੰਦੇ ਹੈ। ਇਸ ਕਰਕੇ ਇਹਦਾ ਅਰਥ ਨਹੀਂ ਹੁੰਦਾ ਕਿ ਸਾਰੇ ਹੀ ਮਾੜੇ ਹੋ ਗਏ। ਤੋ ਕਿਸੇ ਪ੍ਰਕਾਰ ਕੋਈ ਭੁਲੇਖੇ ਦਾ ਸੰਗਤਾਂ ਨੂੰ ਸ਼ਿਕਾਰ ਨਹੀਂ ਹੋਣਾ ਚਾਹੀਦਾ। ਤੋ ਸਾਧ ਸੰਗਤ ਜੀ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਤਖਤ ਬਾਰੇ ਇੱਕ ਉਹ ਪਤਾ ਨਹੀਂ ਕੌਣ ਸੀ, ਉਹ ਕਾਲੇ ਕੱਪੜੇ ਉਹਨੇ, ਉਹ ਪ੍ਰੋਫੈਸਰ ਸਾਹਿਬ ਦਰਸ਼ਨ ਸਿੰਘ, ਉਹਨੇ ਕਾਲੇ ਕੱਪੜੇ ਪਾਉਣੇ ਸ਼ੁਰੂ ਕਰਤੇ ਸੀ ਕਿ ਜਿੰਨਾ ਚਿਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਨਾ ਆਖੇ ਚੁੱਕਿਆ ਜਾਂਦਾ ਉਹਨਾਂ ਚਿਰ ਮੈਂ ਕੱਪੜੇ ਨਹੀਂ ਦੂਜੇ ਪਾਉਣੇ। ਤੇ ਨਾ ਪਾ ਭਾਈ, ਇੱਥੇ ਕਿਹੜਾ ਕਿਸੇ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਨੋਂ ਹਟ ਜਾਣਾ। ਤੇ ਇਹ ਇਹੋ ਜੀਆਂ ਉਹ ਵੇਖੋ ਇਹੋ ਜਿਹੇ ਵੀ ਕਿੱਧਰ ਰੁਲ ਰਲ ਗਏ, ਚਲੇ ਗਏ। ਤੇ ਇਸ ਤਰ੍ਹਾਂ ਹੀ ਹਾਥੀ ਆਪਣੀ ਚਾਲ ਨਹੀਂ ਬਦਲਦੇ ਹੁੰਦੇ। ਇਹਨਾਂ ਸਾਧ ਸੰਗਤ ਜੀ ਰੁਲ ਖੱਪ ਜਾਣਾ। ਸਦੀਆਂ ਤੋਂ ਮਹਾਰਾਜ ਜੀ ਦਾ ਤਖਤ ਇਵੇਂ ਹੀ, ਮਹਾਰਾਜ ਦਾ ਪਵਿੱਤਰ ਤਖਤ ਮਹਿਕਾਂ ਵੰਡਦਾ ਆ ਰਿਹਾ ਗੁਰਬਾਣੀ ਦੀਆਂ। ਸਦਾ ਹੀ ਇਹ ਤਖਤ ਸਲਾਮਤ ਨੇ। ਸਤਿਗੁਰੂ ਜੀ ਦਾ ਪਵਿੱਤਰ ਅਸਥਾਨ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਤੇ ਸੁਣਨ ਵਾਲੇ ਕਈ ਗੁਰਸਿੱਖਾਂ ਦੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਇਉਂ ਬੋਲਤਾ, ਇਉਂ ਕਹਿਤਾ, ਕੀ ਇਹ ਕਿਸੇ ਕਹਿਣ ਦੇ ਨਾਲ ਕੀ ਹੁੰਦਾ ਹੈ। ਟਟਿਉਲੀ ਜੇ ਆਕਾਸ਼ ਵੱਲ ਨੂੰ ਪੈਰ ਕਰਕੇ ਕਹੇ ਆਕਾਸ਼ ਮੈਂ ਹੀ ਥੰਮਿਆ, ਆਕਾਸ਼ ਹੁਣ ਥੋੜਾ ਥੰਮਿਆ ਹੁੰਦਾ ਹੈ। ਇਹ ਸੱਚੇ ਪਾਤਸ਼ਾਹ ਜੀ ਦਾ ਘਰ ਹੈ, ਵਿਲੱਖਣ ਹੈ। ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਅਸੀਂ ਦ੍ਰਿੜਤਾ ਨਾਲ ਹਜ਼ੂਰ ਦਾ ਉਪਦੇਸ਼ ਕਮਾਈਏ, ਸਤਿਗੁਰਾਂ ਦੀ ਸਿੱਖਿਆ ਨੂੰ ਕਮਾਈਏ। ਤੋ ਸਾਧ ਸੰਗਤ ਜੀ ਅੱਜ ਕੇਵਲ ਅੱਖਰੀ ਅਰਥ ਹੀ ਹੋਣਗੇ। ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਕੱਲ ਨੂੰ ਇਸ ਸ਼ਬਦ ਦੇ ਫਿਰ ਆਪਾਂ ਵਿਸਥਾਰ ਸਹਿਤ ਜਿਹੜੇ ਆ ਸਰਵਣ ਕਰਾਂਗੇ, ਕਿਉਂਕਿ ਮਰਿਆਦਾ ਹੈ। ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਭਾਵੇਂ ਕੋਈ ਕਹੇ ਕਿ ਹੁਣ ਚਲੋ ਕਥਾ ਹੋ ਗਈ, ਸਮਾਂ ਹੋ ਗਿਆ ਤੇ ਸ਼ਬਦ ਕੱਲ ਨੂੰ ਹੀ ਕਰ ਲਾਂਗੇ। ਜੇ ਨਹੀਂ ਸਾਧ ਸੰਗਤ ਜੀ, ਜਿਹੜੀ ਮਰਿਆਦਾ ਹੈ ਨਾ, ਭਾਵੇਂ 2 ਪੌੜੀਆਂ ਜਾਂ 1 ਪੌੜੀ ਦੇ ਅਰਥ ਹੋਣ, ਉਹ ਜ਼ਰੂਰੀ ਮਰਿਆਦਾ ਨਿਭਾਈ ਦੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਅੱਖਰੀ ਅਰਥ ਹੀ ਕੇਵਲ ਸਰਵਣ ਕਰੀਏ, ਕੱਲ ਨੂੰ ਵਿਸਥਾਰ ਸਹਿਤ ਅਰਥ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਦੇ ਸ਼੍ਰੀ ਕੰਠ ਤੋਂ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੋਇਨੇ ਕੈ ਪਰਬਤ ਗੁਫਾ ਕਰੀ। ਸਾਧ ਸੰਗਤ ਜੀ, ਮਾਝ ਦੀ ਵਾਰ ਅੰਦਰ ਸਤਿਗੁਰਾਂ ਜੀ ਦਾ ਪਵਿੱਤਰ ਉਪਦੇਸ਼ ਹਜੂਰ ਅਚਲ ਬਟਾਲੇ ਸਤਿਗੁਰੂ ਜੀ ਆ ਕਰਕੇ ਜਦੋਂ ਵਿਰਾਜਮਾਨ ਹੋਏ ਆ, ਉਦੋਂ ਕਰਤਾਰਪੁਰ ਸਾਹਿਬ ਮਹਾਰਾਜ ਜੀ ਨੇ ਸਤਿਗੁਰਾਂ ਵਸਾ ਦਿੱਤਾ ਸੀਗਾ। ਕਰਤਾਰਪੁਰ ਸਾਹਿਬ ਤੋਂ ਚੱਲ ਕੇ ਮਹਾਰਾਜ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਭਾਈ ਗੁਰਦਾਸ ਜੀ ਨੇ ਗਵਾਹੀ ਦਿੱਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇੱਥੇ ਅਚਲ ਬਟਾਲੇ ਆਏ, ਇੱਥੋਂ ਦੀਆਂ ਸਾਖੀਆਂ ਬਹੁਤ ਪ੍ਰਚਲਿਤ ਨੇ। ਸਤਿਗੁਰਾਂ ਨੇ ਕਿਵੇਂ ਸਿੱਧਾਂ ਦਾ ਮਾਣ ਗਵਾਇਆ ਸੀ। ਫਿਰ ਸਾਰੇ ਸਿੱਧ ਮਹਾਰਾਜ ਦੇ ਚਰਨਾਂ 'ਚ ਆ ਕੇ ਬਹਿ ਗਏ। ਹਜੂਰ ਨੂੰ ਕਹਿਣ ਲੱਗੇ ਕਿ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ ਉਹ ਪਹਾੜ ਵਿੱਚ ਗੁਫਾ ਪਾ ਕੇ ਬੰਦਗੀ ਕਰੀਏ ਤੇ ਉੱਥੇ ਮਹਾਰਾਜ ਸਮਾਧੀ ਲਾਈਏ ਤੇ ਹੋ ਜਾਏਗੀ, ਕਿ ਜਾਂ ਮਹਾਰਾਜ ਅਸੀਂ ਕੋਈ ਕਿਸੇ ਪ੍ਰਕਾਰ ਦੇ ਜਿਹੜੇ ਆ ਉਹ ਭਗਵੇਂ ਕੱਪੜੇ ਪਾਈਏ ਤੇ ਫਿਰ ਮਹਾਰਾਜ ਹੋ ਜਾਏਗੀ, ਜਾਂ ਕਿ ਮਹਾਰਾਜ ਕਿਸੇ ਪ੍ਰਕਾਰ ਜਲ ਧਾਰਾ ਕਰੀਏ ਜਾਂ ਜਲ ਸਮਾਧੀ ਲਈਏ, ਕਿਤੇ ਆਕਾਸ਼ ਵਿੱਚ ਮਹਾਰਾਜ ਉੱਡੀਏ, ਕਿਉਂਕਿ ਸਿੱਧ ਉੱਡ ਅੱਡ ਲੈਂਦੇ ਸੀ ਆਕਾਸ਼ ਵਿੱਚ, ਕਿ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ। ਮਹਾਰਾਜ ਸਾਹਿਬ ਜੀ ਦੱਸਦੇ ਹਨ। ਹਜੂਰ ਵਿਸਥਾਰ ਹੈ, ਪਰ ਕੱਲ ਨੂੰ ਆਪਾਂ ਸੰਖੇਪ ਹੀ ਅੱਜ ਸਰਵਣ ਕਰਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਿੱਧਾਂ ਨੂੰ ਦੱਸਦੇ ਹਨ। ਸੋਇਨੇ ਕੈ ਪਰਬਤ ਗੁਫਾ ਕਰੀ। ਸਮੇਰ ਪਰਬਤ ਨੂੰ ਸੋਇਨੇ ਦਾ ਪਰਬਤ ਵੀ ਕਹਿੰਦੇ ਆ ਸਿੱਧ, ਪਰ ਮਹਾਰਾਜ ਕਹਿੰਦੇ ਭਾਈ ਪ੍ਰਤੱਖ ਵੀ ਭਾਵੇਂ ਸੋਇਨੇ ਦੇ ਪਰਬਤ ਦੇ ਅੰਦਰ ਜਿਹੜਾ ਹੈ ਸਮੇਰ ਪਰਬਤ ਦੇ ਅੰਦਰ ਜਾਂ ਗੁਫਾ ਕਰਕੇ ਕੋਈ ਬਣਾ ਕਰਕੇ ਮਹਾਰਾਜ ਕਹਿੰਦੇ ਸਮਾਧੀ ਲਾ ਲਵੇ। ਕੈ ਪਾਣੀ ਪਿਆਲ। ਜਾਂ ਮਹਾਰਾਜ ਕਹਿੰਦੇ ਭਾਈ ਪਾਣੀ ਦੇ ਅੰਦਰ ਜਿਵੇਂ ਜਲ ਧਾਰਾ ਕਰਦੇ ਆ ਤੇ ਪਿਆਲ ਜਾਂ ਪਤਾਲ ਵਿੱਚ ਵੀ ਸਿੱਧ ਚਲੇ ਜਾਂਦੇ ਸੀ ਨਾ ਸਿੱਧੀ ਦੇ ਬਲ ਨਾਲ, ਜਾਂ ਮਹਾਰਾਜ ਕਹਿੰਦੇ ਭਾਈ ਪਤਾਲ ਵਿੱਚ ਹੀ ਜਾ ਕਰਕੇ ਸਮਾਧੀ ਲਾ ਲਵੇ। ਇਹ ਜਿਹੜਾ ਦੁਰਯੋਧਨ ਸੀ, ਇਹਨੇ ਜਦੋਂ ਹਾਰ ਗਿਆ ਸੀਗਾ ਤੇ ਜਲ ਸਮਾਧੀ ਲੈ ਲਈ ਸੀ। ਜਲ ਵਿੱਚ ਭਾਵ ਸਮੁੰਦਰ 'ਚ ਜਾ ਕਰਕੇ ਸਮਾਧੀ ਲਾ ਲੈਂਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਵੇਂ ਕੋਈ ਜਲ ਦੇ ਵਿੱਚ ਵੀ ਸਮਾਧੀ ਲਾ ਲਵੇ, ਜਾਂ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਾਂ ਪਾਣੀ ਪਿਆਲ ਭਾਵ ਜਿਹੜਾ ਹੈ ਪਤਾਲ ਦੇ ਵਿੱਚ ਵੀ ਚਲੇ ਜਾਵੇ, ਉੱਥੇ ਸਮਾਧੀ ਲਾ ਲਵੇ ਜਾ ਕਰਕੇ। ਕੈ ਵਿੱਚ ਧਰਤੀ ਕੈ ਆਕਾਸੀ। ਜਾਂ ਮਹਾਰਾਜ ਕਹਿੰਦੇ ਧਰਤੀ ਦੇ ਵਿੱਚ, ਜਾਂ ਸਤਿਗੁਰੂ ਜੀ ਕਹਿੰਦੇ ਭਾਈ ਆਕਾਸ਼ ਦੇ ਵਿੱਚ ਚਲਿਆ ਜਾਵੇ। ਉੱਡਦੇ ਆ ਨਾ ਆਕਾਸ਼ ਵਿੱਚ, ਜਾਂ ਧਰਤੀ ਤੇ ਹੀ ਕਿਤੇ ਬੜੀ ਇਕਾਂਤ ਥਾਂ ਤੇ ਜਾ ਕੇ ਬਹਿ ਜਾਵੇ ਸਮਾਧੀ ਲਾ ਕੇ। ਉਰਧ ਰਹਾ ਸਿਰ ਭਾਰ। ਤੇ ਸਾਧ ਸੰਗਤ ਜੀ ਸਿਰ ਭਾਰ ਹੋ ਕਰਕੇ ਕਈ ਕਪਾਲੀ ਆਸਣ ਲਾਉਂਦੇ ਐ, ਕਈ ਦਰਖਤਾਂ ਨਾਲ ਪੁੱਠਾ ਲਟਕਦੇ ਐ। ਇਸ ਪ੍ਰਕਾਰ ਊਰਧ ਬਾਹੂ ਵੀ ਕਹਿੰਦੇ ਐ, ਇੱਕ ਲੱਤ ਦੇ ਭਾਰ ਖੜੇ ਹੋ ਕਰਕੇ ਨਾ ਦੂਸਰੀ ਲੱਤ ਗੋਡੇ ਤੋਂ ਉੱਪਰ ਲਾ ਕਰਕੇ ਨਾਲ ਤੇ ਬਾਹਾਂ ਨੂੰ ਉੱਪਰ ਕਰਕੇ, ਜਿਵੇਂ ਵਿਸ਼ਵਾਮਿੱਤਰ ਨੇ 10,000 ਵਰ੍ਹਾ ਇਉਂ ਤਪ ਕੀਤਾ ਸੀਗਾ ਇੱਕ ਲੱਤ ਦੇ ਭਾਰ ਖਲੋ ਕਰਕੇ। ਇਉਂ ਮਹਾਰਾਜ ਕਹਿੰਦੇ ਭਾਈ ਇਹਨੂੰ ਊਰਧ ਜਿਹੜਾ ਹੈ ਤਪ ਕਹਿੰਦੇ ਆ, ਪੁੱਠੇ ਲਟਕਣ ਨੂੰ ਵੀ ਤੇ ਕਪਾਲੀ ਆਸਣ ਲਾਉਣ ਨੂੰ ਵੀ। ਨਾਲੇ ਕਹਿੰਦੇ ਇਹਦੇ ਨਾਲ ਜਤ ਸਤ ਬੜਾ ਕਾਇਮ ਰਹਿੰਦਾ। ਜਤ ਸਤ ਤਾਂ ਭਾਈ ਮਹਾਰਾਜ ਦੀ ਕਿਰਪਾ ਨਾਲ ਹੀ ਕਾਇਮ ਰਹਿੰਦਾ ਹੈ, ਜਿਹਦੇ ਤੇ ਸਤਿਗੁਰੂ ਰਹਿਮਤ ਕਰਨ। ਤੋ ਮਹਾਰਾਜ ਕਹਿੰਦੇ ਭਾਈ ਉਰਧ ਰਹਾ ਸਿਰ ਭਾਰ ਹੋ ਕਰਕੇ ਭਾਵੇਂ ਪੁੱਠੇ ਲਟਕ ਕੇ ਜਿਹੜੀ ਉਹ ਮਹਾਰਾਜ ਕਹਿੰਦੇ ਭਾਵੇਂ ਤਪੱਸਿਆ ਕੋਈ ਕਰ ਲਵੇ। ਪੁਰ ਕਰ ਕਾਇਆ ਕੱਪੜ ਪਹਿਰਾ। ਫਿਰ ਪੁਰ ਕਰ ਕਾਇਆ ਕੱਪੜ ਪਹਿਰਾ, ਸਾਰੀ ਕਾਇਆ ਨੂੰ ਹੀ ਪੁਰ ਭਰ ਲੈਣਾ, ਢੱਕ ਲੈਣਾ। ਕੱਪੜੇ ਪਾਉਣੇ ਉਹ ਕਾਪੜੀਆ ਭੇਖ ਜਿਵੇਂ ਆ, ਅੱਖਾਂ ਅੱਗੇ ਵੀ ਉਹ ਗੁਬਾਰੇ ਜੇ ਬੰਨ ਲੈਂਦੇ ਆ, ਹੱਥਾਂ 'ਚ ਦਸਤਾਨੇ, ਪੈਰਾਂ 'ਚ ਜਰਾਬਾਂ, ਉਹ ਕਾਪੜੀਆ ਭੇਖ ਆ। ਕੱਲ ਨੂੰ ਉਹਦੇ ਬਾਰੇ ਜ਼ਿਕਰ ਖੁੱਲ੍ਹ ਕੇ ਕਰ ਦਿਆਂਗੇ। ਕਾਪੜੀਆ ਭੇਖ ਮਹਾਰਾਜ ਕਹਿੰਦੇ ਭਾਵੇਂ ਸਾਰੇ ਸਰੀਰ ਤੇ ਕੋਈ ਕੱਪੜੇ ਪਹਿਰ ਲਵੇ, ਮੂੰਹ ਵੀ ਅੱਗੇ ਸਿਰ ਅੱਜ ਕੱਲ੍ਹ ਜਿਵੇਂ ਉਹ ਢੱਕ ਕੇ ਰੱਖਦੇ ਨਾ ਸਾਰੇ, ਇਵੇਂ ਉਹ ਕਾਪੜੀਆ ਭੇਖ ਵਾਲੇ ਨਾ ਪਹਿਲਾਂ ਹੀ ਢੱਕ ਕੇ ਰੱਖਦੇ ਆ। ਕਹਿੰਦੇ ਜੀਵਨਾਂ ਅੰਦਰ ਚਲੇ ਜਾਣ। ਇਸ ਪ੍ਰਕਾਰ ਸਾਧ ਸੰਗਤ ਜੀ ਇਹਦੇ ਬਾਰੇ ਇਹ ਹੈ, ਕਿਉਂਕਿ ਜਾਣਕਾਰੀ ਵਾਸਤੇ ਦੱਸਣ ਲੱਗਾ ਹੈ। ਜਿਹੜਾ ਮੂੰਹ ਦਾ ਢੱਕਣਾ ਨਾ, ਉਹ ਜਿਹਨੂੰ ਕੋਈ ਰੋਗ ਹੈ ਨਾ ਉਹਨੂੰ ਤਾਂ ਜ਼ਰੂਰ ਢੱਕਣਾ ਚਾਹੀਦਾ ਹੈ ਤੇ ਦੂਜੇ ਦੀ ਸੇਫਟੀ ਵਾਸਤੇ ਹੈ। ਪਰ ਠੀਕ ਹੈ, ਜੇ ਢੱਕਣਾ ਵੀ ਹੈ ਤਾਂ ਇਹ ਨਹੀਂ ਕਿ ਸਾਰਾ ਦਿਨ ਹੀ ਉਹ ਮੂੰਹ ਨੂੰ ਬੰਨ੍ਹ ਛੱਡੋ
4 ਘੰਟੇ ਤੋਂ ਬਾਅਦ ਜਿਹੜਾ ਲਾਇਆ ਹੋਇਆ ਮਾਸਕ ਵੈ ਨਾ ਉਹ ਫਾਇਦੇ ਦੀ ਥਾਂ ਤੇ ਨੁਕਸਾਨ ਕਰਨ ਲੱਗ ਜਾਂਦਾ ਹੈ। ਕਿਉਂਕਿ ਇਹ ਡਾਕਟਰਾਂ ਦਾ ਮੰਨਣਾ ਹੈ ਉਹਦੇ ਸਾਹ ਲੈਣ ਨਾਲ ਮੂੰਹ ਦੇ ਉੱਤੇ ਬੈਕਟੀਰੀਆ ਆ ਜਾਂਦਾ ਬਾਹਰ, ਤੇ ਫਿਰ ਉਹ ਫਾਇਦੇ ਦੀ ਥਾਂ ਤੇ ਨੁਕਸਾਨ ਕਰਦਾ। ਕਈ ਵਿਚਾਰੇ ਬਾਹਰ ਵੇਖੇ ਉਦੋਂ ਪੁਲਿਸ ਵਾਲੇ ਵੀ ਸਾਰਾ ਦਿਨ ਮੂੰਹ ਤੇ ਮਾਸਕ ਲਾਇਆ ਹੋਇਆ, ਉਹਦੇ ਨਾਲ ਕੋਈ ਲਾਭ ਨਹੀਂ ਹੈ। ਜਾਂ ਤਾਂ ਉਹਨੂੰ ਬਦਲੋ ਜਾਂ ਉਹਨੂੰ ਵਾਸ਼ ਕਰੋ, ਇਸ ਪ੍ਰਕਾਰ ਫਿਰ ਉਹਦਾ ਫਾਇਦਾ ਹੈ। ਤੇ ਇਉਂ ਮੂੰਹ ਦੇ ਜਿਹੜੇ ਬੰਨਣ ਦੀ ਮਰਿਆਦਾ ਇਹ ਵਿਵੇਕ ਦੇ ਪੱਖ ਤੋਂ ਜ਼ਰੂਰ ਹੈ ਕਿ ਜਿਸ ਵਕਤ ਸਤਿਗੁਰੂ ਜੀ ਦੇ ਸ਼ਸਤਰਾਂ ਦੀ ਵੀ ਸਿੰਘ ਸਾਹਿਬ ਜੀ ਸੇਵਾ ਕਰਦੇ ਅੰਦਰ ਤਖਤ ਸਾਹਿਬ ਤੇ ਜਾਂਦੇ ਆ, ਉਸ ਸਮੇਂ ਉਹ ਠਾਠਾ ਬੰਨਿਆ ਜਾਂਦਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਲੱਗਿਆਂ, ਨਿਹੰਗ ਸਿੰਘਾਂ ਦੇ ਦਲਾਂ ਅੰਦਰ ਲੰਗਰ ਦੀ ਜਿਹੜੀ ਆ ਵਰਤਾਉਣ ਲੱਗਿਆਂ, ਇਹ ਸਾਰਾ ਕੁਝ ਸਾਧ ਸੰਗਤ ਜੀ ਪੰਥ ਦੇ ਅੰਦਰ ਮਰਿਆਦਾ ਹੈ। ਸਤਿਗੁਰੂ ਜੀ ਦੱਸਦੇ ਆ, ਪਰ ਕੱਲਾ ਜੇ ਮੂੰਹ ਬੰਨਣ ਨਾਲ ਹੀ ਕਹੇ ਕਿ ਪ੍ਰਾਪਤੀ ਹੈ, ਫਿਰ ਤਾਂ ਨਹੀਂ ਨਾ ਪਰਮੇਸ਼ਰ ਪ੍ਰਾਪਤ ਹੋ ਸਕਦਾ। ਉਹ ਮਹਾਰਾਜ ਦੱਸ ਰਹੇ ਇੱਥੇ, ਇਹ ਸੂਖਸ਼ਮ ਬਿਰਤੀ ਨਾਲ ਜਾਣਨਾ, ਕੱਲ ਨੂੰ ਵਿਸਥਾਰ ਕਰਾਂਗੇ। ਸਤਿਗੁਰੂ ਜੀ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ। ਪੁਰ ਕਰ ਕਾਇਆ ਕੱਪੜ ਪਹਿਰਾ। ਮਹਾਰਾਜ ਕਹਿੰਦੇ ਭਾਈ ਸਾਰੀ ਕਾਇਆ ਨੂੰ ਪੁਰ ਭਰ ਲਈਏ, ਕੱਪੜੇ ਇੰਨੇ ਪਾ ਲਈਏ ਜ਼ਿਆਦਾ, ਧੂਵਾਂ ਸਦਾ ਕਾਰ, ਤੇ ਸਦਾ ਹੀ ਧੋਣ ਦੀ ਕਾਰ ਫਿਰ ਕਰਦੇ ਰਹੀਏ। ਤੇ ਉਹ ਸਾਧ ਸੰਗਤ ਜੀ ਧੋਂਦੇ ਵੀ ਕਿਹੜਾ ਹੈ, ਇੱਕ ਤਾਂ ਜਿਹੜਾ ਉਹ ਨੇਤੀ ਧੋਤੀ ਅੰਦਰੋਂ ਨਾੜਾਂ ਵੀ ਧੋਣੀਆਂ, ਬਹੁਤ ਜ਼ਿਆਦਾ ਕਈ ਪ੍ਰਕਾਰ ਦੇ ਇਹ ਕਰਮ ਹੈ। ਤੇ ਕਈ ਜਿਹੜੇ ਬਿਲਕੁਲ ਹੀ ਨਹੀਂ ਸਨ ਧੋਂਦੇ, ਹੁਣ ਇੰਨੇ ਹੀ ਹੱਥ ਧੋਂਦੇ ਆ ਕਿ ਹੱਥ ਹੀ ਫਟਾ ਲਏ ਉਹਨਾਂ ਨੇ, ਹੱਥਾਂ ਦੇ ਉੱਤੇ ਸਿਰਕੜੀ ਜੰਮ ਗਈ। ਕਹਿੰਦੇ ਹੱਥ ਕਿੰਨੀ, ਉਹ ਕਹਿੰਦੇ ਨਾ ਵਾਇਰਸ ਉਹਨੂੰ ਨਹੀਂ ਚਿੰਬੜੂ ਜਿਹੜਾ ਬਾਰ-ਬਾਰ ਹੱਥ ਧੋਊ, ਉਹ ਬਾਰ-ਬਾਰ ਹੀ ਧੋਈ ਜਾਂਦੇ, ਇੰਨੇ ਧੋਲੇ ਹੁਣ ਚਮੜੀ ਉੱਛ ਗਈ ਉੱਪਰੋਂ। ਤੋ ਇਹਨਾਂ ਸਾਧ ਸੰਗਤ ਜੀ ਕੀ ਹੈ, ਕੱਲਾ ਹੱਥ ਦੇ ਧੋਇਆ ਵੀ ਨਹੀਂ ਨਾ ਰੱਬ ਮਿਲਦਾ, ਕੱਲਾ ਨਹਾਇਆ ਵੀ ਰੱਬ ਨਹੀਂ ਮਿਲਦਾ। ਮਹਾਰਾਜ ਸਾਹਿਬ ਜੀ ਸਿੱਧਾ ਨੂੰ ਦੱਸਦੇ ਪਰਮੇਸ਼ਰ ਕਿਵੇਂ ਮਿਲਦਾ ਹੈ। ਤੇ ਪਰ ਇੱਕ ਅੰਗ ਹੈ ਇਹ ਧਰਮ ਦਾ, ਕਿ ਸਰੀਰ ਦੀ ਸੁਚਮਤਾ ਰੱਖਣੀ, ਹੱਥਾਂ ਦੀ ਸੁਚਮਤਾ ਰੱਖਣੀ। ਹੁਣ ਇਹਦਾ ਇਹ ਅਰਥ ਨਹੀਂ ਕੱਢ ਲੈਣਾ ਚਾਹੀਦਾ ਕਿ ਮਹਾਰਾਜ ਕਹਿੰਦੇ ਭਾਈ ਦੇਹ ਹੀ ਨਹੀਂ ਧੋਣੀ ਚਾਹੀਦੀ, ਹੱਥ ਨਹੀਂ ਧੋਣੇ ਚਾਹੀਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਨਹੀਂ ਕੇਵਲ ਇੰਨੇ ਸਾਧਨ ਨਾਲ ਸਿੱਧੋ ਮਿਲਦਾ, ਧੋਵਾਂ ਸਦਾਕਾਰ। ਇੱਕ ਤਾਂ ਧੋਣ ਦੀ ਸਦਾਕਾਰ ਕਰਦੇ ਰਹਿੰਦੇ ਆ, ਤੇ ਉਹ ਸਾਧ ਸੰਗਤ ਜੀ ਜਿਹੜੇ ਇਉਂ ਕਰਦੇ ਆ ਨਾ, ਉਹਨਾਂ ਦੇ ਹੱਥਾਂ ਦੀਆਂ ਉਂਗਲਾਂ ਵੀ ਗਲ ਜਾਂਦੀਆਂ, ਫਿਰ ਧੋਣਾ ਕਿੱਥੋਂ ਹੈ? ਅੰਦਰੋਂ ਜਦੋਂ ਚਮੜੀ ਦੇ ਥੱਲੇ ਕੀ ਹੈ, ਲਹੂ ਮੇਜੀ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਭਾਈ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਹਾਂ, ਮਰਿਆਦਾ ਜ਼ਰੂਰ ਰੱਖਣੀ ਚਾਹੀਦੀ ਹੈ। ਤੇ ਜੇ ਕੋਈ ਬਿਨਾਂ ਹੀ ਕਾਰਨ ਤੋਂ ਹੁਣ ਹੱਥ ਧੋਈ ਜਾਵੇ, ਨਹਾਈ ਜਾਵੇ, ਜਲ ਥੱਲੇ ਹੀ ਰਵੇ, ਡੱਡੂ ਜਲ 'ਚ ਹੀ ਫਿਰ ਰਹਿੰਦਾ, ਤੇ ਉਹਦੇ ਨਾਲ ਸਰੀਰ ਹੀ ਗਲਣਾ। ਤੇ ਉੱਦਾਂ ਭਾਵੇਂ ਨਹਾਉਣ ਨੂੰ, ਜਿਨ੍ਹਾਂ ਸਤਪੁਰਸ਼ਾਂ ਦੀ ਅਸੀਂ ਸੰਗਤ ਕੀਤੀ ਆ, ਉਹ ਸਾਧ ਸੰਗਤ ਜੀ 10-10 ਵਾਰੀ 12-12 ਵਾਰੀ ਵੀ ਇਸ਼ਨਾਨ ਕਰ ਲੈਂਦੇ ਸੀਗੇ, ਕਿਉਂਕਿ ਜਦੋਂ ਜੰਗਲ ਪਾਣੀ 'ਚ ਜਾਣਾ ਜਾਂ ਕਿਤੇ ਬਾਹਰ ਜੂਠੇ ਹੋ ਗਏ ਫਿਰ ਇਸ਼ਨਾਨ ਕਰ ਲੈਂਦੇ ਸੀ। ਜੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਸਤਿਗੁਰੂ ਜੀ 101 ਗਾਗਰ ਜਲ ਦੇ ਨਾਲ ਇਸ਼ਨਾਨ ਕਰਦੇ ਸੀ ਮਹਾਰਾਜ ਜੀ। ਤੇ ਇਹ ਇਸ਼ਨਾਨ ਜਲ ਦਾ ਬਹੁਤਾ ਚੰਗਾ ਹੈ, ਪਰ ਇਹ ਕਿ ਸਾਰਾ ਦਿਨ ਹੀ ਕਰੀ ਜਾਈਏ। ਮਹਾਰਾਜ ਕਹਿੰਦੇ ਫਿਰ ਉਹਦੇ ਕਰਨ ਦੇ ਨਾਲ ਇਹ ਸਮਝੇ ਕਿ ਮੈਂ ਪਵਿੱਤਰ ਹੋ ਗਿਆ, ਕਿ ਅਸੀਂ ਨਹਾਉਣ ਨਾਲ ਜੇ ਕੋਈ ਕਹੇ ਕਿ ਰੱਬ ਮਿਲ ਜਾਏਗਾ, ਇਉਂ ਨਹੀਂ ਰੱਬ ਮਿਲਦਾ। ਸਤਿਗੁਰੂ ਜੀ ਕਹਿੰਦੇ ਭਾਈ ਕਈ ਧੋਣ ਦੀ ਹੀ ਦੇਹ ਨੂੰ ਸਦਾਕਾਰ ਜਿਹੜੀ ਉਹ ਕਰਦੇ ਰਹਿੰਦੇ ਆ। ਪੱਗਾ ਰਤਾ ਪੀਲਾ ਕਾਲਾ, ਫਿਰ ਕੱਪੜਿਆਂ ਨੂੰ ਪਾ ਕਰਕੇ ਸਾਧ ਸੰਗਤ ਜੀ ਇਹਦਾ ਵਿਸਥਾਰ ਹੈ। ਤੇ ਬੱਗਾ ਕਹਿੰਦੇ ਚਿੱਟੇ ਕੱਪੜੇ ਪਾ ਕਰਕੇ ਇਸ ਪ੍ਰਕਾਰ ਜਿਹੜਾ ਹੈ ਉਹ ਜਿਹੜਾ ਵੇਦਾਂ ਦਾ ਜਾਪ ਕਰਨਾ, ਪੂਰੀ ਪੰਕਤੀ ਪੜ੍ਹਦੇ ਹੋ। ਪੱਗਾ ਰਤਾ ਪੀਲਾ ਕਾਲਾ, ਵੇਦਾ ਕਰੀ ਪੁਕਾਰ। ਤੇ ਵੇਦਾਂ ਦੇ ਮੰਤਰਾਂ ਦੀ ਜਿਹੜੀ ਹੈ ਮਹਾਰਾਜ ਕਹਿੰਦੇ ਭਾਈ ਪੁਕਾਰ ਕਰਦੇ ਰਹਿੰਦੇ ਹੈ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਜਿਹੜਾ ਹੈ ਰੱਤਾ ਲਾਲ ਰੰਗ ਉਹ ਪਹਿਨਦੇ ਹੈ, ਪੀਲਾ ਰੰਗ ਪਹਿਨਦੇ ਹੈ, ਤੇ ਕਾਲਾ ਰੰਗ ਜਿਹੜਾ ਉਹ ਪਹਿਨਦੇ ਆ। ਤੇ ਵੱਖਰਾ ਵੱਖਰਾ ਮਹਾਰਾਜ ਕਹਿੰਦੇ ਭਾਈ ਮੰਤਰਾਂ ਦਾ ਜਾਪ ਕਰਦੇ ਹੈ। ਉਹ ਸਾਧ ਸੰਗਤ ਜੀ ਜਿਹੜਾ ਹੈ ਸਤਜੁਗ ਇਹਦਾ ਚਿੱਟਾ ਰੰਗ ਹੈ, ਤੇ ਜਿਹੜਾ ਇਸ ਪ੍ਰਕਾਰ ਹੈ ਤ੍ਰੇਤਾ ਇਹਦਾ ਲਾਲ ਰੰਗ ਹੈ, ਕਿਉਂਕਿ ਸ਼੍ਰੀ ਰਾਮ ਚੰਦਰ ਜੀ ਅਵਤਾਰ ਹੋਏ ਲਾਲ ਵਸਤਰ ਪਹਿਨ ਕੇ ਬਨਵਾਸ ਲਿਆ ਸੀਗਾ। ਤੇ ਦੁਆਪਰ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਹੋਏ, ਇਹਨਾਂ ਪੀਲੇ ਵਸਤਰ ਪਹਿਨੇ ਸੀਗੇ। ਤੇ ਜਿਹੜਾ ਕਲਯੁਗ ਦੇ ਅੰਦਰ ਜਿਹੜਾ ਕਲਕੀ ਅਵਤਾਰ ਹੋਣਾ ਉਹਨੇ ਕਾਲੇ ਕੱਪੜੇ ਪਾਉਣੇ। ਤੇ ਇਸ ਪ੍ਰਕਾਰ ਉਹ ਕੱਪੜੇ ਪਾ ਕਰਕੇ ਨਾ ਉਹਨਾਂ ਦਾ ਮੰਤਰਾਂ ਦਾ ਵੱਖਰਾ ਵੱਖਰਾ ਵੇਦਾਂ ਦਾ
ਜਿਹੜਾ ਜਾਪ ਹੈ ਮਹਾਰਾਜ ਕਹਿੰਦੇ ਭਾਵੇਂ ਪੁਕਾਰ ਕਰੇ, ਵੇਦਾਂ ਦੇ ਮੰਤਰਾਂ ਨੂੰ ਪੜੇ, ਹੋਏ ਕੁਚੀਲ ਰਹਾ ਮਲ ਧਾਰੀ। ਤੇ ਇੱਕ ਐਸੇ ਨਹਾਉਂਦੇ ਹੀ ਨਹੀਂ, ਜਿਹੜੇ ਘੋਰੀ ਹੈ ਉਹ ਸਾਧ ਸੰਗਤ ਜੀ ਨਹਾਉਂਦੇ ਹੀ ਨਹੀਂ। ਕੀ ਹੈ ਕਿ ਵਿਸ਼ਟਾ ਆਪ ਦੀ ਗੰਦਗੀ ਆਪ ਹੀ ਖਾਂਦੇ ਰਹਿੰਦੇ ਹੈ। ਹੋਏ ਕੁਚੀਲ ਰਹਾ, ਫਿਰ ਪੜ੍ਹ ਦਿਓ ਪੰਕਤੀ, ਹੋਏ ਕੁਚੀਲ ਰਹਾ ਮਲ ਧਾਰੀ। ਮੈਲ ਨੂੰ ਧਾਰਨੀ ਕਰਕੇ ਰੱਖ ਛੱਡੇ, ਕੁਚੀਲ ਹੋਇਆ ਰਹੇ ਤੇ ਬਹੁਤ ਜ਼ਿਆਦੀ ਗੰਦਗੀ ਬੋ ਹੀ ਆਵੇ। ਐਸੇ ਵੀ ਹੈਗੇ ਆ ਉਹ ਸਾਧ ਸੰਗਤ ਜੀ, ਉਹ ਬਾਂ ਮਾਰ ਗਈਏ, ਬੜੀ ਬੋ ਆਉਂਦੀ ਉਹਨਾਂ ਕੋਲੋਂ, ਕਹਿੰਦੇ ਨਹਾਉਣ ਨਾਲ ਜੀ ਮਰ ਜਾਂਦੇ, ਇਸ ਕਰਕੇ ਨਹਾਈਦਾ ਨਹੀਂ। ਕੇਸਾਂ 'ਚ ਨਹੀਂ ਪਾਣੀ ਪਾਉਂਦੇ, ਕੰਘਾ ਨਹੀਂ ਕਰਦੇ, ਜੜਾਵਾਂ ਬਣਾ ਛੱਡਦੇ, ਕਹਿੰਦੇ ਜੀ ਮਰਦੇ ਆ। ਨਾ, ਕਹਿੰਦੇ ਜੀਵ ਹੱਤਿਆ ਨਹੀਂ ਕਰਨੀ ਆਪਾਂ। ਤੇ ਉਹ ਇੰਨੀ ਬਦਬੂ ਆਉਂਦੀ ਉਹਨਾਂ ਦੇ ਕੋਲੋਂ ਤੇ ਬੁਰੀ ਹਾਲਤ। ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਵੀ ਜਿਹੜੀ ਆ ਮੈਲ ਨੂੰ ਧਾਰਨ ਕਰ ਛੱਡੇ, ਬਦਬੂ ਆਪਣੇ ਕੋਲ, ਇਦਾਂ ਥੋੜਾ, ਇਸ ਤਰ੍ਹਾਂ ਵੀ ਪਰਮੇਸ਼ਰ ਨਹੀਂ ਮਿਲਦਾ ਹੈ। ਦੁਰਮਤ ਮਤ ਵਿਕਾਰ। ਸਤਿਗੁਰੂ ਜੀ ਕਹਿੰਦੇ ਭਾਈ ਤਾਂ ਖੋਟੀ ਮੱਤ ਹੈ, ਵਿਕਾਰਾਂ ਵਾਲੀ। ਵਿਕਾਰ ਨਾਸ਼ ਨਹੀਂ ਹੁੰਦੇ ਹਨ। ਨਾ ਹਾਉ ਨਾ ਮੈਂ ਨਾ ਹਉ ਹੋਵਾ। ਸਤਿਗੁਰੂ ਜੀ ਕਹਿੰਦੇ ਨਾ ਭਾਈ ਅਸੀਂ ਗੁਫਾ ਕਰਕੇ ਬਵਾਂਗੇ, ਨਾ ਅਸੀਂ ਕਿਸੇ ਪ੍ਰਕਾਰ, ਮਹਾਰਾਜ ਕਹਿੰਦੇ ਭਾਈ ਰੰਗ ਬਰੰਗੇ ਕੱਪੜੇ ਪਾ ਕੇ ਵੇਦਾਂ ਦੀ ਮੰਤਰਾਂ ਦੀ ਪੁਕਾਰ ਕਰਾਂਗੇ, ਨਾ ਮਹਾਰਾਜ ਕਹਿੰਦੇ ਜਲ ਧਾਰਾ ਕਰਾਂਗੇ, ਜਲ ਸਮਾਧੀ ਨਹੀਂ ਲਵਾਂਗੇ, ਪਤਾਲ 'ਚ ਜਾ ਕੇ ਮਹਾਰਾਜ ਕਹਿੰਦੇ ਨਾ ਭਾਈ ਅਸੀਂ ਬਵਾਂਗੇ। ਨਾਨਕ ਸ਼ਬਦ ਵਿਚਾਰ। ਸਤਿਗੁਰੂ ਜੀ ਤੁਸੀਂ ਫਿਰ ਕੀ ਕਰੋਗੇ? ਮਹਾਰਾਜ ਕਹਿੰਦੇ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਿੱਧੋ, ਸ਼ਬਦ ਦੁਆਰਾ ਪਰਮੇਸ਼ਰ ਦੇ ਮਿਲਣ ਦਾ ਰਾਹ ਦੱਸਾਂਗੇ ਸਿੱਧੋ। ਸ਼ਬਦ ਹੀ ਹੈ ਜਿਹੜਾ ਵਾਹਿਗੁਰੂ ਨਾਲ ਮੇਲਦਾ ਹੈ। ਇਹ ਸਤਿਗੁਰੂ ਜੀ ਜਿਵੇਂ ਕੱਲ ਨੂੰ ਆਪਾਂ ਵਿਸਥਾਰ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਸਾਧ ਸੰਗਤ ਜੀ ਬਖਸ਼ ਲੈਣੀਆਂ। ਸਤਿਗੁਰੂ ਰਹਿਮਤ ਕਰਨ, ਮਹਾਰਾਜ ਦਾ ਇਹ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵਸੇ, ਸਾਡੇ ਮਨਾਂ ਦੇ ਅੰਦਰ ਸਤਿਗੁਰੂ ਜੀ ਦੇ ਪਾਵਨ ਅਸਥਾਨ ਦੇ ਪ੍ਰਤੀ, ਸਾਰੇ ਹੀ ਗੁਰੂ ਧਾਮਾਂ ਤੇ ਜਿੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਹੈ, ਸਾਨੂੰ ਅਦਬ ਸਤਿਕਾਰ ਕਰਨਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨਾਲ, ਬਾਣੀ ਨਾਲ ਤੇ ਸ਼ਸਤਰ ਵਿਦਿਆ ਨਾਲ ਜੁੜਨਾ ਚਾਹੀਦਾ ਹੈ। ਇਹੀ ਸਤਿਗੁਰਾਂ ਜੀ ਦਾ ਸਾਨੂੰ ਉਪਦੇਸ਼ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਹੋਏ ਕੁਚੀਲ ਰਹਾ ਮਲ ਧਾਰੀ। ਦੁਰਮਤ ਮਤ ਵਿਕਾਰ। ਨਾ ਹਉ ਨਾ ਮੈਂ ਨਾ ਹਉ ਹੋਵਾ। ਨਾਨਕ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਏ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਏ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਬੇਕ। ਏ ਅਪਰੰਪਰ ਹਰ ਹਰੇ, ਅਹ ਪੀ ਹੋਵਨ ਹਾਰ। ਏ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਏ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ।
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰਾ ਗਜਾਵੇ, ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰ